ਵਧੀਆ ਭਾਜੀ ਵਧੀਆ। ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਵੀ ਹੈ ਕਿਸੇ ਦਾ ਟ੍ਰੇਡ ਅੱਜ ਕੋਈ? ਸਰ ਆਈ ਥਿੰਕ ਇੰਡੀਆ ਦੇ ਵਿੱਚ ਤਾਂ ਸ਼ਿਵਰਾਤਰੀ ਕਰਕੇ ਛੁੱਟੀ ਹੈ ਜੀ, ਇੰਡੀਆ ਦੀ ਮਾਰਕੀਟ ਤਾਂ ਸ਼ਾਇਦ ਚੱਲ। ਹਾਂਜੀ ਸਰ, ਇੰਡੀਆ ਦੀ ਮਾਰਕੀਟ ਅੱਜ ਕਲੋਜ਼ ਹੈ ਜੀ। ਹਾਂਜੀ ਹਾਂਜੀ ਸਰ ਕ੍ਰਿਪਟੋ ਨੇ ਤੇ ਕੱਲ ਰਾਤੀ ਨੇਰੀ ਲਿਆਤੀ ਵਾਲ ਸਟਰੀਟ ਜਦੋਂ ਓਪਨ ਹੋਈ ਆ। ਲਿਟਰਲੀ ਯਾਰ ਕ੍ਰਿਪਟੋ 38000 ਤੋਂ 41500 ਤੱਕ ਗਿਆ ਇੱਕ ਦਿਨ ਚ। ਮੈਂ ਸਰ ਖੋਲ ਕੇ ਬੈਠਾ ਸੀ, ਮੈਂ ਵਾਲ ਸਟਰੀਟ ਦੇਖਦਾ ਸੀ, ਜਦੋਂ ਓਪਨ ਹੋਈ ਨਾਲ ਹੀ ਉਹਦਾ ਹੁਣ ਕੋਈ ਨੂੰ ਇਨਫਲੂਐਂਸ ਹੀ ਨਹੀਂ ਹੈ ਨਿਊਜ਼ ਦਾ, ਕੁਝ ਵੀ ਬਾਹਰ ਦਾ। ਬਿਲਕੁਲ ਬਿਲਕੁਲ, ਉਹ ਇੱਕੋ ਦਮ ਯਾਰ ਉਹ ਮੇਰੀਆਂ ਜਿੰਨੀਆਂ ਰੈਜ਼ਿਸਟੈਂਸ ਉਹਨੇ ਮੇਰੀਆਂ 4 ਰੈਜ਼ਿਸਟੈਂਸ ਤੋੜੀਆਂ ਕ੍ਰਿਪਟੋ ਨੇ ਕੱਲ। ਪਰ 7.5 ਮੈਂ ਤੇ ਆਪ ਦੇਖਦਾ ਸੀ, ਮੈਨੂੰ ਇਹ ਸੀ ਉਹ 39000 ਦੇ ਅਰਾਊਂਡ ਹੀ ਹੋਦਾ, ਉਹਦੇ ਸਿੱਧਾ ਗਿਆ ਹੀ 42 ਦੇ ਗੇਟ ਤੇ। ਹੋਰ ਉਹਦਾ ਸਰ ਲੂਨਾ ਜਿਹੜਾ ਉਹ ਵੀ ਹਨਾ, ਉਹ ਤੇ ਬਿਟਕੋਇਨ ਦੀ ਪੂਰਾ ਆਪੋਜ਼ਿਟ ਹੀ ਚਾਰਟ ਚੱਲਦਾ, ਉਹਦੇ ਆਲਰੇਡੀ ਬਿਟਕੋਇਨ ਤੋਂ ਨਿਕਲ ਚੁੱਕਾ ਹਨਾ ਲੂਨਾ ਕੋਇਨ ਜਿਹੜਾ। ਨਹੀਂ ਮੈਂ ਸਿਰਫ ਬਿਟਕੋਇਨ ਹੀ ਦੇਖਦਾ ਹੈਗਾ ਜਦੋਂ ਕ੍ਰਿਪਟੋ। ਅਸਲ 'ਚ ਮੈਂ ਕ੍ਰਿਪਟੋ ਪਤਾ ਕਿਉਂ ਕਰਦਾ, ਜਿਸ ਦਿਨ ਜਿਵੇਂ ਉਹਨਾਂ ਇਹ ਗੱਲ ਸੈਟਰਡੇ ਸੰਡੇ ਹੋ ਗਈ ਜਾਂ ਕਿਸੇ ਦਿਨ ਹੌਲੀਡੇ ਆ ਗਈ ਹਨਾ, ਨਹੀਂ ਰਹਿ ਜਾਂਦਾ ਟ੍ਰੇਡ ਤੋਂ ਵੀ ਚੱਲ ਕੁਛ ਤਾਂ ਕਰੀਏ। ਆਪਾਂ ਉਹ ਗੱਲ ਕਰਦੇ ਵੀ ਚੱਲ ਮਾਰਕੀਟ ਬੰਦ ਆ ਪਰ ਪੈਸਾ ਤਾਂ ਕਮਾਉਣਾ ਨਹੀਂ ਨਾ ਬੰਦ ਕਰਨਾ ਆਪਾਂ, ਤਾਂ ਉਸ ਦਿਨ ਮੈਂ ਬਿਟਕੋਇਨ ਵਗੈਰਾ ਥੋੜਾ ਬਹੁਤ ਟ੍ਰੇਡ ਕਰ ਲੈਂਦਾ, ਅਦਰਵਾਈਜ਼ ਮੈਂ ਕਦੇ ਨਹੀਂ ਕੀਤਾ। ਠੀਕ ਹੈ। ਤੇ ਜਸਪ੍ਰੀਤ ਸਰ ਇੱਕ ਨਾ ਥੋੜੀ ਰਿਕੁਐਸਟ ਸੀਗੀ ਆ ਟਾਈਮਿੰਗ ਲੈ ਕੇ ਸਰ, ਜਿੱਦਾਂ ਥੋੜਾ ਮੇਰਾ ਵੀ ਮਤਲਬ ਆਫਿਸ ਸਟਾਰਟ ਹੋ ਗਿਆ ਜੀ, ਤੇ ਸਰ ਆਪਾਂ ਪ੍ਰਾਇਰ ਟੂ 11 ਕਰ ਸਕਦੇ ਜੀ ਕਲਾਸ, ਮਤਲਬ ਪੌਣੇ 11 ਜਾਂ ਐਗਜ਼ੈਕਟ 11 ਵਜੇ ਹੋ ਜੇ। ਸਰ ਆਪਾਂ ਐਗਜ਼ੈਕਟ 11 ਵਜੇ ਹੀ ਰੱਖਾਂਗੇ ਕਿ ਇਹ ਲਾਸਟ 2 ਦਿਨ ਤੋਂ ਨਾ ਥੋੜੀ ਪ੍ਰੋਬਲਮ ਆ ਰਹੀ ਸੀ। ਅੱਛਾ ਜੀ। ਕੱਲ ਛੁੱਟੀ ਹੋਏਗੀ ਜੀ ਤੁਹਾਨੂੰ? ਓਕੇ। ਐਕਚੁਅਲੀ ਵੈਸੇ ਆਪਾਂ ਅੱਜ ਛੁੱਟੀ ਕਰਨੀ ਸੀਗੀ ਕਿਉਂਕਿ ਨਾਰਮਲੀ ਜਿਸ ਦਿਨ ਮਾਰਕੀਟ ਬੰਦ ਹੁੰਦੀ ਉਸ ਦਿਨ ਆਪਣੀ ਹੌਲੀਡੇ ਹੁੰਦੀ ਹੈ ਆਪਣੀ, ਬਟ ਡਿਊ ਟੂ ਸਮ ਰੀਜ਼ਨਸ ਆਪਾਂ ਅੱਜ ਹੌਲੀਡੇ ਨਹੀਂ ਕੀਤੀ, ਤੇ ਜਿਹੜੀ ਅੱਜ ਵਾਲੀ ਹੌਲੀਡੇ ਤੁਹਾਨੂੰ ਕੱਲ ਹੋਏਗੀ, ਤੇ ਪਰਸੋਂ ਤੋਂ ਫਿਰ ਆਪਾਂ 11 ਵਜੇ ਪ੍ਰੋਪਰ ਹੀ ਕਲਾਸ ਸਟਾਰਟ ਕਰਾਂਗੇ। ਪਿਛਲੇ ਨਾ 2 ਦਿਨਾਂ ਤੋਂ ਕੰਮ ਦੀ ਉਲਝੇ ਹੋਏ ਸੀਗੇ ਥੋੜਾ ਜਿਹਾ। ਭਾਜੀ ਮਾਰਕੀਟ ਕਾਹਤੋਂ ਬੰਦ ਅੱਜ ਭਲਾ? ਅਸਲ ਸ਼ਿਵਰਾਤਰੀ ਹੈ ਜੀ। ਓਹੋ, ਮੈਂ ਦੇਖਦਾ ਸਵੇਰ ਦੀ ਕੋਈ ਹਲਚਲ ਹੀ ਨਹੀਂ ਹੋਣ ਦੀ ਮਾਰਕੀਟ 'ਚ। ਨੈਸ਼ਨਲ ਹੌਲੀਡੇ। ਅੱਛਾ ਜੀ, ਜਿਹੜੀ ਭਾਜੀ ਗੈਜਟਡ ਹੌਲੀਡੇਜ਼ ਹੁੰਦੀ ਉਹ ਵੀ ਮਾਰਕੀਟ 'ਚ ਹੁੰਦੇ ਹਨਾ? ਹਾਂਜੀ, ਜਿੰਨੀਆਂ ਵੀ ਠੀਕ ਹੈ ਠੀਕ ਹੈ। ਹੋਣਗੀਆਂ ਨਾ ਸੈਂਟਰ ਦੇ ਅਕੋਰਡਿੰਗ ਚੱਲਦੀ ਹੈ, ਸਟੇਟ ਦੇ ਅਕੋਰਡਿੰਗ ਨਹੀਂ, ਸੈਂਟਰ ਦੀਆਂ ਜਿੰਨੀਆਂ ਵੀ ਛੁੱਟੀਆਂ ਹੋਣਗੀਆਂ ਮਾਰਕੀਟ ਬੰਦ ਹੋਏਗੀ। ਠੀਕ ਹੈ ਸਰ, ਠੀਕ ਹੈ ਜੀ। ਤੁਹਾਨੂੰ ਸ਼ਨੀ ਐਤਵਾਰ ਮਜ਼ਾ ਨਹੀਂ ਆਇਆ, ਜਦੋਂ ਤੁਸੀਂ ਟ੍ਰੇਡ ਪਾਉਣ ਲੱਗ ਪਏ ਨਾ ਤੁਹਾਨੂੰ ਲੱਗੇਗਾ ਕਿ ਯਾਰ ਸ਼ਨੀ ਐਤਵਾਰ ਕਿਉਂ ਆ ਜਾਂਦਾ। ਹੁਣ ਆਪਾਂ ਨੂੰ ਹੁੰਦਾ ਵੀ ਚਲੋ ਸੈਟਰਡੇ ਸੰਡੇ ਆਵੇ, ਟ੍ਰੇਡ ਵਾਲੇ ਬੰਦੇ ਨੂੰ ਹੁੰਦਾ ਵੀ ਸ਼ਨੀਵਾਰ ਆ ਗਿਆ, ਕਿੱਥੇ ਆ ਗਏ ਯਾਰ ਇਹ। ਓਕੇ ਸਰ, ਆਪਾਂ ਸਟਾਰਟ ਕਰਦੇ ਹਾਂ ਜੀ ਕਲਾਸ ਨੂੰ। ਕੋਈ ਡਾਊਟ ਹੋ ਜੀ ਜਿੰਨਾ ਤੱਕ ਆਪਾਂ ਕਰ ਲਿਆ ਹੈਗਾ? ਭਾਜੀ ਕੀ ਪੁੱਛ ਕਿਹੜੀ ਨਹੀਂ ਚੱਲੀ ਹੋਈ ਉਹ ਸਹੀ ਹੈ ਸਰ? ਮੈਂ ਤਾਂ ਨਾਰਮਲੀ ਕਈ ਵਾਰੀ ਕੀ ਨਾ ਇੱਕ ਐਕਸਨੈਸ ਹੈ ਉਹ ਤੋਂ ਕਰ ਲੈਂਦਾ ਹੈ ਜੀ। ਐਕਸਨੈਸ ਹਾਂ ਬਾਕੀ ਜੋ ਪ੍ਰਾਈਸ ਨੇ ਤਾਂ ਸੇਮ ਰਹਿਣਾ ਟੂ ਐਪ, ਬਟ ਜੋ ਪਹਿਲਾਂ ਆਪਾਂ ਟ੍ਰੇਡ ਕਰਨੀ ਹੈ ਚਾਰਟ ਨੂੰ ਦੇਖ ਕੇ ਉਸ ਕੀ ਇੰਟਰਪ੍ਰੀਟੇਸ਼ਨ ਦੇ ਦੀ ਤੁਸੀਂ ਆਰਡਰ ਲਾ ਸਕਦੇ ਹੋ ਨਾ, ਬਾਈ ਸੈਲ ਕਰ ਸਕਦੇ ਹੋ। ਜਿੰਨਾ ਵੀ ਆਪਾਂ ਟ੍ਰੇਡ ਕਰਨਾ ਉਹਦਾ ਚਾਰਟ ਨੂੰ ਦੇਖ, ਚਾਰਟ ਆਪਣਾ ਟ੍ਰੇਡਿੰਗ ਵਿਊ ਹੈ, ਟ੍ਰੇਡਿੰਗ ਵਿਊ ਤੁਸੀਂ ਕੋਈ ਵੀ ਚਾਰਟ ਓਪਨ ਕਰ ਲਓ, ਠੀਕ ਹੈ। ਟ੍ਰੇਡਿੰਗ ਵਿਊ ਤੁਸੀਂ ਇੰਡੀਅਨ ਮਾਰਕੀਟ ਦਾ ਚਾਰਟ ਵੀ ਓਪਨ ਕਰ ਸਕਦੇ ਹੋ, ਤੁਸੀਂ ਫੋਰਨ ਮਾਰਕੀਟ ਦੇ ਚਾਰਟ ਵੀ ਓਪਨ ਕਰ ਸਕਦੇ ਹੋ, ਤੁਸੀਂ ਬਿਟਕੋਇਨ ਦਾ, ਫੋਰੈਕਸ ਦਾ। ਠੀਕ ਹੈ। ਓਕੇ ਜੀ, ਹੁਣ ਆਪਾਂ ਗੱਲ ਕਰਦੇ ਹਾਂ ਅੱਜ ਤੋਂ ਆਪਾਂ ਨੈਕਸਟ ਸਟਾਰਟ ਕਰਦੇ ਹਾਂ। ਕੱਲ ਆਪਾਂ 4 ਪੈਟਰਨਸ ਕੀਤੇ ਸੀਗੇ, ਕੋਈ ਉਹਦੇ ਚ ਡਾਊਟ ਜੀ ਕਿਸੇ ਦਾ? ਸਰ ਮੈਂ 2-3 ਬਣਾਏ ਸੀਗੇ ਸਰ, ਇੱਕ ਵਾਰ ਚੈੱਕ ਕਰਿਓ ਸਰ, ਮੈਂ ਕੌਣ ਸਕਰੀਨ ਸ਼ੋ ਕਰ ਲਾਂ। ਕੋਈ ਨਹੀਂ ਸਰ, ਆਪਾਂ ਚੈੱਕ ਠਹਿਰ ਕੇ ਕਰ ਲੈਂਦੇ ਹਾਂ ਜੀ, ਆਪਾਂ ਐਂਡ ਤੇ ਕਰ ਲਾਂਗੇ। ਠੀਕ ਹੈ। ਵੈਸੇ ਕੋਈ ਡਾਊਟ ਕਿਸੇ ਨੂੰ ਉਹ ਚ ਆਇਆ ਹੋਵੇ? ਸਰ ਡਾਊਟ ਤਾਂ ਸਰ ਕੋਈ ਨਹੀਂ ਹੈਗਾ ਜੀ, ਮਤਲਬ ਫੋਰਮੇਸ਼ਨ, ਪਰ ਜਦੋਂ ਆਪਾਂ ਉਹੀ ਮੰਨ ਲਓ ਜਿੱਦਾਂ ਕਹਿੰਦੇ ਕਿ ਐਂਟਰੀ ਆਪਾਂ ਨੇ ਕਦੋਂ ਲੈਣੀ ਚਾਰਟ ਪੈਟਰਨ ਦੇਖ ਕੇ ਨਾ, ਮਤਲਬ ਕਰੰਟ ਸਿਨੈਰੀਓ ਦੀ ਹੀ ਥੋੜੀ ਜਿਹੀ ਸਾਰੀ ਚੀਜ਼ਾਂ ਕਰਦੇ ਹਾਂ ਜੀ।
ਇੱਕ ਤਾਂ ਮੈਨੂੰ ਐਂਟਰੀ ਵੈਸੇ ਉਹ ਥੋੜਾ ਬੇਸਿਕ ਰੂਲ ਦੱਸਿਆ ਸੀਗਾ ਵੀ ਨੈਕ ਲਾਈਨ ਤੋਂ 10% ਦੀ ਹੈ ਨਾ ਰੱਖ ਲਓ ਮਾਰਜਨ, ਇਹ ਤੋਂ ਬਾਅਦ ਐਂਟਰੀ ਲੈ ਲਓ, ਐਗਜ਼ਿਟ ਕਿੱਥੇ ਆਪਣਾ ਟਾਰਗੇਟ ਕਿੱਥੇ ਆਪਾਂ ਨਾਲ ਨਾਲ ਕਰਦੇ ਰਹੇ ਕਿ ਪੈਟਰਨਸ ਦੇ ਅਕੋਰਡਿੰਗ ਆਪਣਾ ਟਾਰਗੇਟ ਕਿੱਥੇ ਕਿੱਥੇ ਬਣਦਾ, ਆਪਾਂ ਉਹ ਚੀਜ਼ ਕੀਤੀ ਸੀ। ਐਕਚੁਅਲੀ ਹੁਣ ਸਰ ਤੁਹਾਡਾ ਟਾਈਮ ਹੈ ਜੀ ਟ੍ਰੇਡ ਲੈਣ ਦਾ, ਠੀਕ ਹੈ। ਜੇ ਤੁਸੀਂ ਹਜੇ ਵੀ ਟ੍ਰੇਡ ਨਹੀਂ ਲਵੋਗੇ, ਦੇਖੋ ਆਪਾਂ ਸਾਰੇ ਫੰਡਾਮੈਂਟਲ ਕਰ ਲਏ ਆ, ਆਪਾਂ ਚਾਰਟ ਐਨਾਲਿਸਿਸ ਆਲਮੋਸਟ ਡਨ ਕਰ ਚੁੱਕੇ ਹੈਗੇ ਆ, ਇਸ ਤੋਂ ਬਾਅਦ ਆਪਣੇ ਤਾਂ ਇੰਡੀਕੇਟਰਸ ਵਗੈਰਾ ਆਉਣਗੇ। ਹੁਣ ਤੁਸੀਂ ਚਾਹੇ ਸਰ ਇੱਕ ਸ਼ੇਅਰ ਲਵੋ ਚਾਹੇ ਦੋ ਸ਼ੇਅਰ ਲਓ, ਆਪਦੀ ਜਿਹੜੀ ਟ੍ਰੇਡਿੰਗ ਹੈ ਜਾਂ ਇਨਵੈਸਟਿੰਗ ਪਹਿਲਾਂ ਆਪਾਂ ਲੌਂਗ ਟਰਮ ਲਈ ਲੈ ਕੇ ਕਰਦੇ ਆ, ਠੀਕ ਹੈ। ਆਪਾਂ ਇੰਟਰਡੇ ਵਗੈਰਾ ਨਹੀਂ ਕਰਾਂਗੇ, ਆਪਾਂ ਲੌਂਗ ਟਰਮ ਲਈ ਕਿਧਰ ਕੰਪਨੀਆਂ ਲੱਭਣੀਆਂ ਸ਼ੁਰੂ ਕਰੋ ਜੀ, ਸੋਹਣੀਆਂ ਕੰਪਨੀਆਂ ਲੱਭੋ, ਠੀਕ ਹੈ। ਨਿਫਟੀ 100 ਚੋਂ ਲੱਭ ਲਓ, ਨਿਫਟੀ 50 ਚੋਂ ਲੱਭ ਲਓ, ਨਿਫਟੀ 100 ਚੋਂ ਲੱਭ ਲਓ, ਕੰਪਨੀਆਂ ਲੱਭੋ ਜਿਹੜੀਆਂ ਤੁਹਾਨੂੰ ਲੱਗ ਰਹੀਆਂ ਨੇ ਕਿ ਹਾਂ ਇਹ ਸੋਹਣੀਆਂ ਨੇ, ਉਹਨਾਂ ਦਾ ਫਿਰ ਬਾਅਦ ਉਹਨਾਂ ਦੇ ਫੰਡਾਮੈਂਟਲਸ ਚੈੱਕ ਕਰੋ, ਤੁਹਾਨੂੰ ਫੰਡਾਮੈਂਟਲ ਜੋ ਕੰਪਨੀ ਗੁੱਡ ਲੱਗੀ, ਠੀਕ ਹੈ, ਤੁਹਾਨੂੰ ਉਹਦੇ ਰੇਸ਼ੀਓਜ਼ ਅੱਛੀਆਂ ਲੱਗੀਆਂ, ਤੇ ਇਸ ਤੋਂ ਬਾਅਦ ਉਹਨੂੰ ਚਾਰਟ ਦੇ ਉੱਪਰ ਦੇਖੋ ਕਿ ਚਾਰਟ ਦੇ ਉੱਪਰ ਜਿਹੜਾ ਉਹਦਾ ਪੈਟਰਨ ਬਣ ਰਿਹਾ ਹੈਗਾ ਜਾਂ ਚਾਰਟ ਦੇ ਉੱਪਰ ਜਿਹੜਾ ਟ੍ਰੈਂਡ ਬਣ ਰਿਹਾ ਹੈਗਾ ਕੀ ਉਹ ਠੀਕ ਹੈ, ਉਹ ਟ੍ਰੈਂਡ ਅਪ ਟ੍ਰੈਂਡ ਹੈ। ਮੰਨ ਲਓ ਤੁਸੀਂ 10 ਕੰਪਨੀਆਂ ਲੱਭੋਗੇ, 10 ਚ ਤੁਹਾਨੂੰ ਕੋਈ 2 3 4 ਦੇ ਜਿਹੜੇ ਟ੍ਰੈਂਡ ਆ ਅਪ ਟ੍ਰੈਂਡ ਚ ਲੱਗਣਗੇ, ਤੁਸੀਂ ਦੇਖੋਗੇ ਕਿ ਹਰ ਰੋਜ਼ ਸ਼ੇਅਰ ਹੌਲੀ ਹੌਲੀ ਕਰਕੇ ਪਿਛਲੇ 2 ਮਹੀਨਿਆਂ ਤੋਂ 3 ਮਹੀਨਿਆਂ ਤੋਂ ਉੱਪਰ ਨੂੰ ਜਾ ਰਿਹਾ, ਠੀਕ ਹੈ। ਤਾਂ ਉਹਦੇ ਚ ਭਾਵੇਂ ਤੁਸੀਂ ਇੱਕ ਸ਼ੇਅਰ ਹੀ ਲਵੋ ਸਰ, ਹੁਣ ਟ੍ਰੇਡਿੰਗ ਸਟਾਰਟ ਕਰੋ ਤਾਂ ਹੀ ਤੁਹਾਡਾ ਫਾਇਦਾ ਹੋਣਾ। ਆਪਾਂ ਕਾਰ ਬਹੁਤ ਚਲਾਉਣੀ ਸਿੱਖ ਲਈਏ, ਜਿੰਨਾ ਚਿਰ ਖੁਦ ਨਹੀਂ ਚਲਾਵਾਂਗੇ ਦੂਰੋਂ ਵੇਖੀ ਚੱਲਾਂਗੇ ਤਾਂ ਫਾਇਦਾ ਕੋਈ ਨਹੀਂ ਹੋਣਾ ਚੀਜ਼ ਦਾ। ਜਦੋਂ ਹੁਣ ਮੈਂ ਆਪਾਂ ਕੱਲ ਗੱਲ ਕਰਾਂਗੇ, ਅੱਜ ਛੁੱਟੀ ਹੈ ਮਾਰਕੀਟ ਦੀ, ਤੁਸੀਂ ਆਪਣੀਆਂ ਕੰਪਨੀਆਂ ਲੱਭੋ, ਕੱਲ ਨੂੰ ਆਪਾਂ ਟ੍ਰੇਡ ਸਟਾਰਟ ਕਰਨੀ ਹੈ, ਠੀਕ ਹੈ ਜੀ। ਹੁਣ ਆਪਾਂ ਨੈਕਸਟ ਕਰਦੇ ਹਾਂ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨੀ ਹੈ ਜੀ ਗੈਪ ਅਪ ਤੇ ਗੈਪ ਡਾਊਨ ਦੀ। ਕੱਲ ਕੁਐਸਚਨ ਆਇਆ ਸੀ, ਆਪਾਂ ਕਹਿੰਦੇ ਗੈਪ ਅਪ ਹੋ ਗਿਆ ਜਾਂ ਗੈਪ ਡਾਊਨ ਹੋ ਗਿਆ। ਹੁਣ ਇੱਕ ਬੇਸਿਕ ਚੀਜ਼ ਦੱਸੋ ਮੈਨੂੰ, ਕੋਈ ਵੀ ਜਿਹੜਾ ਸ਼ੇਅਰ ਦਾ ਪ੍ਰਾਈਸ ਹੈ ਉਹ ਕੌਣ ਨਿਰਭਰ ਕਰਦਾ ਵੀ ਕਿਸ ਚੀਜ਼ ਤੇ ਨਿਰਭਰ ਕਰਦਾ ਕਿ ਪ੍ਰਾਈਸ ਅਪ ਜਾਏਗਾ ਜਾਂ ਡਾਊਨ ਜਾਏਗਾ, ਸਿੱਧਾ ਸਿੱਧਾ ਕਿਸ ਚੀਜ਼ ਦਾ ਇਫੈਕਟ ਆਉਂਦਾ ਹੈ? ਐਸਸੀਐਮ डिमांड एंड सप्लाई। ਬਿਲਕੁਲ ਸਹੀ ਹੈ ਜੀ, ਡਿਮਾਂਡ ਐਂਡ ਸਪਲਾਈ, ਠੀਕ ਹੈ। ਜਿੰਨੀ ਜ਼ਿਆਦਾ ਡਿਮਾਂਡ ਹੋਏਗੀ ਉਹਨਾਂ ਪ੍ਰਾਈਸ ਉੱਪਰ ਜਾਏਗਾ ਕਿ ਨੀਚੇ ਜਾਏਗਾ? प्राइस ऊपर जाएगा, ਪ੍ਰਾਈਸ ਉੱਪਰ ਜਾਏਗਾ ਹੈ ਨਾ। ਜੇ ਸਪਲਾਈ ਵੱਧ ਗਈ ਤਾਂ ਪ੍ਰਾਈਸ ਨੀਚੇ ਆ ਜਾਏਗਾ। नीचे आ जाए। ਆਪਾਂ ਕਹਿੰਦੇ ਸਰ ਨਿਊਜ਼ ਆ ਗਈ ਜੀ, ਨਿਊਜ਼ ਪ੍ਰਾਈਸ ਨੂੰ ਉਹ ਹੈ ਨਾ ਕਰਦੀ ਹੈ, ਪਰ ਅਸਲ 'ਚ ਨਿਊਜ਼ ਨਾਲ ਹੁੰਦਾ ਕੀ ਹੈ, ਨਿਊਜ਼ ਨਾਲ ਡਿਮਾਂਡ ਐਂਡ ਸਪਲਾਈ 'ਚ ਫਰਕ ਪੈਂਦਾ ਨਾ। ਕੱਲੀ ਨਿਊਜ਼ ਤਾਂ ਪ੍ਰਾਈਸ ਨੂੰ ਅਪ ਨਹੀਂ ਕਰ ਸਕਦੀ। ਮੰਨ ਲਓ ਕਿਸੇ ਵੀ ਸ਼ੇਅਰ 'ਚ ਨਿਊਜ਼ ਆ ਗਈ, ਕਿਸੇ ਬੰਦੇ ਨੇ ਸ਼ੇਅਰ ਦੀ ਡਿਮਾਂਡ ਹੀ ਨਹੀਂ ਕੀਤੀ ਤੇ ਕੀ ਪ੍ਰਾਈਸ ਅਪ ਚਲਾ ਜਾਏਗਾ? नहीं। ਠੀਕ ਹੈ। ਨਿਊਜ਼ ਆ ਗਈ, ਲੋਕਾਂ ਦੀ ਇਮੋਸ਼ਨਸ ਜੁੜ ਗਏ, ਆਪਾਂ ਸਭ ਕੁਝ ਸਿੱਖਿਆ ਸੀਗਾ, ਪਰ ਜਿੰਨਾ ਚਿਰ ਲੋਕ ਉਸ ਦੀ ਡਿਮਾਂਡ ਕਰਨਗੇ ਹੀ ਨਹੀਂ ਤਾਂ ਪ੍ਰਾਈਸ ਅਪ ਨਹੀਂ ਜਾਏਗਾ, ਜਿੰਨਾ ਚਿਰ ਸਪਲਾਈ ਨਹੀਂ ਵਧੇਗੀ ਪ੍ਰਾਈਸ ਡਾਊਨ ਨਹੀਂ ਜਾਏਗਾ। ਹੁਣ ਦੇਖੋ ਨਾਰਮਲੀ ਕੀ ਹੁੰਦਾ ਹੈ, ਆਪਾਂ ਦੇਖਦੇ ਹਾਂ ਕਿ ਜਿਵੇਂ ਜਿਵੇਂ ਡਿਮਾਂਡ ਵਧਦੀ ਜਾਂਦੀ ਹੈ ਪ੍ਰਾਈਸ ਅਪ ਚਲਾ ਜਾਂਦਾ, ਫਿਰ ਆਪਾਂ ਕਹਿੰਦੇ ਵੀ ਇੱਕ ਜਗ੍ਹਾ ਤੇ ਆਉਂਦੀ ਜਿੱਥੇ ਆਪਾਂ ਨੂੰ ਲੋਕਾਂ ਨੂੰ ਲੱਗਦਾ ਕਿ ਪ੍ਰਾਈਸ ਬਹੁਤ ਹੋ ਗਿਆ, ਉੱਥੇ ਉਹ ਸੈਲ ਕਰਨਾ ਸ਼ੁਰੂ ਕਰ ਦਿੰਦੇ ਆ। ਉੱਥੇ ਕੀ ਹੋ ਗਿਆ, ਸਪਲਾਈ ਵਧ ਗਈ, ਸਪਲਾਈ ਵਧਣ ਨਾਲ ਕੀ ਹੁੰਦਾ, ਪ੍ਰਾਈਸ ਨੀਚੇ ਆਉਣਾ ਸ਼ੁਰੂ ਹੋ ਜਾਂਦਾ। ਹੁਣ ਜਦੋਂ ਆਪਾਂ ਗੈਪ ਅਪ ਦੀ ਗੱਲ ਕਰਦੇ ਹਾਂ, ਮੰਨ ਲਓ ਅੱਜ ਦੀ ਗੱਲ ਹੈ, ਮਾਰਕੀਟ ਮੰਨ ਲਓ 3:30 ਵਜੇ ਬੰਦ ਹੋ ਗਈ, ਠੀਕ ਹੈ। ਹੁਣ ਮਾਰਕੀਟ 3:30 ਵਜੇ ਬੰਦ ਹੋ ਗਈ, ਆਪਾਂ ਦੇਖਦੇ ਹਾਂ ਇਸ ਤੋਂ ਬਾਅਦ ਕੋਈ ਨਿਊਜ਼ ਆ ਗਈ, ਕੋਈ ਬਹੁਤ ਅੱਛੀ ਨਿਊਜ਼ ਆ ਗਈ, ਜਿਵੇਂ ਆਪਾਂ ਵਾਰ ਦੀ ਗੱਲ ਕੀਤੀ ਕਿ ਵਾਰ ਦੀ ਨਿਊਜ਼ ਆ ਗਈ। ਨਾਰਮਲੀ ਜਿਹੜੀਆਂ ਅੱਛੀਆਂ ਨਿਊਜ਼ ਹੁੰਦੀਆਂ ਉਹ ਮਾਰਕੀਟ ਤੋਂ ਬਾਹਰ ਲਿਖੀਆਂ ਜਾਂਦੀਆਂ ਤਾਂ ਕਿ ਮਾਰਕੀਟ ਦੇ ਉੱਪਰ ਕੋਈ ਏਡੀ ਜਲਦੀ ਅਸਰ ਨਾ ਪਵੇ, ਠੀਕ ਹੈ ਨਾ। ਹੁਣ ਕੋਈ ਨਿਊਜ਼ ਆ ਗਈ, ਆਪਾਂ ਦੇਖਿਆ ਸ਼ਾਮੀ 5 ਵਜੇ ਨਿਊਜ਼ ਆ ਗਈ ਜੀ ਕਿ ਫॉर ਐਗਜ਼ਾਮਪਲ ਰਸ਼ੀਆ ਦੀ ਤਾਂ ਲੜਾਈ ਲੱਗ ਗਈ ਹੈ ਯੂਕਰੇਨ ਨਾਲ। ਹੁਣ ਲੋਕਾਂ ਦੇ ਵਿੱਚ ਕੀ ਹੋਏਗਾ, ਹੁਣ ਲੋਕੀ ਸ਼ੇਅਰਾਂ ਦੀ ਬਾਇੰਗ ਕਰਨਗੇ ਕਿ ਸੈਲਿੰਗ ਕਰਨਗੇ? ਇੱਕ ਚੀਜ਼ ਬੇਸਿਕਲੀ ਦੱਸੋ, ਵਾਰ ਦੀ ਨਿਊਜ਼ ਹੈ, ਜ਼ਿਆਦਾਤਰ ਜਿਹੜੇ ਲੋਕ ਹੈ ਉਹ ਕੀ ਕਰਨਗੇ, ਬਾਇੰਗ ਕਿ ਸੈਲਿੰਗ? सेलिंग सर, सेलिंग। ਕਰਨਗੇ, ਠੀਕ ਹੈ। ਹੁਣ ਮੈਨੂੰ ਸ਼ਾਮ ਨੂੰ 5 ਵਜੇ ਪਤਾ ਚੱਲ ਗਿਆ ਕਿ ਵਾਰ ਲੱਗ ਗਈ ਹੈ, ਕੱਲ ਨੂੰ ਨਾ ਪ੍ਰਾਈਸ ਗਿਰਨੇ ਸ਼ੁਰੂ ਹੋ ਜਾਣੇ ਆ, ਤਾਂ ਮੈਂ ਇਹ ਚਾਹੁੰਦਾ ਕਿ ਜਿਹੜਾ ਮੇਰਾ ਸ਼ੇਅਰ ਹੈ, ਠੀਕ ਹੈ, ਉਹ ਹਜੇ ਜਿੰਨਾ ਕੁ ਪ੍ਰਾਈਸ ਹੈਗਾ ਵੱਧ ਤੋਂ ਵੱਧ ਪ੍ਰਾਈਸ ਤੇ ਨਿਕਲ ਜੇ, ਕਿ ਗਿਰਨ ਤੋਂ ਪਹਿਲਾਂ ਪਹਿਲਾਂ ਨਿਕਲ ਜੇ, ਮੈਂ ਚਾਹੂੰਗਾ ਕਿ ਨਹੀਂ ਚਾਹੂੰਗਾ? हाँ जी सर। हाँ जी। है ना। तो मैं ਕੀ ਕਰੂੰਗਾ, ਆਪਾਂ ਇੱਕ ਆਰਡਰ ਲਗਾ ਕੇ ਰੱਖ ਦਿੰਦੇ ਆ, ਬਹੁਤ ਸਾਰੇ ਟ੍ਰੇਡਰ ਕੀ ਕਰਦੇ ਆ, ਆਪਾਂ ਇੱਕ ਆਰਡਰ ਲਗਾ ਦਿੰਦੇ ਆ ਵੀ ਜਿਵੇਂ ਕੱਲ ਨੂੰ ਮਾਰਕੀਟ ਖੁੱਲੇ ਨਾ 9:15 ਤੇ 1 ਸੈਕਿੰਡ ਤੇ ਮੇਰਾ ਆਰਡਰ ਲੱਗ ਜੇ ਸਭ ਤੋਂ ਪਹਿਲਾਂ, ਇਸ ਤੋਂ ਬਾਅਦ ਪ੍ਰਾਈਸ ਗਿਰਨਾ ਸ਼ੁਰੂ ਹੋ ਜਾਣਾ। ਆਪਾਂ ਇਹੀ ਕਹਿੰਦੇ ਆ, ਮੰਨ ਲਓ ਕੋਈ ਸ਼ੇਅਰ 100 ਰੁਪਏ ਦੇ ਖੁੱਲੇ, ਤੋਂ ਬਾਅਦ ਗਿਰਨਾ ਸ਼ੁਰੂ ਹੋ ਗਿਆ, ਤਾਂ ਮੈਂ ਤਾਂ ਇਹ ਚਾਹੂੰਗਾ ਨਾ ਵੀ ਉਹ 100 ਰੁਪਏ ਦੇ ਨਿਕਲ ਜੇ, 5 ਮਿੰਟਾਂ ਤੋਂ ਉਹਨੇ 95 ਤੇ ਆ ਜਾਣਾ, ਅਗਲੇ 5 ਮਿੰਟਾਂ ਤੋਂ ਉਹਨੇ 90 ਤੇ ਆ ਜਾਣਾ। ਤਾਂ ਮੈਂ ਤਾਂ ਇਹੀ ਚਾਹੂੰਗਾ ਕਿ ਜਿਵੇਂ 9:15 ਤੇ 1 ਸੈਕਿੰਡ ਵੀ ਹੋਵੇ ਮੇਰਾ ਆਰਡਰ ਲੱਗ ਜੇ। ਹੁਣ ਕੀ ਹੋਇਆ, ਮੈਂ ਇੱਕ ਆਰਡਰ ਲਗਾ ਕੇ ਰੱਖਤਾ, ਠੀਕ ਹੈ, ਮੈਂ ਇੱਕ ਆਰਡਰ ਲਗਾਤਾ ਵੀ ਮੇਰੇ ਕੋਲੇ ਸ਼ੇਅਰ ਪਿਆ ਜੀ, ਇਸ ਨਿਕਲ ਜੇ ਜਲਦੀ ਜਲਦੀ ਕਰਕੇ 100 ਤੇ ਨਿਕਲ ਜੇ। ਉਹਦੇ ਇੱਕ ਦੂਜੇ ਪਾਸੇ ਬੰਦਾ ਬੈਠਾ, ਠੀਕ ਹੈ, ਉਹਨੇ ਕੀ ਕਿਹਾ
ਉਹਨੂੰ ਲੱਗਿਆ ਕਿ ਯਾਰ ਇਹ ਜਿਹੜੀ ਵਾਰ ਹੈ ਨਾ, ਨਾਰਮਲ ਜੀ ਗੱਲ ਹੈ, ਬਾਇਰ ਤੇ ਸੈਲਰ ਦਾ ਕੀ ਹੈ, ਆਪਸ ਵਿੱਚ ਕੰਟਰਾਡਿਕਟ ਹੁੰਦਾ। ਬਾਇਰ ਨੂੰ ਲੱਗਦਾ ਕਿ ਪ੍ਰਾਈਸ ਹਜੇ ਹੋਰ ਉੱਪਰ ਜਾਣਾ, ਦੂਜੇ ਨੂੰ ਲੱਗਦਾ ਕਿ ਪ੍ਰਾਈਸ ਹਜੇ ਹੋਰ ਨੀਚੇ ਆਉਣਾ। ਮੈਨੂੰ, ਮੈਂ ਸੈਲਰ ਸੀ, ਮੈਨੂੰ ਲੱਗਿਆ ਵੀ ਵਾਰ ਲੱਗ ਗਈ, ਪ੍ਰਾਈਸ ਨੀਚੇ ਆਉਣਾ। ਦੂਜੇ ਪਾਸੇ ਇੱਕ ਬਾਇਰ ਬੈਠਾ, ਉਹਨੂੰ ਇਹ ਲੱਗਿਆ ਕਿ ਵਾਰ ਤਾਂ ਯੂਕਰੇਨ 'ਚ ਲੱਗੀ ਹੈ, ਇੰਡੀਆ 'ਚ ਦੋਨੋਂ ਲੱਗੀ ਹੈ, ਠੀਕ ਹੈ। ਤੇ ਉਹਨੂੰ ਇਹ ਲੱਗਿਆ ਵੀ ਜਿਹੜਾ ਹੁਣ ਲੋਕਾਂ ਦਾ ਯੂਕਰੇਨ ਦੇ ਵਿੱਚ ਪੈਸਾ ਜਾਂ ਰਸ਼ੀਆ ਦੇ ਵਿੱਚ ਸਟਾਕ ਮਾਰਕੀਟ 'ਚ ਪੈਸਾ, ਉਹ ਇੰਡੀਆ 'ਚ ਇਨਵੈਸਟ ਹੋਏਗਾ, ਵੀ ਉਹ ਲੋਕੀ ਉੱਥੋਂ ਪੈਸਾ ਕੱਢਣਗੇ, ਇੰਡੀਆ 'ਚ ਇਨਵੈਸਟ ਕਰ ਲੈਣਗੇ। ਉਹਦੀ ਸੋਚ ਇਹ ਸੀ। ਤਾਂ ਉਹਨੂੰ ਲੱਗਿਆ ਵੀ ਜੇ ਮੈਨੂੰ 100 ਰੁਪਏ ਦਾ ਸ਼ੇਅਰ 110 ਦਾ ਵੀ ਮਿਲਦਾ, 20 ਦਾ ਵੀ ਮਿਲਦਾ, ਮੈਨੂੰ ਪਤਾ ਵੀ ਲੈ ਲਓ, ਵਾਰ ਉਧਰ ਲੱਗੀ ਹੋਈ ਹੈ, ਪੈਸਾ ਨਿਕਲ ਨਿਕਲ ਕੇ ਸਾਰਾ ਇੰਡੀਆ ਦੀ ਮਾਰਕੀਟ 'ਚ ਆਉਣਾ। तो दोस्तों परचेज करेगा 120 कि नहीं करेगा? बिल्कुल सर, बिल्कुल करेगा, ठीक है। तो उधरों की होया, मैं आपदा एक प्राइस लाता कि 100 रुपए से मेरा शेयर निकल जाए, जिवें जिवें करके 100 का शेयर निकल जाए, ठीक है। एक बंदे ने लाता भी मैंने तो भाਵੇਂ 120 रुपए का भी मिल जाए, मैं छड्डना कोई नहीं शेयर, मैं सारे चक लेने हैं, ਉਹਨੇ 120 रुपए ਤੇ ਲਾਤਾ। ਹੁਣ 9 ਵਜੇ ਕੀ ਹੁੰਦਾ ਕਿ ਮਾਰਕੀਟ ਖੁੱਲ ਜਾਂਦੀ ਹੈ, ਜਿਹਨੂੰ ਆਪਾਂ ਪ੍ਰੀ ਮਾਰਕੀਟ ਕਹਿੰਦੇ ਹਾਂ। ਆਪਣੇ ਲਈ 9:15 ਖੁੱਲਦੀ ਹੈ, ਪਰ ਜਿਹੜੇ ਆਰਡਰ ਲੱਗੇ ਹੁੰਦੇ ਆ ਆਪਾਂ ਉਹਨਾਂ ਨੂੰ ਐਵਰੇਜਿੰਗ ਕਰਦੇ ਆ, ਉਹਨਾਂ ਦੀ ਬੈਲੈਂਸ ਬਣਾਉਂਦੇ ਆ, ਠੀਕ ਹੈ। ਇੱਕ ਬੰਦਾ ਕੀ ਕਰਦਾ ਕਿ ਇੱਕ ਬੰਦੇ ਨੇ 120 ਰੁਪਏ ਦਾ ਆਰਡਰ ਬਾਏ ਦਾ ਲਾਇਆ ਹੋਇਆ, ਇੱਕ ਬੰਦੇ ਨੇ ਕੀ ਕੀਤਾ 100 ਰੁਪਏ ਦਾ ਸੈਲ ਦਾ ਆਰਡਰ ਲਾਇਆ ਹੋਇਆ। ਤਾਂ ਕੀ ਹੁੰਦਾ, ਐਕਸਚੇਂਜਸ ਕੀ ਕਰਦੀਆਂ ਨੇ, ਇਹ ਸਾਰੇ ਜਿਹੜੇ ਆਰਡਰਸ ਹੈ ਉਹਨਾਂ ਦੀ ਐਵਰੇਜਿੰਗ ਕਰਦੀਆਂ ਨੇ, ਠੀਕ ਹੈ। ਹਰੇਕ ਪ੍ਰਾਈਸ ਨਾਲ ਪ੍ਰਾਈਸ ਟਕਰਾਉਂਦਾ ਹੈਗਾ, ਠੀਕ ਹੈ। 9 ਵਜੇ ਤੋਂ ਲੈ ਕੇ 9:06 ਤੱਕ, 7 ਮਿੰਟ ਤੱਕ ਬੇਸਿਕਲੀ, ठीक है। 9 बजे तो लेके 9:07 तक ये ऑर्डर लगते हैं, ठीक है। इस तो बाद फिर इन्होंने एवरेजिंग होती है 9:07 तो लेके 9:15 तक। ਤੁਸੀਂ 9:06 तक ऑर्डर ला सकते हो प्री मार्केट ਦੇ ਵਿੱਚ। ਇਸ ਤੋਂ ਬਾਅਦ 9:07 ਤੋਂ ਲੈ ਕੇ 9:15 ਵਜੇ ਤੱਕ ਸਾਰੇ ਐਵਰੇजिंग ਹੁੰਦੀ ਹੈ। ਹੁਣ ਐਕਸਚੇਂਜਸ ਕੀ ਕਰਦੀਆਂ, ਇਹ ਸਾਰੇ ਰੇਟ ਦੇ ਉੱਪਰ ਤੈਅ ਕਰਦੀਆਂ ਨੇ ਕਿ ਜਿਹੜਾ ਕੱਲ, ਜੇ ਚਲੋ ਅੱਜ ਜਿਵੇਂ 9:15 ਵਜੇ ਜਿਹੜਾ ਮਾਰਕੀਟ ਦਾ ਪ੍ਰਾਈਸ ਖੁੱਲੂਗਾ ਉਹ ਕਿੱਥੇ ਖੁੱਲੇਗਾ। ਉਹ ਜਿੰਨੇ ਵੀ ਆਸਕ ਹੁੰਦੇ ਆ, ਜਿੰਨੀਆਂ ਵੀ ਬਿਡ ਲੱਗਦੀਆਂ ਨੇ ਸੈਲਿੰਗ ਦੀਆਂ ਤੇ ਬਾਇੰਗ ਦੀਆਂ, ਉਹ ਜਿੰਨਾ ਉਹਨਾਂ ਦੇ ਵਿੱਚ ਡਿਫਰੈਂਸ ਆ ਜਾਂਦਾ ਨਾ, ਕਈ ਵਾਰ ਕੀ ਹੁੰਦਾ ਕਿ ਡਿਫਰੈਂਸ ਬਹੁਤ ਜ਼ਿਆਦਾ ਆ ਜਾਂਦਾ, ਤਾਂ ਆਪਾਂ ਕਹਿੰਦੇ ਜੀ ਗੈਪ ਅਪ ਹੋ ਗਿਆ ਜਾਂ ਗੈਪ ਡਾਊਨ ਹੋ ਗਿਆ, ਉਹਨੂੰ ਖਰੀਦਣ ਵਾਲੇ ਲੋਕ ਹੀ ਬਹੁਤ ਜ਼ਿਆਦਾ ਸੀਗੇ ਤਾਂ ਪ੍ਰਾਈਸ ਉਸ ਲੈਵਲ ਤੇ ਚਲਾ ਜਾਂਦਾ, ਉਹਨੂੰ ਸੈਲ ਕਰਨ ਵਾਲੇ ਬਹੁਤ ਲੋਕ ਸੀਗੇ, ਉਹ ਪ੍ਰਾਈਸ ਉਸ ਲੈਵਲ ਤੇ ਚਲਾ ਗਿਆ। ਨਾਰਮਲੀ ਆਪਾਂ ਦੇਖਦੇ ਹਾਂ ਕਿ ਨਾਰਮਲ ਡੇਜ਼ ਉਹਨੇ ਕੀ ਖਰੀਦਣ ਵਾਲੇ ਹੁੰਦੇ ਆ, ਉਹਨੇ ਕੀ ਉਹਨੂੰ ਵੇਚਣ ਵਾਲੇ ਹੁੰਦੇ ਆ, ਤਾਂ ਪ੍ਰਾਈਸ ਔਨ ਐਨ ਐਵਰੇਜ ਆਪਾਂ ਕਹਿੰਦੇ ਵੀ ਜਿੱਥੇ ਕਲੋਜ਼ ਹੋਇਆ ਸੀ ਉਥੋਂ 1-2 ਰੁਪਏ ਉੱਪਰ ਨੀਚੇ ਹੋ ਜਾਂਦਾ, ਕੋਈ ਬੜਾ ਫਰਕ ਨਹੀਂ ਪੈਂਦਾ। ਪਰ ਜਿਸ ਦਿਨ ਆਪਾਂ ਕਹਿੰਦੇ ਵੀ ਸਿੱਧੇ ਪ੍ਰਾਈਸ, ਮੰਨ ਲਓ ਕਿਸੇ ਸਟਾਕ ਦਾ ਪ੍ਰਾਈਸ ਸਿੱਧੇ 200 ਰੁਪਏ 300 ਰੁਪਏ ਅਪ ਚਲਾ ਗਿਆ। ਹੁਣ ਇੱਥੇ ਦੇਖੋ ਰਿਲਾਇੰਸ ਸੀ, ਠੀਕ ਹੈ, 23 ਫਰਵਰੀ ਨੂੰ ਪ੍ਰਾਈਸ ਕਿੱਥੇ ਸੀ 2371 ਰੁਪਏ ਤੇ। ਜਦੋਂ ਆਪਾਂ ਨੈਕਸਟ ਡੇ ਗੱਲ ਕੀਤੀ 24 ਤੇ ਓਪਨ ਕਿੱਥੇ ਹੋਇਆ ਉਹ, ਠੀਕ ਹੈ, ਨੀਅਰ ਅਬਾਊਟ ਕੋਈ 2300 ਰੁਪਏ ਤੇ। ਕਿੰਨਾ ਫਰਕ ਪੈ ਗਿਆ, ਕੋਈ ਘੱਟੋ ਘੱਟ 70-80 ਰੁਪਏ ਦਾ ਫਰਕ ਪੈ ਗਿਆ ਉਹਦੇ ਵਿੱਚ। ਉਹ ਇੰਨਾ ਜ਼ਿਆਦਾ ਫਰਕ 2000 ਵਾਲੀ ਚੀਜ਼ ਦੇ ਵਿੱਚ 70 ਰੁਪਏ ਦਾ ਫਰਕ ਬਹੁਤ ਵੱਡਾ ਮੰਨਿਆ ਜਾਂਦਾ। ਇਹਨੂੰ ਆਪਾਂ ਕਹਿੰਦੇ ਗੈਪ ਡਾਊਨ ਹੋ ਗਿਆ। ਕਿਉਂ, ਆਪਾਂ ਨੂੰ ਪਤਾ ਕਿ 23-24 ਫਰਵਰੀ ਨੂੰ ਕੀ ਸੀ, ਰਸ਼ੀਆ ਤੇ ਯੂਕਰੇਨ ਦੀ ਜੰਗ ਸੀ। ਮੋਸਟਲੀ ਲੋਕੀ ਪੈਨਿਕ ਸੀਗੇ, ਉਹਨਾਂ ਨੂੰ ਲੱਗਿਆ ਵੀ ਵੇਚ ਦਿਓ ਜਲਦੀ ਜਲਦੀ ਕਰਕੇ ਸ਼ੇਅਰ, ਕੱਲ ਨੂੰ ਬਾਅਦ ਚ ਦੇਖਾਂਗੇ ਕੀ ਬਣਦੀ ਹੈ, ਅੱਜ ਦੀ ਘੜੀ ਤੁਸੀਂ ਵੇਚੋ। ਤਾਂ ਪ੍ਰਾਈਸ ਕੀ ਹੋਇਆ, ਜਦੋਂ ਜ਼ਿਆਦਾ ਜਿਹੜੇ ਆਰਡਰ ਸੀ ਸੈਲਰਸ ਦੇ ਆ ਗਏ, ਉਹ ਕਿਸੇ ਵੀ ਰੇਟ ਤੇ ਉਹਨੂੰ ਵੇਚਣ ਲਈ ਤਿਆਰ ਸੀ। ਤੇ ਜਦੋਂ ਉਹਨੂੰ ਐਕਸਚੇਂਜ ਨੇ ਐਵਰੇਜਿੰਗ ਕੀਤੀ ਕਿ ਖਰੀਦਣ ਵਾਲੇ ਕਿੰਨੇ ਆ, ਵੇਚਣ ਵਾਲੇ ਕਿੰਨੇ ਆ, ਤਾਂ ਅਲਟੀਮੇਟਲੀ ਕੀ ਹੋਇਆ, ਪ੍ਰਾਈਸ ਡਾਊਨ ਹੋ ਗਿਆ। ਇਹ ਗੱਲ ਸਮਝ ਆਈ ਜੀ? ਹਾਂਜੀ ਠੀਕ ਹੈ ਸਰ ਇਹਦੇ ਵਿੱਚ ਅਗਰ ਪੈਟਰਨ ਬਣਦਾ ਹੋਵੇ ਆਪਾਂ ਬਣਾ ਸਕਦੇ ਹਾਂ ਗੈਪ ਦੇ ਵਿੱਚ। ਸਰ ਗੈਪ ਦੇ ਵਿੱਚ ਕੋਈ ਪੈਟਰਨ ਬਣੇਗਾ ਨਹੀਂ ਜੀ। देखो वैसे मैं कहता ना, आप पैटर्न का जो ऊपर बनाना आप सर ਸਰ 30 ਮਿੰਟ ਵਾਲਾ सर मंडे ਠੀਕ ਹੈ ਸਰ।
ਜੇ ਤੁਹਾਡਾ 30 ਮਿੰਟ ਦੇ ਪੈਟਰਨ ਬਣ ਰਿਹਾ, ਕੋਈ ਨਹੀਂ ਆਪਾਂ ਉਹਨੂੰ ਵੀ ਦੇਖਾਂਗੇ, ਠੀਕ ਹੈ, ਪਰ ਉਹਦੇ ਨਾਲ ਫਿਰ ਆਪਾਂ ਕੱਲੇ ਪੈਟਰਨ ਨਾਲ ਨਹੀਂ ਚੱਲਾਂਗੇ, ਆਪਾਂ ਇੰਡੀਕੇਟਰ ਵਗੈਰਾ ਨਾਲ ਲੈ ਕੇ ਚੱਲਾਂਗੇ। ਠੀਕ ਹੈ ਵੀ ਇੰਨੀ ਗੱਲ ਸਮਝ ਆਈ ਸਭ ਨੂੰ? ਹਾਂਜੀ ਭਾਜੀ ਇਹ ਤਾਂ ਮਤਲਬ ਨਾਲੋਂ ਨਾਲ ਚਲੋ ਸਮਝ ਆਈ ਜਾਂਦਾ ਆ, ਬਟ ਭਾਜੀ ਉੱਥੇ ਜਦੋਂ ਆਪਾਂ ਟਾਰਗੇਟ ਵਗੈਰਾ ਲਾਈਦੇ ਆ ਐਂਜਲ 1 ਦੇ ਵਿੱਚ, ਉਹ ਨਹੀਂ ਭਾਜੀ ਸਮਝ ਆਉਂਦਾ। ਟਿਊਟੋਰੀਅਲ ਵੀ ਦੇਖਿਆ ਭਾਜੀ, ਪੱਲੇ ਜੇ ਨਹੀਂ ਪਿਆ। ਚਲੋ 3-4 ਟਿਊਟੋਰੀਅਲ ਦੇਖ ਲਓ, ਬਾਕੀ ਜਦੋਂ ਆਪਾਂ ਆਰਡਰ ਖੁਦ ਲਾਵਾਂਗੇ ਨਾ ਆਪਦੇ ਹੱਥੀਂ, ਆਪਾਂ ਨੂੰ ਫੇਰ ਪਤਾ ਲੱਗਣਾ। ਤੁਸੀਂ ਦੱਸੋਗੇ ਭਾਜੀ, ਸਾਰਾ ਦੱਸੋਗੇ ਇਦਾਂ? ਹਾਂਜੀ ਮੈਂ ਕਿਹਾ ਭਾਜੀ ਦੱਸੋਗੇ ਆਰਡਰ ਲਾਉਣਾ ਕਿੱਦਾਂ ਹੁੰਦਾ ਜੀ ਜਿੱਦਾਂ? ਨਹੀਂ ਸਰ, ਐਂਜਲ 1 ਦੇ ਆਰਡਰ ਜਾਂ ਕਿਸੇ ਵੀ ਐਪ ਦੇ ਆਰਡਰ ਤੁਹਾਨੂੰ ਤੁਸੀਂ YouTube ਤੋਂ ਹੀ ਟਿਊਟੋਰੀਅਲ ਦੇਖੋ, ਤੁਹਾਨੂੰ ਉੱਥੇ ਆਰਾਮ ਨਾਲ ਪਤਾ ਲੱਗ ਜਾਣੇ। ਠੀਕ ਹੈ ਭਾਜੀ, ਠੀਕ ਹੈ। ਉੱਥੇ ਜ਼ਿਆਦਾ ਬੈਟਰ ਵੇ ਨਾਲ ਸਮਝਾਇਆ ਹੋਏਗਾ ਉਹਨਾਂ ਨੇ। ਆਪਾਂ ਇੱਥੇ 2 ਮਿੰਟ ਚ ਗੱਲ ਕਰਾਂਗੇ, ਉੱਥੇ ਪ੍ਰੋਪਰ ਤੁਹਾਡੇ ਕੋਲ ਟਿਊਟੋਰੀਅਲ ਵੀਡੀਓਜ਼ ਪਈਆਂ ਹੋਣਗੀਆਂ, ਠੀਕ ਹੈ, ਤੇ 5-5 ਘੰਟੇ ਦੀਆਂ, ਉਹ ਤੁਹਾਨੂੰ ਕੱਲਾ ਜਿਹੜਾ ਆਰਡਰ ਬਾਰੇ ਦੱਸਣਗੇ ਕਿ ਸਿੰਗਲ ਆਰਡਰ ਕਿਵੇਂ ਲੱਗਦਾ ਜਾਂ ਮਲਟੀ ਆਰਡਰ ਕਿੱਦਾਂ ਲੱਗਦੇ ਆ। ਉਹ ਉੱਥੇ ਉਹ ਜ਼ਿਆਦਾ ਬੈਟਰ ਚੀਜ਼ ਹੈ ਉਹ। ਠੀਕ ਹੈ ਭਾਜੀ, ਠੀਕ ਹੈ, ਥੈਂਕ ਯੂ। ਓਕੇ ਸਰ, ਹੁਣ ਅੱਜ ਆਪਾਂ ਇੱਕ ਬੜੀ ਇੰਪੋਰਟੈਂਟ ਚੀਜ਼ ਕਰਨ ਲੱਗੇ ਹਾਂ ਜੀ। ਅੱਜ ਆਪਾਂ ਜੋ ਕਰਨ ਲੱਗੇ ਹਾਂ ਨਾ, ਆਪਾਂ ਇੱਕ ਗੱਲ ਕੀਤੀ ਕਿ ਆਪਾਂ ਪ੍ਰਾਈਸ ਐਕਸ਼ਨ ਬੇਸਿਸ ਤੇ ਸਪੋਰਟ ਐਂਡ ਰੈਜ਼ਿਸਟੈਂਸ ਲਗਾ ਲੈਂਦੇ ਹਾਂ। ਹੁਣ ਜਿਵੇਂ ਮੈਂ ਲਗਾ ਰਿਹਾ ਹੈਗਾ ਇੱਥੇ, ਠੀਕ ਹੈ। ਹੁਣ ਮੈਨੂੰ ਇਹ ਦੱਸੋ ਕਿ ਆਪਾਂ ਨੂੰ ਕਿੰਨੀ ਕੀ ਸ਼ੋਰਟੀ ਹੈ ਕਿ ਜਿਹੜਾ ਕੋਈ ਇਹ ਪੈਟਰਨ ਚੱਲ ਰਿਹਾ ਹੈ, ਇਹ ਆਪਦੀ ਸਪੋਰਟ ਨੂੰ ਤੋੜੇਗਾ ਜਾਂ ਨਹੀਂ ਤੋੜੇਗਾ, ਜਾਂ ਆਪਦੀ ਰੈਜ਼ਿਸਟੈਂਸ ਨੂੰ ਤੋੜੇਗਾ ਕਿ ਨਹੀਂ ਤੋੜੇਗਾ। ਹੁਣ ਆਪਾਂ ਕਈ ਵਾਰੀ ਦੇਖਦੇ ਆ ਕਿ ਸ਼ੇਅਰ ਹੈ ਰੈਜ਼ਿਸਟੈਂਸ ਨੂੰ ਤੋੜ ਕੇ ਥੋੜਾ ਜਿਹਾ ਉੱਪਰ ਗਿਆ, ਪਰ ਫਿਰ ਵਾਪਸ ਨੀਚੇ ਆ ਗਿਆ ਉਹ ਨਾਲ ਦੀ ਨਾਲ। ਮੰਨ ਲਓ ਆਪਾਂ ਉੱਥੇ ਐਂਟਰੀ ਲੈ ਲਈਏ, ਫॉर ਐਗਜ਼ਾਮਪਲ ਆਪਾਂ ਦੇਖਿਆ ਕਿ ਆਪਾਂ ਪ੍ਰਾਈਸ ਐਕਸ਼ਨ ਬੇਸਿਸ ਤੇ ਗੱਲ ਕੀਤੀ ਕਿ ਜਦੋਂ ਵੀ ਕਿਸੇ ਸ਼ੇਅਰ ਨੇ ਰੈਜ਼ਿਸਟੈਂਸ ਤੋੜੀ ਤਾਂ ਆਲਮੋਸਟ ਉਹਦਾ ਨੈਕਸਟ ਟਾਰਗੇਟ ਨੈਕਸਟ ਰੈਜ਼ਿਸਟੈਂਸ ਤੱਕ ਹੁੰਦਾ ਹੈ। ਪਰ ਜਦੋਂ ਆਪਾਂ ਇੱਥੇ ਦੇਖਿਆ ਕਿ ਸ਼ੇਅਰ ਥੋੜਾ ਜਿਹਾ ਉੱਪਰ ਗਿਆ ਵੀ, ਹਨਾ, ਦੇਖੋ ਹੁਣ ਇੱਥੇ ਇਹਨੇ ਰੈਜ਼ਿਸਟੈਂਸ ਤੋੜ ਵੀ ਦਿੱਤੀ, ਪਰ ਇਸ ਤੋਂ ਬਾਅਦ ਉਹ ਨਾਲ ਦੀ ਨਾਲ ਉੱਪਰ ਨਹੀਂ ਗਿਆ। ਹਾਲਾਂਕਿ ਬਾਅਦ ਦੇ ਵਿੱਚ ਉੱਪਰ ਗਿਆ, ਕੋਈ ਗੱਲ ਨਹੀਂ, पर आपका देखा कि उन्हें रेजिस्टेंस तोड़ी, थोड़ा जो ऊपर गया वापस फिर नीचे आ गया वो, ठीक है। उन्हें फिर दोबारा रेजिस्टेंस तोड़ी, जो बाहर ऊपर तक गया, तो आपका किते इस ट्रैप दे विच फस ना जाइए कि आपा देखा भी रेजिस्टेंस तोड़ती है, शेयर ने ऊपर जाना, आपा बाय भी कर लिया ओके, ठीक है। आपा मान लो 10% वाला रूल भी रखा, चलो कंफर्मेशन भी आ जाए। कई बार की हुंदा कि मान लो जो 100 रुपए का शेयर सी, वो 102 रुपए हो गया, 103 रुपए हो गया, आपा श्योर हो गए हां तो शेयर ऊपर जाऊगा, वो 103 तो वापस मुड़ आया फिर, ठीक है। तो ਆਪਾਂ ਉਹਦੇ ਬਾਰੇ ਅੱਜ ਗੱਲ ਕਰਦੇ ਹਾਂ ਕਿ ਆਪਾਂ ਇੱਕ ਚੀਜ਼ ਆਪਾਂ ਜਿਵੇਂ ਇੱਕ ਇੰਡੀਕੇਟਰ ਬੇਸਿਕਲੀ ਕਰਨਾ ਹੈਗਾ। ਹੁਣ ਅਗੇਨ ਇੰਡੀਕੇਟਰ, ਮੈਨੂੰ ਇੱਕ ਚੀਜ਼ ਦੱਸੋ ਕਿ ਇੰਡੀਕੇਟਰ ਹੈ, ਕਿਸੇ ਕੋਈ ਬੰਦਾ ਕਾਰ ਚਲਾ ਰਿਹਾ, ਉਹਨੇ ਲੈਫਟ ਹੈਂਡ ਸਾਈਡ ਦਾ ਇੰਡੀਕੇਟਰ ਦਿੱਤਾ, ਕੀ ਇਹ 100% ਸ਼ੋਰਿਟੀ ਹੈ ਕਿ ਲੈਫਟ ਹੈਂਡ ਮੋੜੂਗਾ ਹੀ ਮੋੜੂਗਾ? ਹਾਂਜੀ ਨਹੀਂ ਸਰ, ਨਹੀਂ ਸਰ, ਕਈ ਜਾਣ ਕੇ ਵੀ ਲਾ ਦਿੰਦੇ, ਕਈ ਚੇਤਾ ਭੁੱਲ ਜਾਂਦੇ ਲਾ ਕੇ। ਠੀਕ ਹੈ ਨਾ, ਇਹ ਤਾਂ ਖਾਦੀ ਪੀਤੀ ਵਾਲੀ ਗੱਲ ਹੋ ਗਈ। ਨਹੀਂ ਖਾਦੀ ਪੀਤੀ ਨਹੀਂ, ਕਈਆਂ ਨੂੰ ਚੇਤਾ ਹੀ ਭੁੱਲ ਜਾਂਦਾ ਭਾਜੀ ਕਾਰ 'ਚ ਇੰਡੀਕੇਟਰ ਲਾ ਕੇ। ਦੇਖੋ ਸਰ, ਦੇਖੋ ਆਪਾਂ ਉਹ ਗੱਲ ਉਹੀ ਕੀਤੀ, ਇੰਡੀਕੇਟਰ ਆਪਾਂ ਕਹਿੰਦੇ ਆ ਇੰਡੀਕੇਟਰ ਹੈ, ਕੀ ਇਹ 100% ਸਹੀ ਹੋ ਸਕਦਾ ਕਿ ਬੰਦਾ ਲੈਫਟ ਦਾ ਇੰਡੀਕੇਟਰ ਦੇ ਕੇ ਲੈਫਟ ਹੀ ਮੁੜੂ? ਨਹੀਂ ਭਾਜੀ 90% ਹੋ ਸਕਦਾ, 80% ਰਾਈਟ ਹੋ ਸਕਦਾ, 90% ਰਾਈਟ ਹੋ ਸਕਦਾ, ਪਰ 100% ਰਾਈਟ ਨਹੀਂ ਹੋ ਸਕਦਾ। ਸਪੈਸ਼ਲੀ ਇੰਡੀਆ 'ਚ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸਭ ਨੂੰ ਪਤਾ। ਬਿਲਕੁਲ ਭਾਜੀ, ਮੇਰੇ ਨਾਲ ਕੱਲ ਹੀ ਹੋ ਕੇ ਹਟੀ ਹਜੇ। ਇਹ ਜਰਾ ਕਿੱਥੇ ਜਾਊਗਾ? ਹੁਣ ਆਪਾਂ ਕੀ ਕੀਤਾ, ਆਪਾਂ ਹੁਣ ਨਹੀਂ ਵਧੀ, ਹੁਣ ਵਧੀ ਨਾ ਤਾਂ ਆਪਾਂ ਵੀ ਪਰ ਇੱਕ ਚੀਜ਼ ਮੈਂ ਮੰਨ ਲਓ ਨੇ ਹਵਾ ਲੈਣ ਨੂੰ ਫੇਰ ਤੇ ਜੇ ਉਹਨੇ ਉਦਾਂ ਹੀ ਭਾਜੀ ਕੂਣੀ ਰੱਖੀ ਹੋਵੇ ਬਾਰੀ 'ਚ, ਫੇਰ ਵੀ ਹੋ ਸਕਦਾ। ਵੀ ਆਪਾਂ ਕਹਿੰਦੇ ਥੋੜੀ ਜਿਹੀ ਸ਼ੋਰਟੀ ਵੱਧ ਗਈ, ਪਰ 100% ਤੱਕ ਤਾਂ ਫਿਰ ਵੀ ਨਹੀਂ ਗਈ ਨਾ। ਹਾਂ ਬਿਲਕੁਲ ਸਹੀ ਗੱਲ ਭਾਜੀ, ਥੋੜੀ ਜਿਹੀ ਵੱਧ ਗਈ। ਹਾਂ, ਤਾਂ ਹੀ ਮੈਂ ਇੰਡੀਕੇਟਰ ਦੀ ਤੁਹਾਨੂੰ ਇੰਡੀਕੇਟਰ ਲਾਉਣ ਤੋਂ ਜਾਂ ਦੱਸਣ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਗੱਲ ਕਰ ਰਿਹਾ ਵੀ ਇੰਡੀਕੇਟਰ ਹੈ, ਇਹ 100% ਸਹੀ ਹੈ, ਰੋਂਗ ਵਾਲੀ ਚੀਜ਼ ਨਹੀਂ ਹੈ ਕਿ ਹਾਂਜੀ ਇਹਦਾ 100% ਇਹ ਹੋਊਗਾ ਹੀ ਹੋਊਗਾ। ਮੈਜੋਰਿਟੀ ਆਫ ਟਾਈਮ ਆਪਾਂ ਦੇਖਦੇ ਹਾਂ ਕਿ ਲੋਕੀ ਲੈਫਟ ਦਾ ਇੰਡੀਕੇਟਰ ਦਿੰਦੇ ਲੈਫਟ ਮੁੜ ਜਾਂਦੇ ਆ, ਰਾਈਟ ਦਾ ਇੰਡੀਕੇਟਰ ਦੇ ਕੇ ਰਾਈਟ ਮੁੜਦੇ ਆ, ਪਰ ਕਦੇ ਕਦੇ ਤਾਂ ਨਹੀਂ ਹੁੰਦਾ, ਠੀਕ ਹੈ।
ਤਾਂ ਆਪਾਂ ਉਹੀ ਚੀਜ਼ ਅੱਜ ਕਰ ਰਹੇ ਹਾਂ, ਪਰ ਆਪਾਂ ਹੁਣ ਉਹਦੇ ਨਾਲ ਇੱਕ ਚੀਜ਼ ਹੋਰ ਐਡ ਕਰ ਲਈ ਵੀ ਇੱਕ ਬੰਦੇ ਨੇ ਇੰਡੀਕੇਟਰ ਦਿੱਤਾ, ਇੱਕ ਉਹਨੇ ਬਾਹਰ ਕੱਢ ਕੇ ਇਸ਼ਾਰਾ ਵੀ ਕਰਤਾ ਵੀ ਮੈਂ ਇੱਧਰ ਨੂੰ ਮੁੜਨ ਲੱਗਿਆ, ਤਾਂ ਆਪਾਂ ਨੂੰ ਥੋੜੀ ਜਿਹੀ ਹੋਰ ਸ਼ੋਰਟੀ ਹੋ ਗਈ ਹੈ, ਚਲੋ ਆਪਣੇ ਕੋਲ ਡਬਲ ਚੀਜ਼ ਹੋ ਗਈ, ਸ਼ੋਰਟੀ ਵਾਸਤੇ ਵੀ ਇੰਡੀਕੇਟਰ ਦਾ ਸੀਗਾ ਇੱਕ ਚੀਜ਼ ਹੋਰ ਹੋ ਗਈ। ਠੀਕ ਹੈ, ਹੁਣ ਆਪਾਂ ਦੇਖਦੇ ਹਾਂ ਕਿ ਆਪਣੇ ਕੋਲੇ ਪ੍ਰਾਈਸ ਐਕਸ਼ਨ ਬੇਸਿਸ ਤੇ ਆਪਾਂ ਸਪੋਰਟ ਐਂਡ ਰੈਜ਼ਿਸਟੈਂਸ ਲਗਾ ਲਈਆਂ। ਹੁਣ ਆਪਾਂ ਇੱਥੇ ਸਰ ਕਿ ਨਾ ਬਾਈ ਸੈਲ ਦੀ ਗੱਲ ਕਰਦੇ ਹਾਂ, ਡਾਇਰੈਕਟ ਆਪਾਂ ਡਾਇਰੈਕਟ ਟ੍ਰੇਡਿੰਗ ਤੇ ਆਉਂਦੇ ਹਾਂ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਕਿ ਮੰਨ ਲਓ ਕਈ ਵਾਰੀ ਕੀ ਹੁੰਦਾ ਕਿ ਕੋਈ ਚਾਰਟ ਪੈਟਰਨ ਨਹੀਂ ਵੀ ਬਣਿਆ ਹੋਇਆ, ਜਿਹੜਾ ਚਾਰਟ ਪੈਟਰਨ ਬਣਿਆ ਫਿਰ ਤਾਂ ਬਹੁਤ ਹੀ ਵਧੀਆ ਗੱਲ ਹੈ, ਉਹ ਤਾਂ ਅਲਟੀਮੇਟ ਚੀਜ਼ ਹੈ। ਪਰ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਹੁਣ ਸਰ ਅਸੀਂ ਅੱਜ ਟ੍ਰੇਡ ਲੈਣਾ ਜੀ, ਇਹਦੇ ਵਿੱਚ ਕੋਈ ਚਾਰਟ ਪੈਟਰਨ ਤਾਂ ਕੁਝ ਬਣਿਆ ਨਹੀਂ ਹੋਇਆ, ਫਿਰ ਹੁਣ ਅਸੀਂ ਕੀ ਕਰੀਏ ਕਿ ਅਸੀਂ ਜਿੰਨਾ ਚਿਰ ਚਾਰਟ ਪੈਟਰਨ ਨਹੀਂ ਬਣਨਾ ਉਹਨਾਂ ਚਿਰ ਵੇਟ ਹੀ ਕਰੀ ਚੱਲੀਏ। ਠੀਕ ਹੈ, ਚਾਰਟ ਐਂਡ ਪੈਟਰਨ ਬਣੇਗਾ ਬਹੁਤ ਅੱਛੀ ਗੱਲ ਹੈ, ਨਹੀਂ ਬਣ ਰਿਹਾ ਤਾਂ ਆਪਾਂ ਇੱਕ ਹੋਰ ਚੀਜ਼ ਸਰ ਕਰ ਸਕਦੇ ਹਾਂ। ਉੱਪਰ ਦੇਖੋ ਜਿੱਥੇ ਐਰੋ ਹੈ, ਸਭ ਨੂੰ ਦਿਖ ਰਿਹਾ ਜਿੱਥੇ ਤੇ ਇੰਡੀਕੇਟਰਸ ਲਿਖਾ ਹੈ। ਹਾਂਜੀ ਹਾਂਜੀ ਸਰ ਇਹਨੂੰ ਸਿਲੈਕਟ ਕਰੋ ਜੀ, ਇੰਡੀਕੇਟਰ ਨੂੰ ਜਦੋਂ ਸਿਲੈਕਟ ਕਰੋਗੇ ਸਰਚ ਬਾਰ ਦੇ ਵਿੱਚ ਤੁਸੀਂ ਸਰਚ ਕੀ ਕਰਨਾ ਹੈਗਾ, ਸਟੋਕਾਸਟਿਕ, STOCH ਇਹਨਾਂ ਵੀ ਪਾਉਂਗੇ ਤੇ ਇੱਥੇ ਦੇਖੋ ਪਹਿਲੇ ਨੰਬਰ ਤੇ ਆ ਗਿਆ ਸਟੋਕਾਸਟਿਕ, ਇਹਦੀ ਸਪੈਲਿੰਗ ਲਿਖ ਲਓ ਤੁਸੀਂ, ਇਸੇ ਨੂੰ ਸਰਚ ਕਰਨਾ ਹੈ। ਅੱਜ ਨੋਟਬੁੱਕ ਤੇ ਨੋਟ ਕਰ ਲਓ ਸਟੋਕਾਸਟਿਕ, ਸਰ ਆਪਣਾ ਪਹਿਲਾ ਇੰਡੀਕੇਟਰ ਸਰ ਅੱਜ ਆਪਾਂ ਕਰਨ ਲੱਗੇ ਹਾਂ ਜੀ ਸਟੋਕਾਸਟਿਕ। ਠੀਕ ਹੈ, ਪਤਾ ਲੱਗ ਗਿਆ ਵੀ ਸਾਰਿਆਂ ਨੂੰ ਤੱਕ? ਹਾਂਜੀ ਇਹ ਬਸ ਆਪਾਂ ਨੂੰ ਇੱਕ ਗੱਲ ਡਬਲ ਕਨਫਰਮੇਸ਼ਨ ਲਈ ਆਪਾਂ ਇਹਨੂੰ ਯੂਜ਼ ਕਰ ਰਹੇ ਹਾਂ, ਹੋਰ ਕਿਸੇ ਗੱਲ ਲਈ ਨਹੀਂ ਯੂਜ਼ ਕਰ ਰਹੇ, ਕਿ ਕਨਫਰਮੇਸ਼ਨ ਡਬਲ ਹੋ ਜਾਏ। ਆਪਾਂ ਕੀ ਕੀਤਾ ਸਰ, ਸਟੋਕਾਸਟਿਕ ਨੂੰ ਲਗਾ ਲਿਆ ਜੀ, ਨੀਚੇ ਕੀ ਹੋਏਗਾ ਇਦਾਂ ਦੀਆਂ ਤੁਹਾਨੂੰ ਦੋ ਲਾਈਨਸ ਦਿਖਣੀਆਂ ਸ਼ੁਰੂ ਹੋ ਜਾਣਗੀਆਂ। ਹੁਣ ਬਿਲਕੁਲ ਲੈਫਟ ਹੈਂਡ ਸਾਈਡ ਤੇ ਆਓ, ਸਟੋਕਾਸਟਿਕ ਦੇ ਉੱਪਰ ਇੱਥੇ ਦੇਖੋ, ਇੱਥੇ ਸੈਟਿੰਗਸ ਹੈ, ਇਹਨੂੰ ਕਲਿੱਕ ਕਰਾਂਗੇ ਆਪਾਂ। ਜਿੱਥੇ ਤੁਹਾਡਾ ਇੰਡੀਕੇਟਰ ਲੱਗਿਆ ਹੋਵੇਗਾ ਉਸੇ ਦੇ ਲੈਫਟ ਹੈਂਡ ਸਾਈਡ ਤੇ ਸੈਟਿੰਗਸ ਆਉਣਗੀਆਂ, ਸੈਟਿੰਗਸ ਨੂੰ ਔਨ ਕਰ ਲਓ। ਜਿਹੜੀ ਪਰਸੈਂਟੇਜ ਕੇ ਲੈਂਥ ਹੈ ਇਹਨੂੰ 14 ਦੀ ਬਜਾਏ 15 ਕਰ ਲਓ। ਸਰ ਇਹ ਨਾਲ ਨਾਲ ਆਪਣੀ ਨੋਟਬੁੱਕ ਤੇ ਲਿਖਦੇ ਰਹੋ ਜੀ, ਤੁਸੀਂ ਭੁੱਲ ਜਾਓਗੇ। ਇੰਡੀਕੇਟਰ ਸਰ ਆਪਣਾ ਕਿਹੜਾ ਜੀ, ਪਹਿਲਾ ਸਟੋਕਾਸਟਿਕ ਇੰਡੀਕੇਟਰ ਹੈ, ਉਹਦੀ ਸਪੈਲਿੰਗ ਪਾ ਲਓ ਸਟੋਕਾਸਟਿਕ ਦੇ। ਇਸ ਤੋਂ ਬਾਅਦ ਲਿਖੋ ਕਿ ਸੈਟਿੰਗਸ ਜਾ ਕੇ ਪਰਸੈਂਟੇਜ ਕੇ ਲੈਂਥ ਨੂੰ 15 ਕਰ ਦਿਓ, ਸੈਟਿੰਗਸ ਜਾ ਕੇ ਪਰਸੈਂਟੇਜ ਕੇ ਲੈਂਥ ਉਹਨੂੰ 15 ਕਰ ਦਿਓ। ਇਸ ਤੋਂ ਬਾਅਦ ਸਟਾਈਲ ਦੇ ਵਿੱਚ ਆ ਜਾਓ, ਇਹ ਇਨਪੁਟ ਦੇ ਵਿੱਚ ਸੀ, ਹੁਣ ਸਟਾਈਲਸ ਦੇ ਵਿੱਚ ਆ ਜਾਓ। ਸਟਾਈਲਸ ਦੇ ਵਿੱਚ ਆਪਾਂ ਕੀ ਕਰਨਾ, ਪਰਸੈਂਟੇਜ ਡੀ ਨੂੰ ਹਟਾ ਦਿਓ, ਬਾਕੀ ਸਾਰਾ ਉਦਾਂ ਹੀ ਰਹਿਣ ਦਿਓ, ਪਰਸੈਂਟੇਜ ਡੀ ਨੂੰ ਹਟਾ ਦਿਓ। ਸਰ ਸੈਟਿੰਗ ਨਹੀਂ ਲੱਭੀ, ਸਰ ਸੈਟਿੰਗ ਕਿੱਥੇ ਕੀਤੀ ਆ? ਸਰ ਜਿੱਥੇ ਸਟੋਕਾਸਟਿਕ ਲੱਗਿਆ ਹੋਇਆ ਨਾ, ਆ ਦੇਖੋ ਮੇਰਾ ਐਰੋ ਦੀ ਨਜ਼ਰ ਆ ਰਿਹਾ ਤੁਹਾਨੂੰ? ਹਾਂਜੀ ਹਾਂਜੀ ਠੀਕ, ਇੱਥੇ ਹੈ ਜੀ। ਇਹ ਮੋਬਾਈਲ ਐਪ ਤੇ ਵੀ ਬੜੀ ਸੇਮ ਹੀ ਚੱਲੂਗਾ? ਨਹੀਂ ਸਰ ਮੋਬਾਈਲ ਐਪ ਤੇ ਨਹੀਂ, ਮੇਰੇ ਤੋਂ ਭਾਜੀ ਆ ਦੂਜਾ iOS ਡਿਵਾਈਸ ਹੀ ਆ ਭਾਜੀ, ਉਹ ਫੋਨ ਹੀ ਹੈ। सर आपका सपने में पहले दिन गया ਸੀ ਚਾਰਟ ਹਮੇਸ਼ਾ ਟ੍ਰੇਡਿੰਗ व्यू ਤੋਂ ਦੇਖਣੇ ਆ, ਇਸ ਤੋਂ ਇਲਾਵਾ ਹੋਰ ਕਿਸੇ ਵੀ ਤੁਸੀਂ ਜਗ੍ਹਾ ਤੋਂ ਚਾਰਟ ਨਾ ਦੇਖੋ ਨਾ ਤੁਸੀਂ। ਨਹੀਂ ਨਹੀਂ, ਜਿੱਦਾਂ ਆਨਲਾਈਨ ਸਰ ਕ੍ਰੋਮ ਤੇ ਖੋਲ ਲਈ ਤੇ ਜਿੱਦਾਂ ਦੂਜਾ ਕਰ ਲਈ, ਡੈਸਕਟਾਪ ਵਿਊ ਕਰ ਲਈਦਾ। ਨਹੀਂ ਹੈ ਕਿਹੜਾ ਹੈ, ਇਹੀ ਟ੍ਰੇਡਿੰਗ व्यू? ਹਾਂਜੀ ਹਾਂਜੀ ਭਾਜੀ ਹੈਗਾ ਇਹੀ ਹੈ। ਫਿਰ ਠੀਕ ਹੈ ਸਰ ਦੁਬਾਰਾ ਦੱਸਿਓ ਸਰ ਸੈਟਿੰਗ ਕਿਵੇਂ ਕਿਵੇਂ ਸਰ। ਕਰਨੀ? ਸੈਟਿੰਗ ਜਦੋਂ ਤੁਸੀਂ ਆਓਗੇ ਤਾਂ ਸਭ ਤੋਂ ਪਹਿਲਾਂ ਇਨਪੁਟਸ ਖੁੱਲੇਗਾ, ਇਨਪੁਟ ਦੇ ਵਿੱਚ ਕੀ ਕਰਨਾ, ਪਰਸੈਂਟੇਜ ਕੇ ਲੈਂਥ ਨੂੰ 15 ਕਰ ਲਓ। ਠੀਕ ਹੈ ਸਰ। ठीक है, इनपुट जो परसेंटेज ਜਿਹੜੀ k ਲੈਂਥ ਹੈ 14 ਹੋਏਗੀ, ਇਹਨੂੰ 14 ਦੀ ਜਗ੍ਹਾ ਤੇ 15 ਕਰ ਲਓ। ਸਰ ਕਰ ਲਈ ਸਰ ਅੱਗੇ। ਇਸ ਤੋਂ ਬਾਅਦ ਸਰ ਸਟਾਈਲਸ ਦੇ ਵਿੱਚ ਆ ਜਾਓ ਜੀ। ਸਟਾਈਲ ਦੇ ਵਿੱਚ ਜਿਹੜੀ ਪਰਸੈਂਟੇਜ ਡੀ ਵਾਲੀ ਟਿਕ ਹੈ ਇਹਨੂੰ ਹਟਾ ਦਿਓ। ठीक है, परसेंटेज डी वाली ਜਿਹੜੀ ਟਿਕ ਹੈ ਤੁਹਾਨੂੰ ਪਹਿਲਾਂ ਨਜ਼ਰ ਆਏਗੀ, परसेंटेज डी वाली ਟਿਕ ਨੂੰ ਹਟਾ ਦਿਓ ਤੇ ਓਕੇ ਕਰ ਦਿਓ, ਬਸ ਇੰਨੇ ਕੰਮ ਹੈ ਜੀ। ਜੇਕਰ ਆਪਾਂ ਨੂੰ ਕੀ ਚੀਜ਼ ਦੀ ਗੱਲ ਕਰਦਾ ਹੈ, ਦੇਖੋ ਆਹ ਬੈਂਡ ਹੈ, ਇੱਕ ਇਹਨਾਂ ਨਾਲ ਨਜ਼ਰ ਆ ਰਿਹਾ ਹੈ ਜੀ ਕਲਰਫੁਲ एरिया,
ਹਾਂਜੀ ਜਦੋਂ ਸਰ ਸਟੋਕਾਸਟਿਕ ਇੱਥੇ ਹੈ 20 ਦੇ ਨੇੜੇ ਤੇੜੇ ਹੈ, ਇੱਥੇ 20 ਦੀ ਲਾਈਨ ਬਣਦੀ ਹੈ, ਜਦੋਂ 20 ਦੇ ਮਿਲਾਂਗੇ, ਠੀਕ ਹੈ, ਜਦੋਂ ਉੱਪਰ ਦੁਬਾਰਾ ਦੁਬਾਰਾ ਸਰ, ਦੁਬਾਰਾ ਸੌਰੀ ਸੌਰੀ ਦੁਬਾਰਾ। ਦੇਖੋ ਸਰ, ਸਭ ਕੁਝ ਭੁੱਲ ਜਾਓ, ਇੱਕ ਇੰਡੀਕੇਟਰ ਤੇ ਆ ਜਾਓ ਬਸ। ਠੀਕ ਹੈ ਜੀ, ਕਲੀਅਰ ਨਜ਼ਰ ਆ ਰਿਹਾ? ਹਾਂਜੀ ਹਾਂਜੀ, ਇਹ ਤੋਂ ਅੱਗੇ ਸਰ। ਇੱਕ ਮਿੰਟ ਰੁਕੋ, ਮੈਂ ਦੱਸ। ਹੁਣ ਦੇਖੋ ਸਰ, ਥੋੜਾ ਤੁਹਾਨੂੰ ਜ਼ਿਆਦਾ ਕਲੀਅਰ ਨਜ਼ਰ ਆ ਰਿਹਾ ਹੋਊਗਾ। ਦੇਖੋ ਪਹਿਲੀ ਗੱਲ ਤਾਂ ਜਿਹੜਾ ਇਹ ਕਲਰ ਤੋਂ ਬਾਹਰ ਜਿਹੜਾ ਏਰੀਆ ਹੈ ਉੱਪਰਲੇ ਪਾਸੇ, ਇਹਨੂੰ ਆਪਾਂ ਕਹਿੰਦੇ ਹਾਂ ਜੀ ਓਵਰਬੋਟ ਜ਼ੋਨ। ਠੀਕ ਹੈ, ਸਰ ਕੀ ਕਹਿੰਦੇ ਆ ਜੀ ਇਹਨੂੰ, ਉੱਪਰ ਵਾਲਾ ਏਰੀਆ ਨੂੰ ਓਵਰਬੋਡੀ ਜ਼ੋਨ? ਓਵਰਬੋਟ ਸਰ, ਓਵਰਬੋਟ ਯਾਨੀ ਕਿ ਲੋੜ ਤੋਂ ਵੱਧ ਖਰੀਦਿਆ ਗਿਆ ਹੈ ਸ਼ੇਅਰ। ਠੀਕ ਹੈ, ਜਾਂ ਆਪਾਂ ਨੂੰ ਕਹਿੰਦੇ ਕਿ ਲੋੜ ਤੋਂ ਵੱਧ ਮਹਿੰਗਾ ਹੋ ਗਿਆ, ਜਾਂ ਲੋੜ ਤੋਂ ਵੱਧ ਇੱਥੇ ਲੋਕਾਂ ਨੇ ਇਹਨੂੰ ਲੋੜ ਤੋਂ ਜ਼ਿਆਦਾ ਹੀ ਖਰੀਦ ਲਿਆ। ਠੀਕ, ਜਦੋਂ ਆਪਦੇ ਏਰੀਆ ਚੋਂ ਨਿਕਲ ਜਾਂਦਾ, ਠੀਕ ਹੈ, ਜਿਹੜਾ ਤੁਹਾਨੂੰ ਪਿੱਛੇ ਕਲਰਫੁਲ ਦੀ ਸਕਰੀਨ ਦਿਖ ਰਹੀ ਹੈ, ਜਦੋਂ ਉਹਦੇ ਉੱਪਰੋਂ ਨਿਕਲ ਜਾਂਦਾ ਤੇ ਇਹਨੂੰ ਆਪਾਂ ਓਵਰਬੋਟ ਜ਼ੋਨ ਕਹਿੰਦੇ ਹਾਂ। ਕਿ ਇੱਥੇ ਆ ਦੇਖੋ, ਜਿੱਥੇ ਹੁਣ ਮੇਰਾ ਐਰੋ ਚੱਲ ਰਿਹਾ, ਇਹ ਸਾਰਾ ਓਵਰਬੋਟ ਜ਼ੋਨ ਹੈ ਕਿ ਲੋੜ ਤੋਂ ਜ਼ਿਆਦਾ ਖਰੀਦ ਲਿਆ ਲੋਕਾਂ ਨੇ। ਹੁਣ ਨੀਚੇ ਆ ਜਾਓ, ਜਦੋਂ ਨੀਚੇ ਇਹ ਨੀਚੇ ਵਾਲੇ ਬੈਂਡ ਤੋਂ ਨੀਚੇ ਹੋ ਗਿਆ, ਇਹ ਇਹਦਾ ਮਤਲਬ ਹੈ ਓਵਰਸੋਲਡ। ਕਿ ਇੱਥੇ ਇਸ ਜਗ੍ਹਾ ਤੇ ਆਪਾਂ ਨੂੰ ਲੱਗਿਆ ਕਿ ਇਹ ਇੱਥੇ ਸ਼ੇਅਰ ਬਹੁਤ ਹੀ ਜ਼ਿਆਦਾ ਸਸਤਾ ਹੋ ਗਿਆ, ਇੰਨਾ ਸਸਤਾ ਹੋਣਾ ਨਹੀਂ ਸੀ ਚਾਹੀਦਾ, ਇਹ ਕੁਝ ਜ਼ਿਆਦਾ ਹੀ ਸੋਲਡ ਹੋ ਗਿਆ। ਠੀਕ ਹੈ, ਤੇ ਆਪਾਂ ਕੀ ਤੁਸੀਂ ਬਹੁਤ ਸਸਤੀ ਚੀਜ਼ ਖਰੀਦਣਾ ਚਾਹੋਗੇ ਜਿਹੜੀ ਜ਼ਰੂਰਤ ਤੋਂ ਸਸਤੀ ਹੋ ਜੇ? ਆਪਾਂ ਨਹੀਂ ਭਾਜੀ। ਦੇਖੋ, ਆਪਾਂ ਮੰਨਦੇ ਕਿ ਸਾਨੂੰ ਸਸਤੀ ਚੀਜ਼ ਮਿਲ ਜੇ, ਬਹੁਤ ਵਧੀਆ ਗੱਲ ਹੈ, ਪਰ ਜੇ ਕੋਈ ਚੀਜ਼ ਜ਼ਰੂਰਤ ਤੋਂ ਸਸਤੀ ਹੋ ਜੇ, ਕੀ ਉਹ ਲੈਣੀ ਚਾਹੀਦੀ ਹੈ? ਨਹੀਂ ਭਾਜੀ। ਹਾਂਜੀ ਸਰ, ਸਰ ਲੈਣੀ ਚਾਹੀਦੀ ਹੈ। ਹੁਣ ਮੰਨ ਲਓ ਕੋਈ ਪਲਾਟ ਹੀ ਹੈ, ਉਹ 40 ਲੱਖ ਰੁਪਏ ਦੀ ਨਾਰਮਲ ਇੱਕ ਐਵਰੇਜ ਜੀ ਚੱਲਦੀ ਹੈ, ਆਪਾਂ ਨੂੰ 40 ਦੀ ਬਜਾਏ 38 ਦਾ ਮਿਲ ਰਿਹਾ, 39 ਦਾ ਮਿਲ ਰਿਹਾ, ਤਾਂ ਠੀਕ, ਆਪਾਂ ਕਹਿੰਦੇ ਚਲੋ ਯਾਰ ਤੁਹਾਨੂੰ 2 ਲੱਖ ਸਸਤਾ ਮਿਲ ਗਿਆ, ਕੋਈ ਗੱਲ ਨਹੀਂ। ਉਸਦੀ ਮੰਨ ਲਓ ਕੋਈ ਗੱਡੀ, ਆਪਾਂ ਕਹਿੰਦੇ ਆ ਕਿ ਕੋਈ ਆਪਾਂ ਸੈਕਿੰਡ ਹੈਂਡ ਗੱਡੀ ਲੈਣੀ ਸੀ, ਚਲੋ ਉਦਾਂ ਮਾਰਕੀਟ ਚੋਂ ਲੈਂਦੇ 5-6 ਲੱਖ ਦੀ ਮਿਲਦੀ ਹੈ, ਸਾਨੂੰ 4.5 ਲੱਖ ਦੀ ਮਿਲ ਗਈ, ਆਪਾਂ ਕਹਿੰਦੇ ਠੀਕ ਹੈ ਜੀ, ਸਸਤੀ ਮਿਲ ਗਈ। ਪਰ ਜੇ ਮੰਨ ਲਓ ਉਹੀ ਪਲਾਟ ਤੁਹਾਨੂੰ 40 ਲੱਖ ਵਾਲਾ ਬੰਦਾ ਕੋਈ ਕਵੇ ਕਿ ਯਾਰ ਮੈਨੂੰ ਤਾਂ 25 ਲੱਖ ਹੀ ਦੇ ਦੇ, ਕੀ ਤੁਸੀਂ ਖਰੀਦੋਗੇ? ਕੋਈ ਗੜਬੜ ਹੋਏਗੀ। ਆਬਵੀਅਸ ਹੈ ਨਾ। ਤਾਂ ਯਾਨੀ ਕਿ ਜਦੋਂ ਕੋਈ ਚੀਜ਼ ਜ਼ਰੂਰਤ ਤੋਂ ਸਸਤੀ, ਜ਼ਿਆਦਾ ਹੀ ਸਸਤੀ ਮਿਲਣ ਲੱਗ ਜੇ, ਤਾਂ ਉਹਦੇ ਵਿੱਚ ਕੋਈ ਨਾ ਕੋਈ ਗੜਬੜ ਹੋ ਜਾਂਦੀ ਹੈ, ਉਹ ਆਪਾਂ ਨਹੀਂ ਖਰੀਦਣੀ। ਠੀਕ ਹੈ, ਉਸੇ ਤਰ੍ਹਾਂ ਆਪਾਂ ਕਈ ਵਾਰੀ ਕੀ ਚੀਜ਼ ਦੇਖਦੇ ਹਾਂ ਕਿ ਮੰਨ ਲਓ ਪਲਾਟ ਹੈ 40 ਲੱਖ ਦਾ ਔਨ ਐਨ ਐਵਰੇਜ ਚੱਲ ਰਹੀ ਹੈ, ਮੰਨ ਲਓ ਆਪਾਂ ਨੂੰ ਪਲਾਟ ਪਸੰਦ ਆ ਗਿਆ, ਸਹੀ ਆ ਗਿਆ, ਚਲ ਜੇ ਆਪਾਂ ਨੂੰ ਉਹਦਾ 40 ਲੱਖ ਵੀ ਦੇਣਾ ਪੈ ਗਿਆ, ਆਪਾਂ ਕਹਿੰਦੇ ਕੋਈ ਗੱਲ ਨਹੀਂ ਯਾਰ, ਲੱਖ ਵੱਧ ਦੇ ਦਿਓ ਪਰ ਲੈ ਲਓ ਚੀਜ਼। ਪਰ ਜੇ ਕੋਈ ਬੰਦਾ ਉਹਦਾ 60 ਲੱਖ ਮੰਗ ਕੇ ਬਹਿ ਜਾਏ, ਫਿਰ ਤੁਸੀਂ ਦਿਓ? ਨਹੀਂ। ਆਪਾਂ ਕਹਿੰਦੇ ਠੀਕ ਹੈ ਸਰ, ਪਲਾਟ ਵਧੀਆ ਜੀ, ਸਾਨੂੰ ਪਸੰਦ ਹੈ, ਪਰ 40 ਦਾ 40 ਤਾਂ ਦੇ ਸਕਦੇ ਆ, 40 ਦਾ 60 ਤਾਂ ਇਹਨਾਂ ਦੇ ਸਕਦੇ। ਤਾਂ ਇਹ ਉਸੇ ਤਰ੍ਹਾਂ ਦੋ ਜ਼ੋਨ ਸ਼ੋ ਹੁੰਦੇ ਆ। ਨੀਚੇ ਵਾਲੇ ਨੂੰ ਆਪਾਂ ਕਹਿੰਦੇ ਆ ਓਵਰਸੋਲਡ, ਕਿ ਜ਼ਰੂਰਤ ਤੋਂ ਸਸਤਾ ਹੀ ਹੋ ਚੁੱਕਿਆ ਸ਼ੇਅਰ, ਜ਼ਰੂਰਤ ਤੋਂ ਜ਼ਿਆਦਾ ਹੀ ਵੇਚਿਆ ਜਾ ਚੁੱਕਿਆ, ਆਪਾਂ ਇੱਥੇ ਵੀ ਕੁਝ ਨਹੀਂ ਕਰਨਾਗਾ। ਤੇ ਜਦੋਂ ਇੱਥੋਂ ਉੱਪਰ ਲਾਈਨ ਤੋਂ ਉੱਪਰ ਚਲਾ ਗਿਆ, ਇਹਦਾ ਮਤਲਬ ਹੈ ਓਵਰਬੌਟ, ਕਿ ਲੋਕਾਂ ਨੇ ਜ਼ਰੂਰਤ ਤੋਂ ਜ਼ਿਆਦਾ ਹੀ ਖਰੀਦ ਲਿਆ ਇਹਨੂੰ, ਤੇ ਜ਼ਿਆਦਾ ਹੀ ਮਹਿੰਗਾ ਹੋ ਗਿਆ। ਤਾਂ ਆਪਾਂ ਇਹਨਾਂ ਦੋਨਾਂ ਏਰੀਆਜ਼ ਦੇ ਵਿੱਚ ਕੁਝ ਨਹੀਂ ਕਰਨਾ। ਹੁਣ ਆਪਾਂ ਕਰਨਾ ਕੀ ਹੈ,
ਜਦੋਂ ਇੱਥੇ ਐਂਟਰੀ ਬਣੀ, ਆਪਾਂ ਦੇਖਿਆ ਐਂਟਰੀ ਕਿੰਨੇ ਤੇ ਬਣੀ ਸਰ ਆਪਣੀ ਜੀ 2488 ਰੁਪਏ ਤੇ ਐਂਟਰੀ ਬਣੀ। ਠੀਕ ਹੈ ਕਿ ਉਹਨੇ ਐਂਟਰ ਕੀਤਾ ਆਪਦੇ ਏਰੀਆ ਦੇ ਵਿੱਚ ਸਟੋਕਾਸਟਿਕ ਨੇ 2488 ਰੁਪਏ ਸੀ ਉੱਤੇ। ਜੇ ਆਪਾਂ ਇੱਥੇ ਲੈਂਦੇ ਉਹੀ ਆਪਣਾ ਇੱਥੇ ਸਪੋਰਟ ਮਨੀ ਹੋਈ ਹੈ। ਠੀਕ ਹੈ, ਆਪਾਂ ਨੂੰ ਪਤਾ ਸੀ ਕਿ ਸਪੋਰਟ ਹੈਗੀ ਹੈ ਜੀ, ਉਧਰੋਂ ਐਂਟਰੀ ਮਿਲ ਗਈ, ਯਾਨੀ ਕਿ ਕੀ ਹੋਇਆ ਸ਼ੇਅਰ ਨੇ ਵਾਪਸ ਜਾਣਾ ਸ਼ੁਰੂ ਕੀਤਾ। ਆਪਾਂ ਨੂੰ ਡਬਲ ਕਨਫਰਮੇਸ਼ਨ ਹੋ ਗਈ ਕਿ ਸਪੋਰਟ ਲੈ ਗਿਆ ਸ਼ੇਅਰ, ਉਧਰੋਂ ਸਟੋਕਾਸਟਿਕ ਉੱਪਰ ਨੂੰ ਜਾਣ ਲੱਗ ਪਿਆ, ਯਾਨੀ ਕਿ ਹੁਣ ਜਿਹੜੀ ਉਹਦੀ ਡਾਇਰੈਕਸ਼ਨ ਹੈ ਉਹ ਸਪੋਰਟ ਨੂੰ ਤੋੜੇਗੀ ਨਹੀਂ, ਉਹ ਉੱਪਰ ਵੱਲ ਨੂੰ ਜਾਣ ਦੀ ਡਾਇਰੈਕਸ਼ਨ ਹੈ। ਤਾਂ ਆਪਾਂ ਕੀ ਕੀਤਾ, ਆਪਣੇ ਕੋਲ ਕਨਫਰਮੇਸ਼ਨ ਹੋਈ, ਆਪਾਂ ਉਹਨੂੰ ਅੱਗੇ ਲੈ ਕੇ ਚੱਲੇ। ਹੁਣ ਇੱਥੇ ਦੇਖੋ ਸ਼ੇਅਰ ਰੈਜ਼ਿਸਟੈਂਸ ਕ੍ਰੀਏਟ ਕਰ ਰਿਹਾ ਸੀਗਾ, ਆਪਾਂ ਦੇਖਿਆ ਕਿ ਤੇ ਰੈਜ਼ਿਸਟੈਂਸ ਮਿਲ ਰਹੀ ਹੈ ਉਹਨੂੰ ਵਾਰ-ਵਾਰ, ਤੇ ਉਸੇ ਤਰ੍ਹਾਂ ਉਹੀ ਹੁਣ ਜਿਹੜੀ ਪਹਿਲਾਂ ਰੈਜ਼ਿਸਟੈਂਸ ਸੀ ਉਹੀ ਅੱਜ ਕੀ ਹੋ ਗਈ ਸਪੋਰਟ ਬਣ ਗਈ। ਠੀਕ ਹੈ, ਤੇ ਜਦੋਂ ਤੁਸੀਂ ਸਟੋਕਾਸਟਿਕ ਨੂੰ ਚੈੱਕ ਕਰਦੇ ਹੋ ਨੀਚੇ ਐਂਟਰ ਕਰ ਰਿਹਾ, ਤਾਂ ਆਪਾਂ ਨੂੰ ਪਤਾ ਲੱਗਿਆ ਕਿ ਇੱਥੋਂ ਸ਼ੇਅਰ ਨੇ ਸਪੋਰਟ ਲੈ ਲੈਣੀ ਹੈ, ਡਬਲ ਕਨਫਰਮੇਸ਼ਨ ਹੋ ਗਈ ਆਪਾਂ ਨੂੰ। ਤਾਂ ਹੁਣ ਆਪਾਂ ਉਹਦੀ ਬਾਇੰਗ ਦੇ ਲਈ ਸੋਚ ਸਕਦੇ ਹਾਂ। ਠੀਕ ਹੈ ਜੀ, ਇਹ ਜਿਹੜਾ ਨੀਚੇ ਭਾਜੀ ਬਣਦੀ ਆ ਇੰਡੀਕੇਟਰ ਬਣਦਾ, ਇਹ ਕਰੰਟ ਸਿਨੈਰੀਓ ਤੋਂ ਵੀ ਬਣਦੀ ਹੈ, ਅੱਗੇ ਬਣ ਜਾਂਦਾ ਪ੍ਰੋਪਰ ਅੱਛਾ ਆਪਾਂ ਕਿ ਥੋੜਾ ਥੋੜਾ ਕਰਕੇ ਨਹੀਂ ਬਣਦਾ? ਆਪਾਂ ਐਂਡ ਤੱਕ ਜਾਵਾਂਗੇ, ਤੁਹਾਨੂੰ ਮੈਂ ਦੱਸਦਾ। ਪਹਿਲਾਂ ਇੱਕ ਵਾਰੀ ਆਪਾਂ ਓਕੇ ਓਕੇ ਫਿਰ ਭਾਜੀ, ਆਪਾਂ ਅੱਜ ਦੇ ਸਿਨੈਰੀਓ ਤੱਕ ਲੈ ਕੇ ਚੱਲਦੇ ਹਾਂ। ਠੀਕ ਹੈ ਭਾਜੀ, ਠੀਕ। ਤੇ ਜਿੱਥੇ ਆਪਾਂ ਨੂੰ ਅੱਗੇ ਰੈਜ਼ਿਸਟੈਂਸ ਮਿਲੂਗੀ ਉੱਥੇ ਤੁਸੀਂ ਵੇਚ ਦੇਣਾ। ਠੀਕ ਹੈ, ਹੁਣ ਦੇਖੋ ਇੱਥੇ ਆਇਆ ਇਹ, ਆਪਾਂ ਕੀ ਦੇਖਿਆ ਕਿ ਜਿਹੜਾ ਸ਼ੇਅਰ ਪੂਰਾ ਉੱਪਰ ਤੱਕ ਨਹੀਂ ਗਿਆ ਤਾਂ ਹਨਾ, ਸਟੋਕਾਸਟਿਕ ਜਦੋਂ ਆਪਾਂ ਦੇਖਿਆ ਸਟੋਕਾਸਟਿਕ ਉਹਨੇ ਆਪਦੀ ਲਾਈਨ ਨੂੰ ਉੱਪਰ ਤੱਕ ਕਲੀਅਰ ਨਹੀਂ ਕੀਤਾ ਗਿਆ, ਓਵਰਬੋਟ ਸੈਕਸ਼ਨ ਚ ਨਹੀਂ ਗਿਆ ਉਹ। ਠੀਕ ਹੈ, ਉਹ ਕਿਉਂਕਿ ਆਪ ਉੱਥੇ ਕੀ ਹੋ ਗਿਆ, ਉਹਨੂੰ ਰੈਜ਼ਿਸਟੈਂਸ ਮਿਲ ਗਈ, ਉਧਰੋਂ ਦਾ ਰੈਜ਼ਿਸਟੈਂਸ ਮਿਲ ਗਈ, ਉੱਥੋਂ ਆਪਣਾ ਸਟੋਕਾਸਟਿਕ ਨੀਚੇ ਆਉਣਾ ਸ਼ੁਰੂ ਹੋ ਗਿਆ। ਤਾਂ ਆਪਾਂ ਨੂੰ ਇੱਥੋਂ ਇੱਕ ਕਨਫਰਮੇਸ਼ਨ ਮਿਲੀ ਕਿ ਇਸ ਤੋਂ ਵੱਧ ਉੱਪਰ ਸ਼ੇਅਰ ਨੇ ਨਹੀਂ ਜਾਣਾ, ਤਾਂ ਆਪਾਂ ਨੂੰ ਉੱਥੇ ਜਾ ਕੇ ਕੀ ਕਰਤਾ ਸੈਲ ਕਰਤਾ। ਅਗੇਨ ਆਪਾਂ ਕੀ ਹੋਇਆ, ਆਪਣੇ ਕੋਲੇ ਦੋ ਚੀਜ਼ਾਂ ਦੀ ਕਨਫਰਮੇਸ਼ਨ ਹੋਈ ਕਿ ਉੱਪਰੋਂ ਰੈਜ਼ਿਸਟੈਂਸ ਵੀ ਖਾਦੀ ਸ਼ੇਅਰ ਨੇ, ਤੇ ਨੀਚੋਂ ਆਪਾਂ ਨੂੰ ਸਟੋਕਾਸਟਿਕ ਨੇ ਦੱਸਤਾ ਵੀ ਨੀਚੇ ਮੁੜਨਾ ਸ਼ੁਰੂ ਹੋ ਗਿਆ, ਇਹ ਉੱਪਰ ਨਹੀਂ ਜਾਊਗਾ। ਤਾਂ ਆਪਾਂ ਦੋ ਚੀਜ਼ਾਂ ਦੀ ਕਨਫਰਮੇਸ਼ਨ ਲੈ ਕੇ ਚੱਲੇ, ਆਪਾਂ ਕੱਲਾ ਰੈਜ਼ਿਸਟੈਂਸ ਨਹੀਂ ਦੇਖਿਆ, ਆਪਾਂ ਕੱਲਾ ਇੰਡੀਕੇਟਰ ਨਹੀਂ ਦੇਖਿਆ, ਦੋਵਾਂ ਨੂੰ ਮਿਲਾਇਆ, ਦੋਵਾਂ ਨੇ ਆਪਾਂ ਨੂੰ ਸੇਮ ਚੀਜ਼ ਦੱਸੀ। ठीक है, ऊपर रेजिस्टेंस कहता है कि नीचे जाऊंगा शेयर, उधरों अपने स्टोकास्टिक ने कहता है कि नीचे जाऊंगा शेयर। तो कंफर्मेशन अपने कोले ज्यादा होगी, तो आपा की कीता हूं ਉੱਥੇ ਜਾ ਕੇ रेजिस्टेंस ਤੇ ਜਾ ਕੇ ਸੇਲ ਕਰਨਾ। ਠੀਕ ਹੈ ਜੀ, ਇਹ ਗੱਲ ਸਮਝ ਆਈ ਸਰ? ਜਿਹੜਾ ਥੱਲੇ ਵਾਲਾ ਗ੍ਰਾਫ ਹੈਗਾ ਜੀ, ਇਹ ਸਰ ਉੱਪਰ ਵਾਲੇ ਕਰੋਸਪੋਂਡਿੰਗ ਬਣਦਾ ਸਰ, ਦੋਨੋਂ ਇੰਡੀਵਿਜੂਅਲੀ ਡਰਾ ਹੋ ਰਹੇ ਨੇ ਜੀ ਇਹ ਸਰ? ਵਿਦ ਰਿਸਪੈਕਟ ਟੂ ਮਤਲਬ ਇਚ ਅਦਰ ਬਣ ਰਹੇ ਨੇ ਜੀ, ਕਿਵੇਂ ਨੇ ਜੀ? ਬੇਸਿਕਲੀ ਇਹਦੇ ਪਿੱਛੇ ਬਹੁਤ ਸਾਰੀਆਂ ਚੀਜ਼ਾਂ ਐਡ ਹੁੰਦੀਆਂ ਨੇ ਜੀ, ਇਹ ਚ ਵੋਲਿਊਮ ਵਗੈਰਾ ਦੇਖਿਆ ਜਾਂਦਾ, ਪ੍ਰਾਈਸ ਦੇਖਿਆ ਜਾਂਦਾ, ਸ਼ੇਅਰ ਦਾ ਕਿਵੇਂ ਕਿਵੇਂ ਚੱਲ ਰਿਹਾ, ਉਹਦੇ ਪਿੱਛੇ ਵੋਲਿਊਮ ਕਿੰਨਾ ਉਹਦਾ ਹੈਗਾ, ਹਾਂਜੀ ਹਨਾ। ਤਾਂ ਇਹਦੇ ਬੈਕ ਐਂਡ ਤੇ ਬਹੁਤ ਸਾਰੀ ਮਸ਼ੀਨਰੀ ਕੰਮ ਕਰਦੀ ਹੈ, ਪਰ ਆਪਾਂ ਨੂੰ ਇਹ ਕੈਲਕੂਲੇਸ਼ਨਸ ਹੈ, ਜਿਹੜੇ ਇਹ ਇੰਡੀਕੇਟਰ ਹੈ ਬੇਸਿਕਲੀ ਇਹਨਾਂ ਦੇ ਬੈਕ ਐਂਡ ਤੇ ਸਾਰੀਆਂ ਕੈਲਕੂਲੇਸ਼ਨਸ ਹੁੰਦੀਆਂ, ਤੇ ਉਹਦੇ ਬੇਸਿਸ ਤੇ ਆਪਾਂ ਨੂੰ ਇੱਕ ਇੰਡੀਕੇਟਰ ਮਿਲ ਜਾਂਦਾ ਕਿ ਪ੍ਰਾਈਸ ਜੋ ਵੀ ਉੱਪਰ ਜਾ ਰਿਹਾ, ਆਪਣਾ ਇਹਦਾ ਨੀਚੇ ਜਿਹੜਾ ਸ਼ੇਅਰ ਹੈ, ਸੌਰੀ ਆਪਣਾ ਇੰਡੀਕੇਟਰ ਹੈ, ਉਹਦੇ ਬੇਸਿਸ ਤੇ ਫਿਰ ਆਪਾਂ ਇੱਕ ਆਈਡੀਆ ਲੈ ਲੈਂਦੇ ਆ ਕਿ ਹਾਂ ਵਾਕਈ ਜੋ ਚੀਜ਼ ਉੱਪਰ ਨੂੰ ਜਾ ਰਹੀ ਹੈ ਨੀਚੇ ਨੂੰ ਜਾ ਰਹੀ ਹੈ, तो कितना ਦਾ ਕੰਮ ਚੱਲ ਰਿਹਾ ਹੈਗਾ, ਕੀ ਚੱਲ ਰਿਹਾ ਉਹਦੇ ਵਿੱਚ। ਨਹੀਂ ਸਰ, ਮੇਰਾ ਕੁਐਸਚਨ ਸੀਗਾ ਕਿ ਜਿੱਦਾਂ ਆਪਾਂ ਨੇ ਪਹਿਲਾਂ ਆਪਣਾ ਹੈ ਨਾ ਜੀ, ਆਪਾਂ ਕੈਂਡੀਡੇਟ ਆਪਣਾ ਡਾਇਗਰਾਮ ਬਣਾ, ਆਪਣਾ ਰੈਜ਼ਿਸਟੈਂਸ ਵਗੈਰਾ ਲਾਏ ਹੋਏ ਨੇ ਜੀ, ਜਿਹੜਾ ਥੱਲੇ ਇਹ ਬੜਾ ਪਲੋਟ ਹੋ ਰਿਹਾ ਜੀ ਗ੍ਰਾਫ, ਦੋਨੋਂ ਮੇਰਾ ਮਤਲਬ ਦੋਨੋਂ ਅਲੱਗ-ਅਲੱਗ ਹੈ ਜੀ, ਦੋਨਾਂ ਦੇ ਜਿਹੜੇ ਸੋਰਸ ਅਲੱਗ-ਅਲੱਗ ਨੇ ਦੋਨਾਂ ਦੇ, ਮੈਂ ਇਹ ਗੱਲ ਪੁੱਛ ਰਿਹਾ। ਅਲੱਗ-ਅਲੱਗ ਨਹੀਂ, ਦੇਖੋ ਉੱਪਰ ਕੀ ਚੱਲ ਰਿਹਾ, ਉੱਪਰ ਤਾਂ ਸਿਰਫ ਕੁਝ ਨਹੀਂ, ਉੱਪਰ ਤਾਂ ਸਿਰਫ ਪ੍ਰਾਈਸ ਚੱਲ ਰਿਹਾ ਹੈ। ਜੀ ਜੀ ਜੀ, ਬਿਲਕੁਲ ਬਿਲਕੁਲ, ਹਾਂਜੀ। ਜਿਹੜਾ ਨੀਚੇ ਵਾਲਾ ਇੰਡੀਕੇਟਰ ਹੈ ਉਹ ਬੈਕ ਐਂਡ ਤੇ ਜਿਵੇਂ ਉਹੀ ਗੱਲ ਨਾ, ਹੁਣ ਮੰਨ ਲਓ ਅਜੇ ਆਪਾਂ ਨੂੰ ਇਹ ਪਤਾ ਲੱਗ ਜੇ ਕਿ ਬਹੁਤ ਸਾਰੇ ਲੋਕੀ ਰਿਲਾਇੰਸ ਨੂੰ ਖਰੀਦਣਾ ਚਾਹੁੰਦੇ ਆ, ਠੀਕ ਹੈ, ਤਾਂ ਪ੍ਰਾਈਸ ਉੱਪਰ ਨੂੰ ਜਾਊਗਾ ਕਿ ਨਹੀਂ ਜਾਊਗਾ? ਹਾਂਜੀ ਬਿਲਕੁਲ ਸਰ, ਬਿਲਕੁਲ, ਹਾਂਜੀ। ਜਿਹੜਾ ਆਪਾਂ ਚਾਰਟ ਦੇ ਉੱਪਰ ਦੇਖਿਆ ਉਹ ਤਾਂ ਆਪਾਂ ਸਿਰਫ ਪ੍ਰਾਈਸ ਨੂੰ ਉੱਪਰ ਜਾਂਦੇ ਨੂੰ ਦੇਖਿਆ, ਆਪਾਂ ਉਹਦੇ ਬੈਕ ਐਂਡ ਤੇ ਆਰਡਰ ਤਾਂ ਨਹੀਂ ਦੇਖੇ ਕਿੰਨੇ ਲੋਕਾਂ ਨੇ ਲਾਏ ਸੀ, ਕਿੰਨੇ ਲੋਕਾਂ ਨੇ ਨਹੀਂ ਲਾਏ ਸੀ। ਹਾਂਜੀ ਸਰ, ਹਾਂਜੀ ਹਾਂਜੀ। ठीक है, तो बस वो एक कैलकुलेशन है इंडिकेटर की।
ਕੀ ਕਰ ਰਿਹਾ ਸਪੋਰਟ ਲੈ ਰਿਹਾ, ਠੀਕ ਹੈ। ਹੁਣ ਜੇ ਆਪਾਂ ਕੀ ਕੀਤਾ ਨੀਚੇ ਸਟੋਕਾਸਟਿਕ ਦੇਖਦੇ, ਜੇ ਸਟੋਕਾਸਟਿਕ ਮੰਨ ਲਓ ਇੱਥੇ ਵੀ ਵਾਪਸ ਮੁੜ ਜਾਂਦੀ ਹੈ, ਹੋਰ ਨੀਚੇ ਨਹੀਂ ਜਾਂਦੀ, ਇੱਥੇ ਹੀ ਉਹਨੇ ਵਾਪਸ ਲੈ ਲਿਆ, ਤਾਂ ਹੋ ਸਕਦਾ ਸ਼ੇਅਰ ਇਸੇ ਸਪੋਰਟ ਤੇ ਵਾਪਸ ਮੁੜ ਜੇ। ਤਾਂ ਆਪਾਂ ਇੱਕੋ ਚੀਜ਼ ਤੇ ਨਿਰਭਰ ਨਹੀਂ ਰਹੇ, ਆਪਾਂ ਸਟੋਕਾਸਟਿਕ ਨੂੰ ਵੀ ਦੇਖਿਆ, ਠੀਕ ਹੈ। ਆਪਾਂ ਦੇਖਿਆ ਕਿ ਮੰਨ ਲਓ ਕੱਲ ਨੂੰ ਸਟੋਕਾਸਟਿਕ ਇੱਥੋਂ ਹੀ ਇੱਕਦਮ ਯੂ ਟਰਨ ਲੈ ਕੇ ਵਾਪਸ ਉੱਪਰ ਨੂੰ ਜਾਣਾ ਸ਼ੁਰੂ ਹੋ ਗਿਆ, ਤਾਂ ਹੋ ਸਕਦਾ ਆਪਣਾ ਸ਼ੇਅਰ ਇਸੇ ਨੂੰ ਸਪੋਰਟ ਲਵੇ ਤੇ ਵਾਪਸ ਚਲਾ ਜਾਵੇ। ਤਾਂ ਆਪਾਂ ਕੀ ਕੀਤਾ, ਆਪਾਂ ਇੱਕੋ ਚੀਜ਼ ਤੇ ਬੇਸਿਸ ਨਹੀਂ ਰਹੇ। ਹੁਣ ਸਰ ਹੁਣ ਤੁਹਾਨੂੰ ਮੈਂ ਇੱਕ ਫਾਈਨਲ ਇਹਦਾ ਕਨਕਲੂਜਨ ਦੱਸਦਾ, ਤੁਸੀਂ ਟ੍ਰੇਡ ਕਿੱਦਾਂ ਲੈਣੀ ਹੈ, ਜਿਹੜੀ ਸਭ ਤੋਂ ਆਪਣੇ ਕੋਲ ਕੰਮ ਦੀ ਗੱਲ ਹੈ। ਆਪਾਂ ਕੀ ਕੀਤਾ ਜੀ, ਆਪਾਂ ਦੇਖਿਆ ਕਿ ਸਟੋਕਾਸਟਿਕ ਜਿੰਨਾ ਚਿਰ ਅੰਦਰ ਐਂਟਰ ਨਹੀਂ ਕਰਦਾ ਆਪਦੇ ਏਰੀਆ ਦੇ, ਉਹਨਾਂ ਚਿਰ ਆਪਾਂ ਬਾਈ ਨਹੀਂ ਕਰਨਾ, ਸਭ ਤੋਂ ਪਹਿਲੀ ਗੱਲ, ਠੀਕ ਹੈ। ਉਹ ਸਪੋਰਟ ਤੇ ਖੜਿਆ, ਠੀਕ ਹੈ, ਕੋਈ ਗੱਲ ਨਹੀਂ। ਵੈਸੇ ਆਪਾਂ ਨੂੰ ਪਤਾ ਕਿ ਸਪੋਰਟ ਤੇ ਖੜਿਆ ਉਹ ਸ਼ੇਅਰ ਤਾਂ ਬਾਈ ਕਰ ਲਓ, ਰੈਜ਼ਿਸਟੈਂਸ ਤੇ ਜਾ ਕੇ ਸੈਲ ਕਰ ਦਿਓ, ਪਹਿਲੀ ਚੀਜ਼ ਤੇ ਹੁੰਦੀ ਹੈ। ਪਰ ਆਪਾਂ ਉਹਨੂੰ ਜ਼ਿਆਦਾ ਕਨਫਰਮ ਕਰਨ ਲਈ ਕੀ ਕਰਨਾ, ਜਿੰਨਾ ਚਿਰ ਸਰ ਤੁਹਾਡਾ ਸਟੋਕਾਸਟਿਕ ਹੈ ਜੀ ਆਪਦੇ ਐਂਟਰ ਨਹੀਂ ਕਰਦੇ ਏਰੀਆ ਦੇ ਅੰਦਰ, ਤੁਸੀਂ ਉਹਨਾਂ ਜਿਹੜੇ ਇੱਥੇ ਬਾਈ ਨਹੀਂ ਕਰਨਾ। ਜਿੱਦਾਂ ਹੀ ਉਹਨੇ ਬਾਈ ਕੀਤਾ ਆਪਾਂ ਐਂਟਰ ਕਰ ਲਵਾਂਗੇ। ਆਪਾਂ ਦੇਖਿਆ ਕਿ ਸਪੋਰਟ ਤੋਂ ਉਹਨੇ ਸਪੋਰਟ ਲਈ ਵਾਪਸ ਮੰਨ ਜਾਣਾ ਸ਼ੁਰੂ ਹੋਇਆ, ਨੀਚੇ ਆਪਾਂ ਨੂੰ ਸਟੋਕਾਸਟਿਕ ਨੇ ਵੀ ਉਹਦੀ ਐਂਟਰੀ ਬਣ ਗਈ ਹੈ, ਆਪਾਂ ਨੂੰ ਬਾਈ ਕਰ ਲਾਂਗੇ। ਹੁਣ ਬਾਈ ਕਰਨ ਤੋਂ ਬਾਅਦ ਆਪਾਂ ਕੀ ਦੇਖਿਆ, ਆਪਣੇ ਕੋਲੇ ਪਹਿਲੀ ਰੈਜ਼ਿਸਟੈਂਸ ਹੈ, ਠੀਕ ਹੈ, ਆਪਾਂ ਰੈਜ਼ਿਸਟੈਂਸ ਤੱਕ ਪਹੁੰਚੇ, ਠੀਕ। ਆਪਾਂ ਫਿਰ ਸਟੋਕਾਸਟਿਕ ਨੂੰ ਚੈੱਕ ਕਰਾਂਗੇ ਕਿ ਜੇ ਸਟੋਕਾਸਟਿਕ ਹਜੇ ਉੱਪਰ ਵਾਲਾ ਦਾ ਹੀ ਸਾਈਨ ਦੇ ਰਿਹਾ, ਉਹ ਹੋਰ ਉੱਪਰ ਵੱਲ ਨੂੰ ਜਾ ਰਿਹਾ, ਤਾਂ ਆਪਾਂ ਨੂੰ ਉੱਥੇ ਬਾਈ ਸੈਲ ਨਹੀਂ ਕਰਾਂਗੇ। ਆਪਾਂ ਨੂੰ ਪਤਾ ਕਿ ਰੈਜ਼ਿਸਟੈਂਸ ਟੁੱਟ ਸਕਦੀ ਹੈ ਕਿਉਂਕਿ ਸਟੋਕਾਸਟਿਕ ਉੱਪਰ ਵੱਲ ਨੂੰ ਜਾ ਰਿਹਾ। ਜੇ ਸਟੋਕਾਸਟਿਕ ਨੇ ਨੀਚੇ ਨੂੰ ਆਉਣਾ ਸ਼ੁਰੂ ਕਰਤਾ, ਹੁਣ ਕਈ ਵਾਰੀ ਕੀ ਹੁੰਦਾ ਸਟੋਕਾਸਟਿਕ ਮਿਡ ਚੋਂ ਹੀ ਨੀਚੇ ਆਉਂਦਾ, ਪੂਰਾ ਉੱਪਰ ਤੱਕ ਨਹੀਂ ਜਾਂਦਾ। ਮੰਨ ਲਓ ਜਿਵੇਂ ਇੱਥੇ ਸੀ, ਉਹ ਉੱਪਰ ਤੱਕ ਪੂਰਾ ਨਹੀਂ ਗਿਆ, ਉੱਥੋਂ ਵਾਪਸ ਆ ਗਿਆ, ਠੀਕ ਹੈ। ਤਾਂ ਆਪਾਂ ਕੀ ਦੇਖਿਆ, ਉੱਥੋਂ ਉਹਦੇ ਤੋਂ ਕੀ ਹੋਇਆ, ਉਹ ਰੈਜ਼ਿਸਟੈਂਸ ਟੁੱਟ ਨਹੀਂ ਪਾਈ, ਉਹ ਵਾਪਸ ਨੀਚੇ ਆ ਗਿਆ। ਪਰ ਜੇ ਆਪਾਂ ਦੇਖਦੇ ਹਾਂ ਕਿ ਮੰਨ ਲਓ ਸਟੋਕਾਸਟਿਕ ਇੱਥੇ ਤੱਕ ਪਹੁੰਚਿਆ, ਰੈਜ਼ਿਸਟੈਂਸ ਤੱਕ ਸ਼ੇਅਰ ਪਹੁੰਚ ਚੁੱਕਿਆ, ਹਜੇ ਹੋਰ ਉੱਪਰ ਨੂੰ ਜਾ ਰਿਹਾ ਸਟੋਕਾਸਟਿਕ, ਤੋਂ ਆਦੀ ਰੈਜ਼ਿਸਟੈਂਸ ਤੋੜੂਗਾ, ਆਪਾਂ ਨੂੰ ਹੋਲਡ ਕਰਕੇ ਚੱਲਾਂਗੇ, ਇੱਥੇ ਸੈਲ ਨਹੀਂ ਕਰਾਂਗੇ, ਉਹ ਹੋਰ ਉੱਪਰ ਜਾਊਗਾ। ਜਿੰਨਾ ਚਿਰ ਸਟੋਕਾਸਟਿਕ ਮੰਨ ਲਓ ਸਟੋਕਾਸਟਿਕ ਉੱਪਰ ਜਾਣਾ ਜਾਂਦਾ, ਉੱਪਰ ਨਿਕਲ ਗਿਆ, ਆਪਾਂ ਇੱਥੇ ਵੀ ਇਹਨੂੰ ਸੈਲ ਨਹੀਂ ਕਰਨਾ। ਸੈਲ ਉਦੋਂ ਕਰਨਾ ਜਦੋਂ ਉਹ ਵਾਪਸ ਆਪਦੀ ਇੱਥੋਂ ਐਂਟਰੀ ਕਰੂਗਾ, ਆਪਾਂ ਉਹਨੂੰ ਸੈਲ ਕਰ ਦੇਣਾ, ਠੀਕ ਹੈ। ਆਪਾਂ ਪੂਰਾ ਪ੍ਰੋਫਿਟ ਲੈ ਕੇ ਬਾਹਰ ਉੱਪਰ ਜਦੋਂ ਇੱਕ ਮਿੰਟ ਰੁਕ ਜਾਓ। ਆਪਾਂ ਪੂਰਾ ਪ੍ਰੋਫਿਟ ਲੈ ਕੇ ਬਾਹਰ ਨਿਕਲਣਾ, ਆਪਾਂ ਡਰ ਕੇ ਬਾਹਰ ਨਹੀਂ ਨਿਕਲਣਾ ਵੀ ਹਾਈ ਥੋੜਾ ਜਿਹਾ ਪ੍ਰਾਈਸ ਨੀਚੇ ਗਿਰ ਗਿਆ, ਹਾਈ ਇतना ਹੋ ਗਿਆ। ਆਪਾਂ ਇੰਡੀਕੇਟਰ ਕਰ ਹੀ ਇਸ ਕਰਕੇ ਰਹੇ हैं ਕਿ ਸਹੀ ਜਗ੍ਹਾ ਤੇ ਆਪਾਂ ਨੂੰ ਐਂਟਰੀ ਮਿਲ ਜੇ ਤੇ ਸਹੀ ਜਗ੍ਹਾ ਤੇ ਆਪਾਂ ਐਗਜ਼ਿਟ ਹੋ ਜਾਈਏ, ਠੀਕ ਹੈ। ਉਧਰੋਂ ਆਪਣੇ ਲੈਵਲਸ ਲੱਗੇ ਹੋਏ ਆ, ਇਹ ਨਾ ਹੋਵੇ ਤੁਸੀਂ ਕੱਲਾ ਸਪੋਰਟ ਰੈਜ਼ਿਸਟੈਂਸ ਲਗਾਓ ਹੀ ਨਾ ਤੇ ਸਿਰਫ ਸਟੋਕਾਸਟਿਕ ਨੂੰ ਲੈ ਕੇ ਚੱਲੋ, ਕੱਲਾ ਸਟੋਕਾਸਟਿਕ ਕਿਸੇ ਕੰਮ ਦਾ ਨਹੀਂ ਹੈਗਾ ਸਰ, ਠੀਕ ਹੈ। ਸਪੋਰਟ ਲੈਵਲ ਤੁਹਾਡੇ ਲੱਗੇ ਹੋਏ ਆ ਜੀ, ਸਪੋਰਟ ਐਂਡ ਰੈਜ਼ਿਸਟੈਂਸ ਹੈ, ਤੇ ਇਦੋਂ ਨਾਲ ਸਟੋਕਾਸਟਿਕ ਹੈ, ਸਭ ਤੋਂ ਬੈਸਟ ਜੋੜੀ ਮੰਨੀ ਜਾਂਦੀ ਹੈ ਇਹ ਸਵਿੰਗ ਟ੍ਰੇਡ ਦੇ ਲਈ। ਹੁਣ ਸਮਝੀ, ਹੁਣ ਭਾਜੀ ਜਿਹੜਾ ਉਹਨਾਂ ਦਾ ਇਹ ਕੁਐਸਚਨ ਹੈਗਾ, ਜਦੋਂ ਉਹ ਬਾਹਰ ਜਾ ਰਿਹਾ ਤਾਂ ਉੱਪਰ ਜਾ ਕੇ ਸਭ ਤੋਂ ਹਾਈ ਟੌਪ ਪ੍ਰਾਈਸ ਤੇ ਆਪਾਂ ਉਦੋਂ ਸੇਲ ਨਹੀਂ ਕਰ ਸਕਦੇ? ਨਹੀਂ ਸਰ, ਪਤਾ ਕੀ ਹੈ ਉਹ ਹੁਣ ਤੁਹਾਨੂੰ ਕੀ ਪਤਾ ਕਿ ਟੌਪ ਕਿੱਥੇ ਹੈ ਜੀ, ਉਹ ਉੱਪਰ ਚਲਾ ਗਿਆ, ਠੀਕ ਹੈ। ਹੋ ਸਕਦਾ ਕਿ ਉੱਪਰ ਹੁੰਦਾ ਬਹੁਤ ਉੱਪਰ ਤੱਕ ਨਿਕਲ ਜੇ। ਆਪਾਂ ਨੂੰ ਮੰਨ ਲਓ ਆਪਾਂ ਕੀ ਕੀਤਾ, ਦੇਖੋ ਆਪਾਂ ਇਹ ਹੋ ਸਕਦਾ ਕਿ ਜਦੋਂ ਉਹਨੂੰ ਉੱਪਰ ਨਿਕਲਿਆ ਓਵਰਸੋਲਡ ਜ਼ੋਨ ਦੇ ਵਿੱਚ ਨਾ, ਸੌਰੀ ਓਵਰਬੌਟ ਜ਼ੋਨ ਦੇ ਵਿੱਚ ਨਿਕਲਿਆ, ਉਹ 100 ਰੁਪਏ ਹੋ ਗਿਆ। ਮੰਨ ਲਓ ਕਿ ਸ਼ੇਅਰ ਸੀ ਆਪਾਂ 90 ਦਾ ਖਰੀਦ ਲਿਆ, 100 ਰੁਪਏ ਹੋ ਗਿਆ। ਪਰ ਜਦੋਂ ਉਹਨੇ ਆਪਦਾ ਦੁਬਾਰਾ ਐਂਟਰੀ ਕੀਤੀ, ਉਹ ਮੰਨ ਲਓ 98 ਤੇ ਰਹਿ ਗਿਆ, ਆਪਾਂ ਕਹਿੰਦੇ ਹਾਈ ਸਰਵੇ 2 ਰੁਪਏ ਗਏ। ਪਰ ਇਹ ਵੀ ਹੋ ਸਕਦਾ ਸੀ ਨਾ ਕਿ ਉਹ ਓਵਰਬੌਟ ਜ਼ੋਨ ਚੋਂ 100 ਦੀ ਬਜਾਏ 110 ਤੱਕ ਚਲਾ ਜਾਂਦਾ, ਠੀਕ ਹੈ। ਕਈ ਵਾਰ ਕੀ ਹੁੰਦਾ ਸ਼ੇਅਰ 100 ਰੁਪਏ ਤੋਂ ਉੱਪਰ ਚੱਲਦਾ 102 110 112 15 ਚਲਾ ਗਿਆ। ਇਹ ਤੋਂ ਬਾਅਦ ਜਦੋਂ ਨੇ ਵਾਪਸ ਐਂਟਰੀ ਕਰਨੀ ਹੈ, ਮੰਨ ਲਓ ਉਹ 107 ਤੇ ਐਂਟਰੀ ਕਰ ਗਿਆ ਵਾਪਸ, ਕਿੱਥੇ ਆਪਾਂ 97 ਰੁਪਏ ਦੇ ਨਿਕਲਣ ਲਈ ਤਿਆਰ ਸੀ, 100 ਰੁਪਏ ਦੇ ਨਿਕਲਣ ਲਈ ਤਿਆਰ ਸੀ, ਕਿੱਥੇ ਆਪਾਂ 107 ਰੁਪਏ ਦੇ ਨਿਕਲੇ। ਤਾਂ ਆਪਾਂ ਜਦੋਂ ਵੀ ਉੱਪਰ ਚਲਾ ਜਾਂਦਾ ਨਾ, ਤਾਂ ਆਪਾਂ ਨੂੰ ਨਹੀਂ ਪਤਾ ਉਹਦਾ ਉੱਪਰਲਾ ਟੌਪ ਕਿੱਥੇ ਹੈ। ਆਪਾਂ ਹਮੇਸ਼ਾ ਜਦੋਂ ਵਾਪਸੀ ਆ ਐਂਟਰੀ ਕਰੂਗਾ, ਹਾਂ ਹੋ ਸਕਦਾ ਕਿ ਉਹ ਹੁਣ ਇੱਥੇ ਦੇਖੋ ਜਰਾ, ਇਥੋਂ ਉਹ ਬਾਹਰ ਹੋ ਗਿਆ, ਜਦੋਂ ਬਾਹਰ ਗਿਆ ਤਾਂ ਇਸ ਤੋਂ ਬਾਅਦ ਦੇਖੋ ਸ਼ੇਅਰ ਦਾ ਪ੍ਰਾਈਸ, ਠੀਕ ਹੈ, ਇੱਕ ਤੱਕ ਰੈਜ਼ਿਸਟੈਂਸ ਸੀ। ਇਸ ਤੋਂ ਬਾਅਦ ਉਹਨੇ ਕੀ ਕੀਤਾ, ਜੇ ਮੰਨ ਲਓ ਆਪਾਂ ਇੱਥੇ ਸੇਲ ਕਰ ਦਿੰਦੇ ਤਾਂ ਆਪਾਂ ਕਹਿੰਦੇ ਸਰ ਉਹ ਤਾਂ ਠੀਕ ਹੈ ਜੀ ਬਾਹਰ ਹੋ ਗਿਆ, ਹੁਣ ਆਪਾਂ ਨੂੰ ਪੈਸਾ ਮਿਲ ਰਿਹਾ, ਸੇਲ ਕਰ ਦਿਓ। ਇਸ ਤੋਂ ਬਾਅਦ ਦੇਖੋ ਉਹਨਾਂ ਦੀ ਰੈਜ਼ਿਸਟੈਂਸ ਤੋੜੀ ਤੇ ਸ਼ੇਅਰ ਦਾ ਪ੍ਰਾਈਸ ਕਿੱਥੋਂ ਤੱਕ ਗਿਆ, ਠੀਕ ਹੈ। ਤਾਂ ਇਹ ਨਹੀਂਗਾ, ਆਪਾਂ ਇਦਾਂ ਨਹੀਂ ਸੋਚਣਾਗਾ। ਹਰ ਚੀਜ਼ ਵਿੱਚ ਨਾ ਇੱਕ ਪ੍ਰੋਪਰ ਕੈਲਕੂਲੇਸ਼ਨ ਹੁੰਦੀਆਂ ਨੇ, ਇੱਕ ਪ੍ਰੋਪਰ ਸਟ੍ਰੈਟਜੀਜ਼ ਹੁੰਦੀਆਂ ਨੇ।
ਜੇ ਤੁਸੀਂ ਸਟ੍ਰੈਟਜੀ ਤੇ ਰਹਿ ਕੇ ਨਹੀਂ ਕੰਮ ਕਰੋਗੇ ਨਾ, ਆਪਾਂ ਮਨ ਥੋੜੀ ਸੋਚ ਠੀਕ ਹੈ ਵੀ ਸਰ ਹੋ ਸਕਦਾ 2 ਰੁਪਏ ਦਾ ਸਾਨੂੰ ਉਹ ਵੱਧ ਪ੍ਰੋਫਿਟ ਹੋ ਜਾਂਦਾ, ਠੀਕ ਹੈ, ਪਰ ਆਪਾਂ ਇੱਕ ਦਿਨ ਨਾ ਹੋਵੇ ਕਿ ਆਪਾਂ 2 ਰੁਪਏ ਦਾ ਵੱਧ ਪ੍ਰੋਫਿਟ ਕਰਨ ਦੇ ਲਾਲਚ ਆਪਾਂ ਬਾਕੀ 7 ਰੁਪਏ ਗਵਾ ਲੈਂਦੇ, ਤਾਂ ਉਹ ਚੀਜ਼ ਨਹੀਂ ਕਰਨੀ ਆਪਾਂ। ਹੁਣ ਗੱਲ ਸਮਝ ਆਈ ਸਰ? ਹਾਂਜੀ ठीक है, लालच नहीं करना, स्ट्रेटजीज है बहुत बढ़िया टेस्टेड स्ट्रेटजीज ने, मेरे खुद के ट्रेड इन्हां दे बेसिस ते चलदे आ, तां ही मैं ਤੁਹਾਨੂੰ ਇਹ ਕਰਵਾ ਰਿਹਾ ਹਾਂ। ਇਹ ਕੋਈ YouTube ਤੇ ਚੱਕੀ ਹੋਈ स्ट्रेटजी नहीं या ਉਹਦਾ ਨਹੀਂ ਹੈਗੀ ਜੀ, ਠੀਕ ਹੈ। ਇਹ ਮੇਰਾ ਸ਼ੇਅਰ ਹੈ ਗਲੋਬਸ, ਠੀਕ ਹੈ। ਗਲੋਬਸ ਦੇ ਵਿੱਚ ਮੈਂ ਕੀ ਕੀਤਾ, ਸਿਰਫ ਕੀ ਕੀਤਾ, ਸਟੋਕਾਸਟਿਕ ਲਗਾਇਆ ਤੇ ਆਪਦੇ ਪੈਟਰਨ ਬਣਾਏ, ਉਸ ਚਲੋ ਹਨਾ ਉਹਦੇ ਅਕੋਰਡਿੰਗ ਆਪਾਂ ਕਰ ਲਿਆ। ਤੇ ਦੇਖੋ ਹੁਣ ਤੁਸੀਂ ਮੈਨੂੰ ਹਜੇ ਤੱਕ ਮੈਨੂੰ ਪ੍ਰੋਫਿਟ ਚੱਲ ਰਿਹਾ ਹੈ ਇਹਦੇ ਵਿੱਚ। ਸਪੋਰਟ ਐਂਡ ਰੈਜ਼ਿਸਟੈਂਸ ਲਗਾਈ ਸੀ ਕਿ ਮੈਂ ਨਾਲ ਉਹਦੇ ਨਾਲ ਸਟੋਕਾਸਟਿਕ ਚੈੱਕ ਕੀਤਾ। ਹੁਣ ਥੋੜਾ ਜਿਹਾ ਮੈਨੂੰ ਤੁਸੀਂ ਸ਼ੇਅਰ ਦੇਖ ਕੇ ਦੱਸੋ, ਓਵਰਬੌਟ ਜ਼ੋਨ ਦੇ ਵਿੱਚ ਸਟੋਕਾਸਟਿਕ ਇਹ ਕਹਿ ਰਿਹਾ ਕਿ ਓਵਰਬੌਟ ਜ਼ੋਨ ਚੱਲ ਰਿਹਾ ਹੈ, ਕੀ ਮੈਨੂੰ ਇੱਥੇ ਵੇਚ ਕੇ ਬਾਹਰ ਆ ਜਾਣਾ ਚਾਹੀਦਾ? ਤੁਹਾਨੂੰ ਨਹੀਂ ਲੱਗ ਰਿਹਾ ਕਿ ਸ਼ੇਅਰ ਥੋੜਾ ਜਿਹਾ ਹੋਰ ਉੱਪਰ ਜਾ ਸਕਦਾ? ਹਾਂਜੀ ਨਹੀਂ ਉੱਪਰ ਜਾ ਸਕਦਾ, ਠੀਕ ਹੈ ਨਾ। ਤਾਂ ਆਪਾਂ ਲਾਲਚ ਨਹੀਂ ਕਰਨਾਗਾ, ਹੋ ਸਕਦਾ 2 ਰੁਪਏ ਘੱਟ, ਹੋ ਸਕਦਾ 2 ਰੁਪਏ ਵੱਧ, ਬਟ ਅਗੇਨ ਮੈਂ ਕਹਿ ਰਿਹਾ ਆਪਾਂ ਲਾਲਚ ਚ ਨਹੀਂ ਜਾਣਾਗਾ, ਆਪਾਂ ਸਟ੍ਰੈਟਜੀਜ਼ ਦੇ ਨਾਲ ਚੱਲਣਾ, ਇਹ ਤੁਹਾਨੂੰ ਹਮੇਸ਼ਾ ਪ੍ਰੋਫਿਟੇਬਲ ਰਹਿਣਗੇ। ਹੁਣ ਦੇਖੋ ਇੱਥੇ ਜੇ ਆਪਾਂ ਨਿਫਟੀ ਦੀ ਗੱਲ ਕਰਦੇ ਹਾਂ, ਨਿਫਟੀ ਸੌਰੀ ਐਕਸਿਸ ਬੈਂਕ ਵਿੱਚ ਕੀ ਚੱਲ ਰਿਹਾ? ਹੁਣ ਇੱਥੋਂ ਹੋ ਸਕਦਾ ਸ਼ੇਅਰ ਸਪੋਰਟ ਲੈ ਲਵੇ। ਆਪਾਂ ਕੀ ਕੀਤਾ, ਆਪਾਂ ਦੇਖਿਆ ਕਿ ਸਪੋਰਟ ਲਾਈਨ ਤੇ ਖੜਿਆ ਹੈਗਾ, ਉੱਪਰ ਸਟੋਕਾਸਟਿਕ ਨੀਚੇ ਵੱਲ ਨੂੰ ਹੈ, ਠੀਕ। ਤੇ ਜੇ ਸਟੋਕਾਸਟਿਕ ਨੀਚੇ ਵੱਲ ਨੂੰ ਹੈ, ਜਦੋਂ ਇੱਥੋਂ ਹੀ ਮੰਨ ਲਓ ਨੇ ਦੁਬਾਰਾ ਇੱਥੋਂ ਕੀ ਕੀਤਾ, V ਬਣਾ ਕੇ ਉੱਪਰ ਚਲਾ ਗਿਆ, ਤਾਂ ਆਪਾਂ ਨੂੰ ਕਨਫਰਮ ਹੋ ਜਾਊਗਾ ਕਿ ਉਹ ਸਪੋਰਟ ਲੈ ਗਿਆ ਸ਼ੇਅਰ। ਜੇ ਨਾ ਵੀ ਬਣਾ ਸਕਿਆ ਸਟੋਕਾਸਟਿਕ, ਹਾਂਜੀ ਬੋਲੋ ਸਰ ਰੈਸਟ ਆਫ ਦ ਲੈਕਚਰ ਦੀ ਸਰ ਤੁਸੀਂ ਮੈਨੂੰ ਰਿਕਾਰਡਿੰਗ ਪ੍ਰੋਵਾਈਡ ਕਰ ਸਕਦੇ ਹੋ ਸਰ, ਜਿਹੜੀ ਆਪਾਂ ਗੂਗਲ ਮੀਟ ਤੇ ਕਰ ਲੈਂਦੇ ਹਾਂ? ਐਕਚੁਅਲੀ ਸਰ ਮੈਂ ਜਾਣਾ ਸੀਗਾ ਜੀ। ਰਿਕਾਰਡਿੰਗ ਨਹੀਂ, ਬਸ ਆਪਣੇ ਸਰ 10 ਮਿੰਟ ਹੋ ਰਹੇ ਸੀ। ਚਲੋ ਠੀਕ ਹੈ ਜੀ। ਆਪਾਂ ਬਸ ਕੱਲਾ ਸਟੋਕਾਸਟਿਕ ਹੀ ਕਰਨਾ, ਹੋਰ ਕੁਝ ਨਹੀਂ ਕਰਨਾ। ਜਦੋਂ ਚਲੇ ਜਾਓ, ਜੇ ਤੁਹਾਨੂੰ ਸਮਝ ਆ ਗਿਆ, ਆਪਾਂ ਬਸ ਡਾਊਟ ਹੀ ਲੈਣੇ ਆ, ਇਹ ਇੰਨੀ ਕੰਪਲੀਟ ਆਪਣਾ। ਨਹੀਂ ਚਲੋ ਕੋਈ ਨਹੀਂ ਸਰ, ਆਪਾਂ ਠੀਕ ਹੈ ਠੀਕ ਹੈ। ਡਾਊਟ ਹੈ ਤੁਸੀਂ ਮੈਨੂੰ ਪਹਿਲਾਂ ਪੁੱਛ ਲਓ, ਅਗਲੇ ਚਲੇ ਜਾਓ। ਆਪਾਂ ਅੱਜ ਬਸ ਇੰਨਾ ਹੀ ਕਰਨਾ। ਆਪਾਂ ਇੱਕ ਇੰਡੀਕੇਟਰ ਕੀਤਾ ਜਿਹਦੇ ਬੇਸਿਸ ਤੇ ਆਪਾਂ ਬਾਈ ਸੈਲ ਕਰਨਾ ਤੇ ਆਪਾਂ ਟ੍ਰੇਡ ਲੈਣਾ ਹੈ ਸਰ। ਮੈਂ ਸਭ ਨੂੰ ਕਹਿ ਰਿਹਾ ਸਰ ਇੱਕ ਸੈਕਿੰਡ ਜਰਾ, ਮੜੀ ਜਿਹੜੀ ਰੈੱਡ ਕੈਂਡਲ ਹੈ ਜੀ, ਮੈਂ ਥੋੜਾ ਕਨਫਿਊਜ਼ ਹੋ ਗਿਆ ਇਹਦੇ ਵਿੱਚ, ਇਹਦੀ ਥੋੜੀ ਡਿਸਕ੍ਰਿਪਸ਼ਨ ਦੱਸੋਗੇ ਚਾਰਟ ਦੇ ਉੱਤੇ ਹੀ, ਮੈਂ ਕਿੱਥੇ ਮਤਲਬ ਕਲੋਜ਼ ਹੋ ਰਹੀ ਹੈ, ਜੇ ਕਿੱਥੇ ਓਪਨ ਹੋ ਰਹੀ ਹੈ, ਕੋਈ ਵੀ ਰੈੱਡ ਜਿਹੜੀ ਆਪਣਾ ਵੀਰਿਸ਼ ਕੈਂਡਲ ਹੈਗੀ ਹੈ ਜੀ, ਕੋਈ ਵੀ। ਸਰ ਤੁਸੀਂ ਕੈਂਡਲ ਵਾਲੀ ਕਲਾਸ ਨਹੀਂ ਸੀ ਲਗਾਈ ਜੀ? ਸਰ ਮੈਂ ਐਕਚੁਅਲੀ ਨਾ ਜਦੋਂ ਹੁਣ ਤੁਸੀਂ ਦੱਸਿਆ ਨਾ, ਮੈਂ ਥੋੜਾ ਜਿਹਾ ਫਿਰ ਜਿਹਦਾ ਓਵਰ ਮੰਨ ਲਓ ਕੁਐਸਚਨਸ ਰਾਈਜ਼ ਹੋ ਜਾਂਦੇ ਨਾ ਮਾਈਂਡ ਦੇ ਵਿੱਚ, ਸਰ ਨਾਲ ਤਾਂ ਕਰ ਲੈ ਕਰੋ ਆਪੇ, ਨਹੀਂ ਤੇ ਟ੍ਰੇਨਿੰਗ ਤੁਹਾਨੂੰ ਬਹੁਤ ਕੰਮ ਡਿਫਿਕਲਟ ਹੋ ਜਾਏਗਾ। ਚਲੋ ਮੈਨੂੰ ਹਾਂਜੀ ਦੱਸ ਦਿੰਦਾ ਹੈਗਾ, ਜਿਹੜੀ ਵੀ ਸਰ ਰੈੱਡ ਕੈਂਡਲ ਹੁੰਦੀ ਹੈ ਜੀ, ਉਹਦਾ ਓਪਨ ਪ੍ਰਾਈਸ ਉੱਪਰ ਹੁੰਦਾ ਤੇ ਕਲੋਜ਼ਿੰਗ ਪ੍ਰਾਈਸ ਨੀਚੇ ਹੁੰਦਾ ਹੈ। ਅੱਛਾ ਵੀ ਕੈਂਡਲ ਕਿੰਨੂੰ ਕਲੀਅਰ ਨਹੀਂ ਹੈਗੀ, ਕਿਉਂਕਿ ਆਪਾਂ ਅੱਗੇ ਕਰਨਾ, ਫਿਰ ਐ ਤਾਂ ਗੱਲ ਨਹੀਂ ਨਾ ਬਣਨੀ ਜੇ ਤੁਹਾਨੂੰ ਇਹ ਤਾਂ ਕੈਂਡਲ ਨਹੀਂ ਸਰ, ਮੈਂ ਕੈਂਡਲ ਆਲਰੇਡੀ ਮੈਨੂੰ ਕਲੀਅਰ ਹੈਗੀ ਹੈ, ਮੈਂ ਜਸਟ ਉਹ ਪੁੱਛਣਾ ਸੀਗਾ ਕਿ ਜਿਹੜਾ ਉੱਪਰ ਵਾਲਾ ਵਿਕ ਹੈ ਨਾ ਜੀ, ਜਿਹੜਾ ਉੱਪਰ ਵਾਲਾ ਵਿਕ ਹੈ ਜੀ ਰੈੱਡ ਕੈਂਡਲ ਦੇ ਵਿੱਚ, ਉਹ ਕੀ ਇੰਡੀਕੇਟ ਕਰਦਾ ਹੈ? ਜਿਹੜਾ ਮੈਕਸਿਮਮ ਅਪ ਗਿਆ ਸੀ ਕਿ ਮੈਕਸਿਮਮ ਡਾਊਨ ਗਿਆ ਸੀਗਾ ਜੀ? ਮੈਕਸਿਮਮ ਅਪ ਸਰ, ਮੈਕਸਿਮਮ ਅਪ, ਬਸ ਠੀਕ ਹੈ ਠੀਕ ਹੈ ਠੀਕ ਹੈ। ਦੇਖੋ ਆਪਾਂ ਕੈਂਡਲ ਦੇਖ ਰਹੇ ਹਾਂ, ਓਪਨ ਹੋਈ, ਠੀਕ ਹੈ। ਇਹ ਦੇਖੋ ਨਾ, O ਦਾ ਮਤਲਬ ਕੀ ਹੈ? ਓਪਨ। H ਦਾ ਮਤਲਬ ਹਾਈ, L ਦਾ ਮਤਲਬ ਲੋ, C ਦਾ ਮਤਲਬ ਕਲੋਜ਼। ਜੇ ਵਿਕ ਉੱਪਰ ਨੂੰ ਆ ਤਾਂ ਉਹਦਾ ਹਾਈ ਹੀ ਸ਼ੋ ਕਰੇਗਾ ਕਿ ਮੈਕਸਿਮਮ ਕਿੰਨੀ ਉੱਪਰ ਤੱਕ ਗਈ। ਜਿਹੜੀ ਵਿਕ ਨੀਚੇ ਆ ਉਹਦਾ ਲੋ ਹੀ ਰਿਕਵਰ ਕਰਦੀ ਹੈ, ਕਿ ਲੋ ਹੀ ਦੱਸਦੇ ਕਿ ਕਿੰਨੇ ਤੱਕ ਲੋ ਗਈ। ਹਾਂ ਬਸ ਇਹ ਹੈ ਕਿ ਜਦੋਂ ਗ੍ਰੀਨ ਕੈਂਡਲ ਬਣਦੀ ਹੈ ਉਹਦਾ ਓਪਨ ਪ੍ਰਾਈਸ ਨੀਚੇ ਹੁੰਦਾ, ਕਲੋਜ਼ਿੰਗ ਪ੍ਰਾਈਸ ਉੱਪਰ ਹੁੰਦਾ। ਜਦੋਂ ਰੈੱਡ ਕੈਂਡਲ ਬਣਦੀ ਹੈ ਤਾਂ ਜਿਹੜਾ ਓਪਨ ਪ੍ਰਾਈਸ ਹੈ ਉਹ ਉੱਪਰ ਹੈ, ਕਲੋਜ਼ਿੰਗ ਨੀਚੇ ਹੁੰਦੀ ਹੈ। ਬਾਕੀ ਜਿਹੜੀਆਂ ਵਿਕ ਹੈ ਉਹ ਹਾਈ ਤੇ ਲੋ ਉਵੇਂ ਹੀ ਰਹਿੰਦੀਆਂ ਨੇ, ਠੀਕ ਹੈ। ਤੁਸੀਂ ਇਹ ਦੇਖ ਲਓ ਇੱਥੇ ਆ ਇਸ ਜਗ੍ਹਾ ਤੇ ਜਿਹੜੀ ਵੀ ਕੈਂਡਲ ਤੇ ਤੁਸੀਂ ਮੂਵ ਕਰੋਗੇ ਅਗਰ ਕਰਜ਼ਰ, ਉਹਦਾ ਓਪਨ ਹਾਈ ਲੋ ਸਾਰਾ ਉੱਥੇ ਤੁਹਾਨੂੰ ਨਜ਼ਰ ਆ ਜਾਏਗਾ। ਹੁਣ ਇਸ ਕੈਂਡਲ ਦਾ ਦੇਖੋ, ਰੈੱਡ ਵਾਲੀ ਦਾ ਓਪਨ ਕਿੰਨਾ ਸੀ ਸਰ? 790, ਕਲੋਜ਼ ਕਿੰਨਾ ਸੀ ਜੀ? 773। ਜੇ 790 ਤੋਂ ਓਪਨ ਹੋਇਆ ਤੇ 773 ਕਲੋਜ਼ ਹੋਇਆ, ਯਾਨੀ ਕਿ ਰੈੱਡ ਕੈਂਡਲ ਬਣੇਗੀ। ਓਪਨਿੰਗ ਪ੍ਰਾਈਸ ਉੱਪਰ ਸੀ, ਨੀਚੇ ਉਹਦਾ ਉਹ ਨੀਚੇ ਨੂੰ ਆਈ। ਹਾਈ ਕਿੰਨਾ ਲਾਇਆ ਉਹਨੇ? 803। ਉਹ ਹਾਈ ਕੌਣ ਸ਼ੋ ਕਰ ਰਿਹਾ ਆਪਾਂ ਨੂੰ? ਵਿਕ।
777 ਤੇ ਓਪਨ ਹੋਈ, ਪਰ ਇਦੋਂ ਬਾਅਦ ਉਸ 790 ਤੇ ਓਪਨ ਹੋਈ, ਹਾਈ ਕਿੱਥੋਂ ਤੱਕ ਗਈ? 803 ਤੱਕ ਹਾਈ ਗਈ ਉਹ। ਕਲੀਅਰ ਹੈ ਜੀ? ਹਾਂਜੀ ਸਰ। ਠੀਕ ਹੈ। ਜੇ ਕਿਸੇ ਨੂੰ ਨਹੀਂ, ਕਿਉਂਕਿ ਪਤਾ ਕੀ ਹੈ ਯਾਰ, ਆਪਣਾ ਸਾਰਾ ਚਾਰਟ ਪੈਟਰਨ ਨਾ ਕੈਂਡਲ ਬੇਸ ਤੇ ਖੜਿਆ ਹੈਗਾ ਸਾਰਾ ਚਾਰਟ, ਇਸੇ ਦੇ ਬੇਸਿਸ ਤੇ ਆਪਾਂ ਟ੍ਰੇਡਿੰਗ ਲੈਣੀ ਹੈ। ਜੇ ਨਹੀਂ ਕਲੀਅਰ ਤਾਂ ਮੈਨੂੰ ਦੱਸ ਦਿਓ, ਆਪਾਂ ਕਲਾਸ ਦੁਬਾਰਾ ਲਾ ਲਾਂਗੇ, ਕੋਈ ਗੱਲ ਨਹੀਂ। ਪਰ ਇਹਦੇ ਚ ਆਪਾਂ ਕੋਈ ਅਣਗਹਿਲੀ ਨਹੀਂ ਕਰ ਸਕਦੇ। ਨਹੀਂ ਸਰ, ਠੀਕ ਹੈ ਮਤਲਬ ਰੈੱਡ ਕੈਂਡਲ ਦੇ ਵਿੱਚ ਜਿਹੜਾ ਓਪਨ ਹੋਊਗਾ ਸਰ ਉੱਪਰ ਹੋਊਗਾ ਜੀ, ਤੇ ਕਲੋਜ਼ ਹੋਊਗਾ ਜੀ ਥੱਲੇ ਹੋਊਗਾ। ਬਸ ਠੀਕ ਹੈ ਸਰ, ਠੀਕ ਹੈ। ਮੰਨ ਲਓ ਤੇ ਦੂਏ ਪਾਸੇ ਵਾਈਸ ਵਰਸਾ ਹੋਏਗਾ ਜੀ, ਹੈ ਨਾ ਜੀ? ਹਾਂਜੀ। ਓਕੇ ਸਰ, ਓਕੇ। ਹੋਰ ਕਿਸੇ ਨੂੰ ਵੀ ਕੋਈ ਡਾਊਟ, ਕੋਈ ਸਟੋਕਾਸਟਿਕ ਨੂੰ ਲੈ ਕੇ ਕਿਸੇ ਦਾ ਕੋਈ ਡਾਊਟ ਹੋਵੇ ਤਾਂ ਦੱਸੋ। ਨਹੀਂ ਭਾਜੀ, ਡਾਊਟ ਕੁਐਸਚਨ ਇਹ ਸੀਗਾ, ਜਦੋਂ ਆਪਾਂ ਸ਼ੇਅਰ ਪਰਚੇਜ਼ ਕਰਨਾ, ਪਹਿਲਾਂ ਉਹਨਾਂ ਦੀ ਹਿਸਟਰੀ ਪੜ੍ਹਨੀ ਹੈ? ਆਬਵੀਅਸ ਹੈ ਸਰ, ਆਬਵੀਅਸ ਹੈ। ਆਪਾਂ ਉਹਨਾਂ ਦੀ ਹਾਂ, ਨਹੀਂ ਉਹ ਥੋੜਾ ਜਿਹਾ ਨਾ ਬਰੀਫ ਕਰਕੇ ਦੱਸੋ। ਇੱਕ ਉਹਨਾਂ ਦੀ ਸਭ ਤੋਂ ਪਹਿਲਾਂ ਆਪਾਂ ਹਿਸਟਰੀ ਦੇਖਣੀ ਹੈ, ਦੈਨ ਉਸ ਤੋਂ ਬਾਅਦ ਆਪਾਂ ਚਾਰਟ ਪੈਟਰਨ ਪੜ੍ਹਨਾ ਹੈ। ਦੇਖੋ ਸਰ, ਤੁਸੀਂ ਕੀ ਕਰਨਾ ਹੈ ਜੀ, ਮੈਂ ਤੁਹਾਨੂੰ ਇਹ ਦੱਸ ਰਿਹਾ। ਮੈਂ ਲਿਖ ਰਿਹਾ, ਮੈਂ ਤਾਂ ਕਹਿ ਰਿਹਾ ਸੀ। ਹਾਂ, ਸਭ ਤੋਂ ਪਹਿਲਾਂ ਸਰ ਆਪਾਂ ਕੰਪਨੀ ਦੇ ਫੰਡਾਮੈਂਟਲ ਦੇਖਾਂਗੇ ਜੀ। ਆਪਾਂ ਇਹਨੂੰ ਸਵਿੰਗ ਟ੍ਰੇਡ ਲਈ ਲੈ ਰਹੇ ਹਾਂ, ਜਾਂ ਆਪਾਂ ਇਹਨੂੰ ਲੌਂਗ ਟ੍ਰੇਡ ਲਈ ਲੈ ਰਹੇ ਹਾਂ, ਜਾਂ ਸਵਿੰਗ ਟ੍ਰੇਡ ਦੇ ਲਈ ਲੈ ਰਹੇ ਹਾਂ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਕੰਪਨੀ ਦੇ ਫੰਡਾਮੈਂਟਲ ਦੇਖਾਂਗੇ, ਜੋ ਆਪਾਂ ਕੀਤੇ ਸੀ। ਫੰਡਾਮੈਂਟਲ ਜੋ ਆਪਾਂ ਸਭ ਤੋਂ ਪਹਿਲਾਂ ਤਿੰਨ ਚੀਜ਼ਾਂ ਦੇਖਦੇ ਹਾਂ: ਇਕੁਇਟੀ ਜਿਹੜੀ ਕੈਪੀਟਲ ਸੀ, ਸੈਕੰਡ ਉਹਦੇ ਰਿਜ਼ਰਵ, ਤੇ ਤੀਸਰੇ ਉਹਦੇ ਡੈਟਸ। ਜੇ ਉੱਥੋਂ ਆਪਾਂ ਨੂੰ ਤਿੰਨ ਚੀਜ਼ਾਂ ਦੇਖ ਕੇ ਕੰਪਨੀ ਗੁੱਡ ਨਜ਼ਰ ਆ ਰਹੀ ਹੈ, ਤਾਂ ਆਪਾਂ ਉਹਦੇ ਬਾਕੀ ਦੇ ਫੰਡਾਮੈਂਟਲਸ ਵੀ ਪੜਾਂਗੇ, ਉਹਦੀਆਂ ਰੇਸ਼ੋਜ਼ ਵੀ ਕੱਢਾਂਗੇ। ਜੇ ਆਪਾਂ ਨੂੰ ਲੱਗਦਾ ਕਿ ਬਾਕੀ ਦੇ ਫੰਡਾਮੈਂਟਲਸ ਤੇ ਰੇਸ਼ੋ ਕੱਢ ਕੇ ਸਾਨੂੰ ਲੱਗਿਆ ਕਿ ਕੰਪਨੀ ਵਧੀਆ ਹੈ, ਇਹ ਚ ਟ੍ਰੇਡ ਲਿਆ ਜਾ ਸਕਦਾ, ਤਾਂ ਠੀਕ ਹੈ, ਆਪਾਂ ਕੰਪਨੀ ਚੂਜ਼ ਕਰ ਲਈ ਫੰਡਾਮੈਂਟਲਸ ਦੇ ਬੇਸਿਸ ਤੇ। ਇਸ ਤੋਂ ਬਾਅਦ ਆਪਾਂ ਟ੍ਰੇਡਿੰਗ ਵਿਊ ਤੇ ਆ ਜਾਵਾਂਗੇ। ਉਹਦਾ ਸਰ ਆਪਾਂ ਜਿਹੜਾ ਚਾਰਟ ਖੋਲਾਂਗੇ ਜੀ, ਚਾਰਟ ਖੋਲ ਕੇ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ, ਉਹਦੇ ਵਿੱਚ ਸਪੋਰਟ ਤੇ ਰੈਜ਼ਿਸਟੈਂਸ ਦੀਆਂ ਲਾਈਨਾਂ ਲਗਾਵਾਂਗੇ। ਜਦੋਂ ਵੀ ਤੁਸੀਂ ਕੰਪਨੀ ਦਾ ਚਾਰਟ ਖੋਲੋਗੇ, ਤੁਸੀਂ ਉਹਦੇ ਵਿੱਚ ਸਪੋਰਟ ਐਂਡ ਰੈਜ਼ਿਸਟੈਂਸ ਦੀਆਂ ਲਾਈਨਾਂ ਲਗਾ ਲਓਗੇ। ਠੀਕ ਹੈ। ਠੀਕ ਹੈ। ਇਸ ਤੋਂ ਬਾਅਦ ਤੁਸੀਂ ਉਹਦੇ ਨਾਲ, ਜੇ ਦਾ ਚਾਰਟ ਪੈਟਰਨ ਤੁਹਾਡੇ ਉਹਦੇ ਚ ਕੋਈ ਬਣ ਰਿਹਾ ਹੈਗਾ, ਤਾਂ ਬਹੁਤ ਵਧੀਆ ਗੱਲ ਹੈ। ਆਪਾਂ ਚਾਰਟ ਪੈਟਰਨ ਦੇ ਬੇਸਿਸ ਤੇ ਵੀ ਟ੍ਰੇਡ ਲੈ ਸਕਦੇ ਹਾਂ। ਜਿਵੇਂ ਆਪਾਂ ਕੱਲ ਗੱਲ ਕੀਤੀ ਸੀ ਕਿ ਮੰਨ ਲਓ ਉਹਦੇ ਵਿੱਚ ਡਬਲਯੂ ਬਣ ਰਿਹਾ ਹੈਗਾ, ਹਨਾ, ਜਾਂ ਡਬਲ ਬਾਟਮ ਬਣ ਰਿਹਾ ਹੈਗਾ, ਜਾਂ ਡਬਲ ਲੋ ਬਣ ਰਿਹਾ ਹੈਗਾ, ਜਾਂ ਉਹ ਹੈਡ ਐਂਡ ਸ਼ੋਲਡਰ ਬਣ ਰਿਹਾ, ਇਨਵਰਟ ਹੈਡ ਐਂਡ ਸ਼ੋਲਡਰ ਬਣ ਰਿਹਾ, ਜਾਂ ਬੁਲਿਸ਼ ਫਲੈਗ ਬਣ ਰਿਹਾ, ਬੇਰਿਸ਼ ਫਲੈਗ ਬਣ ਰਿਹਾ, ਤਾਂ ਤੁਸੀਂ ਉਹਦੇ ਬੇਸਿਸ ਤੇ ਵੀ ਲੈ ਸਕਦੇ ਹੋ। ਜੇ ਉਹ ਕੋਈ ਚਾਰਟ ਪੈਟਰਨ ਨਹੀਂ ਬਣ ਰਿਹਾ, ਤਾਂ ਤੁਸੀਂ ਸਟੋਕਾਸਟਿਕ ਲਗਾ ਲਓ ਨੀਚੇ। ਤਾਂ ਸਟੋਕਾਸਟਿਕ ਦਾ ਜੋ ਅੱਜ ਮੈਂ ਤੁਹਾਨੂੰ ਰੂਲ ਦੱਸਿਆ ਹੈਗਾ, ਕਿ ਤੁਸੀਂ ਸਟੋਕਾਸਟਿਕ ਦੇ ਅਕੋਰਡਿੰਗਲੀ ਸ਼ੇਅਰ ਬਾਈ ਤੇ ਸੈਲ ਕਰ ਸਕਦੇ ਹੋ। ਗੱਲ ਸਮਝ ਆਈ ਜੀ? ਹਾਂਜੀ। ਹੁਣ ਸਰ ਜਦੋਂ ਆਪਾਂ ਕੀ ਕਰ ਰਹੇ ਹੋ ਸਰ, ਆਵਾਜ਼ ਕਲੀਅਰ ਨਹੀਂ ਜੀ। ਪੈਟਰਨ ਬਣ ਜਾਵੇ ਤਾਂ ਸਰ ਵੈਲ ਐਂਡ ਗੁੱਡ ਹੋਣਾ। ਹਾਂਜੀ, ਜੇ ਪੈਟਰਨ ਬਣਦੇ, ਦੇਖੋ ਫਿਰ ਤਾਂ ਤਿੰਨ ਚੀਜ਼ਾਂ ਦੀ ਕਨਫਰਮੇਸ਼ਨ ਹੋ ਗਈ। ਮੰਨ ਲਓ ਤੁਸੀਂ ਪੈਟਰਨ ਵੀ ਬਣਾ ਲਏ, ਤੁਹਾਡੇ ਕੋਲ ਸਪੋਰਟ ਐਂਡ ਰੈਜ਼ਿਸਟੈਂਸ ਵੀ ਸਹੀ ਚੱਲ ਰਹੀ ਹੈ, ਤੁਹਾਡੇ ਕੋਲ ਨੀਚੇ ਸਟੋਕਾਸਟਿਕ ਵੀ ਚੱਲ ਰਿਹਾ, ਤਾਂ ਤਿੰਨ ਚੀਜ਼ਾਂ ਦੀ ਕਨਫਰਮੇਸ਼ਨ ਦੋਵਾਂ ਨਾਲੋਂ ਜ਼ਿਆਦਾ। ਇੰਡੀਕੇਟਰ ਦੀ ਸੈਟਿੰਗ ਦਿਖਾਈ ਥੋੜੀ ਜੀ, ਦਿਖਾ ਦਿੰਦਾ ਜੀ। ਇੰਡੀਕੇਟਰ ਦੀ ਸੈਟਿੰਗ ਸਰ ਆਪਾਂ ਇੱਥੇ ਆਵਾਂਗੇ ਜੀ, ਲੈਫਟ ਹੈਂਡ ਸਾਈਡ ਤੇ ਸੈਟਿੰਗ ਖੋਲਾਂਗੇ। ਸੈਟਿੰਗ ਚ ਜਦੋਂ ਸਭ ਤੋਂ ਪਹਿਲਾਂ ਇਨਪੁਟ ਆਏਗਾ, ਇਨਪੁਟ ਚ ਜਿਹੜੀ ਆ ਪਰਸੈਂਟੇਜ ਕੇ ਲੈਂਥ ਹੈ, ਇਹਨੂੰ ਆਪਾਂ 15 ਕਰ ਦਿਆਂਗੇ। ਠੀਕ ਹੈ, ਪਰਸੈਂਟੇਜ ਕੇ ਲੈਂਥ ਇਹਨੂੰ 15 ਕਰ ਦਿਆਂਗੇ। ਸਟਾਈਲ ਦੇ ਵਿੱਚ ਜਾ ਕੇ ਪਰਸੈਂਟੇਜ ਡੀ ਹੈ ਜਿਹੜੀ, ਉਹਨੂੰ ਅਨਟਿਕ ਕਰ ਦਿਓ। ਬਾਕੀ ਕੁਝ ਨਹੀਂ ਕਰਨਾ ਆਪਾਂ, ਪਰਸੈਂਟੇਜ ਡੀ ਨੂੰ ਅਨਟਿਕ ਕਰ ਦਿਓ, ਓਕੇ ਕਰ ਦਿਓ ਜੀ। ਆਪਣੇ ਕੋਲੇ ਸੈਟਿੰਗਸ ਹੋ ਗਈਆਂ ਜੀ। ਹੁਣ ਦੱਸੋ ਸਰ, ਕਿਸੇ ਦਾ ਕੋਈ ਡਾਊਟ ਜੀ? ਸਰ ਇਹੀ ਚੀਜ਼ ਕ੍ਰਿਪਟੋ ਚ ਵੀ ਹੋ ਸਕਦੀ ਹੈ, ਇੰਡੀਕੇਟਰ ਲਗਾ ਕੇ ਸਾਰਾ ਕੁਝ? ਬਿਲਕੁਲ ਜੀ, ਬਿਲਕੁਲ। ਠੀਕ ਹੈ। ਤੁਹਾਨੂੰ ਕੱਲ ਦੀ ਛੁੱਟੀ ਹੈ ਸਰ, ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਸੀਗਾ, ਕੱਲ ਦੀ ਛੁੱਟੀ ਹੈ। ਠੀਕ ਹੈ, ਅੱਜ ਦਾ ਦਿਨ ਤੇ ਕੱਲ ਦਾ ਦਿਨ ਤੁਸੀਂ ਕੀ ਕਰੋ, ਕੰਪਨੀਆਂ ਨੂੰ ਫਾਈਂਡ ਆਊਟ ਕਰੋ, ਉਹਨਾਂ ਦੇ ਫੰਡਾਮੈਂਟਲ ਚੈੱਕ ਕਰੋ, ਤੇ ਪਲੱਸ ਉਸ ਤੋਂ ਬਾਅਦ ਟ੍ਰੇਡਿੰਗ ਵਿਊ ਤੇ ਆ ਕੇ ਸਟੋਕਾਸਟਿਕ ਲਗਾ ਕੇ, ਠੀਕ ਹੈ, ਜਦੋਂ ਆਪਾਂ ਪਰਸੋਂ ਸਵੇਰ ਮਿਲਾਂਗੇ ਨਾ, ਤਾਂ ਤੁਹਾਨੂੰ ਕੀ ਹੋਣਾ ਚਾਹੀਦਾ, ਤੁਹਾਡਾ ਕੋਈ ਨਾ ਕੋਈ ਸਵਿੰਗ ਟ੍ਰੇਡ ਚੱਲਦੀ ਹੋਣੀ ਚਾਹੀਦੀ। ਭਾਵੇਂ 2 ਸ਼ੇਅਰ ਹੀ ਬਾਈ ਕਰ ਲਓ, ਇਹ ਨਹੀਂ ਕਿ ਤੁਸੀਂ 100 ਸ਼ੇਅਰ ਹੀ ਇਕੱਠਾ ਬਾਈ ਕਰਨਾ ਹੈਗਾ। ਠੀਕ ਹੈ। ਅੱਛਾ, ਦੂਸਰੀ ਗੱਲ, ਇਹ ਐਪਲੀਕੇਸ਼ਨ ਦੇ ਵਿੱਚ ਤੁਸੀਂ ਦੱਸਿਆ ਸੀਗਾ ਇੰਟਰਾਡੇ ਦੀ ਆਪਸ਼ਨ ਤਾਂ ਆਉਂਦੀ ਹੈ, ਇਹ ਸਵਿੰਗ ਦੀ ਵੀ ਆਪਸ਼ਨ ਹੁੰਦੀ ਹੈ, ਸਵਿੰਗ ਕਰਨਾ ਕਿ ਲੌਂਗ ਟਰਮ? ਹਾਂ ਸਰ, ਜਦੋਂ ਆਪਾਂ ਆਰਡਰ ਲਾਉਂਦੇ ਹਾਂ ਤਾਂ ਤੁਸੀਂ ਆਪਾਂ ਨੂੰ ਪੁੱਛਦੇ ਆ ਕਿ ਤੁਸੀਂ ਇਹਨੂੰ ਇੰਟਰਾਡੇ ਕਰਨੇ ਹੋ ਜਾਂ ਸੀਐਮਸੀ ਕਰ ਰਹੇ ਹੋ। ਸੀਐਮਸੀ ਦਾ ਮਤਲਬ ਹੁੰਦਾ ਕੈਸ਼ ਐਂਡ ਕੈਰੀ।
ਤਾਂ ਆਪਾਂ ਨੂੰ ਸੀਐਨਸੀ ਕਰ ਦਿੰਦੇ ਜਾਂ ਕਈਆਂ 'ਚ ਨਾਰਮਲ ਲਿਖਿਆ ਹੋਊਗਾ, ਠੀਕ ਹੈ, ਇਹ ਉੱਥੇ ਲਿਖਿਆ ਹੋਊਗਾ ਇੰਟਰਾਡੇ ਨਾਰਮਲ, ਤਾਂ ਤੁਸੀਂ ਨਾਰਮਲ ਕਰ ਦਿਓ, ਜਾਂ ਲਿਖਿਆ ਹੁੰਦਾ ਇੰਟਰਾਡੇ ਜਾਂ ਸੀਐਨਸੀ, ਤੁਹਾਨੂੰ ਸੀਐਨਸੀ ਕਰ ਦਿਓ। ਯਾਨੀ ਕਿ ਤੇ ਜੇ ਆਪਾਂ ਨੂੰ ਸਰ ਲੱਗਦਾ ਕਿ ਆਪਣਾ ਟਾਰਗੇਟ 2-3 ਦਿਨ ਲੈ ਸਕਦਾ ਹਿੱਟ ਕਰਨ ਲਈ, ਹਾਂਜੀ ਤਾਂ ਸਰ, ਫਿਰ ਆਪਾਂ ਸੀਐਨਸੀ 'ਚ ਕਰਨਾ ਸਰ? ਹਾਂਜੀ ਬਿਲਕੁਲ ਬਿਲकुल ਸਰ। ਇੰਟਰਾਡੇ ਦਾ ਮਤਲਬ ਕਿ ਦੇਖੋ, ਮੈਂ ਤੁਹਾਨੂੰ ਜਿਹੜਾ ਸਟੋਕਾਸਟਿਕ ਕਰਵਾ ਰਿਹਾ ਨਾ, ਇਹ ਇੰਟਰਾਡੇ ਨਹੀਂ ਹੈ, ਇਹ ਲੌਂਗ ਹੀ ਹੈ, ਇਹ 2-3-4 ਦਿਨ ਦਾ ਹੈ, ਜਾਂ ਕਹ ਲਓ ਮਹੀਨੇ ਦੀ ਗੱਲ ਹੈ ਆਪਾਂ, ਠੀਕ ਹੈ। ਇਹ ਇੰਟਰਾਡੇ ਨਹੀਂ ਹੈ ਹੀ ਨਹੀਂ ਹੈ, ਇਹ ਵਾਲਾ ਇੰਡੀਕੇਟਰ ਇੰਟਰਾਡੇ 'ਚ ਕੰਮ ਨਹੀਂ ਹੁੰਦਾ। ਠੀਕ ਹੈ ਸਰ, ਠੀਕ ਹੈ ਜੀ। ਆਪਾਂ ਇੰਟਰਾਡੇ ਹਜੇ ਨਹੀਂ ਕਰਨੀ। ਸਰ ਮੈਂ ਦੋ ਤਿੰਨ ਮੈਂ ਪੈਟਰਨ ਬਣਾਏ ਸੀ ਸਰ, ਇੱਕ ਵਾਰ ਚੈੱਕ ਕਰਿਓ ਸਰ, ਸਹੀ ਹੈ? ਇੱਕ ਮਿੰਟ ਸਰ, ਇੱਕ ਮਿੰਟ। ਆਪਾਂ ਇਹਨੂੰ ਓਵਰਨਾਈਟ ਲੈਣਾ ਹੈਗਾ। ਓਵਰਨਾਈਟ ਦਾ ਮਤਲਬ ਕੀ ਹੈ ਕਿ ਆਪਾਂ ਇਹਨੂੰ ਓਵਰਨਾਈਟ ਰੱਖਿਆ, ਇਹਨੂੰ ਤੁਸੀਂ ਜਦੋਂ ਮਰਜ਼ੀ ਦੇਖ ਸਕਦੇ ਹੋ। ਜਿਸ ਦਿਨ ਤੁਹਾਡਾ ਟਾਰਗੇਟ ਪੂਰਾ ਹੋ ਗਿਆ, ਉਹ ਭਾਵੇਂ 2 ਦਿਨਾਂ 'ਚ ਪੂਰਾ ਹੋ ਜਾਏ, ਭਾਵੇਂ 10 ਦਿਨਾਂ 'ਚ ਪੂਰਾ ਹੋ ਜਾਏ, ਭਾਵੇਂ ਮਹੀਨੇ 'ਚ, ਤੇ ਜਿਸ ਦਿਨ ਤੁਹਾਡਾ ਟਾਰਗੇਟ ਪੂਰਾ ਹੋ ਗਿਆ ਤੁਸੀਂ ਉਸ ਦਿਨ ਉਹਨੂੰ ਵੇਚ ਸਕਦੇ ਹੋ। ਇੰਟਰਾਡੇ ਕੀ ਹੁੰਦਾ ਕਿ ਤੁਹਾਨੂੰ ਸ਼ਾਮ ਤੱਕ ਵੇਚਣਾ ਹੀ ਪੈਣਾ, ਭਾਵੇਂ ਤੁਹਾਡਾ ਟਾਰਗੇਟ ਆਇਆ ਨਹੀਂ ਆਇਆ, ਭਾਵੇਂ ਪ੍ਰੋਫਿਟ ਚੋਂ ਚਾਹੇ ਲਾਸ ਚੋਂ, ਆਪਾਂ ਉਹ ਕੰਮ ਹਜੇ ਨਹੀਂ ਕਰਨਾ। ਆਪਾਂ ਨੂੰ ਸੀਐਨਸੀ 'ਚ ਲੈ ਕੇ ਚੱਲਣਾ, ਕੈਸ਼ ਐਂਡ ਕੈਰੀ ਓਵਰਨਾਈਟ 'ਚ ਲੈ ਕੇ ਚੱਲਣਾ, ਤਾਂ ਕਿ ਆਪਾਂ ਆਪਦਾ ਪੂਰਾ ਟਾਰਗੇਟ ਲੈ ਕੇ ਬਾਹਰ ਨਿਕਲੀਏ। ਭਾਜੀ ਇਹ ਆਪਣੇ ਆਪਸ਼ਨਸ ਤੇ ਫਿਊਚਰ ਦੇ ਵਿੱਚ ਹੀ ਆਉਂਦਾ ਹੈ ਜੀ ਇਹ? ਕਾਹਦੇ 'ਚ ਸਰ? ਇੱਕ ਆਪਸ਼ਨ ਫਿਊਚਰ ਵੀ ਹੁੰਦੇ ਭਾਜੀ, ਐਫ ਐਂਡ ਓ? ਨਹੀਂ, ਉਹ ਨਹੀਂ ਹੈ ਜੀ, ਇਹ ਆਪਸ਼ਨਸ ਨਹੀਂ ਹੈ। ਅੱਛਾ ਜੀ, ਉਹ ਵੀ ਕਨਸੈਪਟ ਕਰਾਂਗੇ ਭਾਜੀ ਆਪਾਂ? ਸਰ ਚਾਰਟ ਸੇਮ ਹੈ ਜੀ ਸਭ ਦਾ, ਠੀਕ ਹੈ। ਜਦੋਂ ਤੁਸੀਂ ਚਾਰਟ ਬੇਸਿਸ ਤੇ ਕਰੋਗੇ ਟ੍ਰੇਡ ਲਓਗੇ, ਤਾਂ ਫਿਰ ਤੁਸੀਂ ਭਾਵੇਂ ਆਪਸ਼ਨ ਤੇ ਉਹਦੇ ਫਿਊਚਰ ਐਂਡ ਆਪਸ਼ਨਸ 'ਚ ਲੈ ਲਓ। ਆਪਾਂ ਨਹੀਂ ਕਰਾਂਗੇ ਉਹ, ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਆਪਣਾ ਜਿਹੜਾ ਬੈਚ ਹੈ ਇਕੁਇਟੀ ਦਾ ਬੈਚ ਹੈ। ਹਾਂਜੀ 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 ਸਰ। ਚਾਰਟ ਸਭ ਦੇ ਸੇਮ ਚੱਲਦੇ। ਚਾਰਟ ਤਾਂ ਦੇਖੋ ਬਿਟਕੋਇਨ 'ਚ ਵੀ ਸੇਮ ਚੱਲ ਰਹੇ। ਲੋ ਤੁਹਾਨੂੰ ਮੈਂ ਬਿਟਕੋਇਨ 'ਚ ਲਗਾ ਕੇ ਦਿਖਾ ਦਿੰਦਾ। ਆਪਾਂ ਬਿਟਕੋਇਨ ਦੀ ਗੱਲ ਕੀਤੀ, ਠੀਕ ਹੈ। ਦੇਖੋ ਸਰ, ਆਪਾਂ ਕੀ ਹੋਇਆ ਜੀ, ਉਹੀ ਓਵਰਬੌਟ ਏਰੀਆ, ਓਵਰਸੋਲਡ ਏਰੀਆ, ਐਂਟਰੀ ਹੋਈ ਇੱਥੋਂ, ਠੀਕ ਹੈ। ਅੱਜ ਜਿਹੜੀ ਆਪਾਂ ਸਟਾਰਟਿੰਗ ਦੇ ਵਿੱਚ ਬੈਚ ਕੱਲ ਦੀ ਗੱਲ ਕਰ ਰਹੇ ਸੀਗੇ, ਕੱਲ ਇੱਕ ਦਿਨ ਦੇ ਵਿੱਚ ਬਿਟਕੋਇਨ ਕਿੱਥੋਂ ਤੱਕ ਗਿਆ? ਭਾਜੀ ਬਿਟਕੋਇਨ 'ਚ ਫਲਕਚੁਏਸ਼ਨ ਜ਼ਿਆਦਾ ਨਹੀਂ ਹੁੰਦੀ ਪ੍ਰਾਈਸ ਦੀ? ਸਰ ਆਬਵੀਅਸਲੀ ਬਿਟਕੋਇਨ ਕੱਲ ਜਦੋਂ ਮੈਂ ਦੇਖਿਆ ਉਦੋਂ 9.5% ਚੱਲ ਚੁੱਕਿਆ ਸੀਗਾ ਜੀ। ਜਿਹੜੇ ਸ਼ੇਅਰ ਹੈ ਨਾ ਨਾਰਮਲੀ, ਉਹ ਜੇ ਆਪਾਂ ਤਾਂ ਹੀ ਤਾਂ ਕਹਿੰਦੇ ਨਾ ਵੀ ਜੇ ਉਹਨਾਂ ਦੇ ਰਿਵਾਰਡ ਘੱਟ ਹੈ ਤਾਂ ਰਿਸਕ ਵੀ ਘੱਟ ਹੈ। ਕਾਮਨ ਦੀ ਗੱਲ ਹੈ, ਸ਼ੇਅਰ ਜੇ ਚੱਲਦੇ ਆ ਤਾਂ ਉਹ 2-3% ਚੱਲਦੇ ਆ। ਹੁਣ ਬਿਟਕੋਇਨ 10% ਦੇ ਉੱਪਰ ਜਾ ਸਕਦਾ ਹੈ, ਇਹ ਵੀ ਸੋਚੋ ਨਾ, ਉਹ 10% ਗਿਰ ਵੀ ਸਕਦਾ ਹੈ। ਕੱਲ ਇੱਕ ਦਿਨ ਦੇ ਵਿੱਚ ਬਿਟਕੋਇਨ 'ਚ $5000 ਦੀ ਮੂਵਮੈਂਟ ਸੀ। ਕਿਸੇ ਨੂੰ ਤਾਂ $5000 ਬਣ ਗਿਆ, ਪਰ ਕਿਸੇ ਦਾ $5000 ਗਿਆ ਵੀ ਹੈ, ਕਿਉਂਕਿ ਜੇ ਕਿਸੇ ਦਾ ਬਣਿਆ ਕਿਸੇ ਦਾ ਗਿਆ ਤਾਂ ਹੀ ਬਣਿਆ ਨਾ। ਗਵਰਨਮੈਂਟ ਤਾਂ ਤੁਹਾਨੂੰ ਪੈਸਾ ਦੇ ਨਹੀਂ ਰਹੀ, ਚਾਹੇ ਉਹ ਸ਼ੇਅਰ ਮਾਰਕੀਟ ਹੈ ਚਾਹੇ ਕੋਈ ਵੀ ਹੈ, ਜਿੱਥੇ ਜਦੋਂ ਵੀ ਆਪਾਂ ਟ੍ਰੇਡਿੰਗ ਕਰਦੇ ਹਾਂ। ਜੇ ਅੱਜ ਆਪਾਂ ਪ੍ਰੋਫਿਟ ਕਰਦੇ ਤਾਂ ਕੋਈ ਲਾਸ ਕਰਦਾ। ਆਬਵੀਅਸ ਹੈ, ਕਦੇ ਵੀ ਗਵਰਨਮੈਂਟ ਨੂੰ ਨਾ ਆਪਣੇ ਪੱਲੇ ਤੋਂ ਪੈਸਾ ਦੇਗੀ। ਹੁਣ ਇੱਥੇ ਦੇਖੋ ਆਪਾਂ ਕੀ ਕੀਤਾ, ਉਹੀ ਐਂਟਰੀ ਆਪਣੀ ਕਿੱਥੇ ਬਣੀ, ਜਦੋਂ ਸਟੋਕਾਸਟਿਕ ਨੇ ਆਪਦਾ ਅੰਦਰ ਆਪਦੇ ਏਰੀਆ 'ਚ ਐਂਟਰ ਕੀਤਾ, ਉਧਰੋਂ ਦੇਖੋ ਸਪੋਰਟ ਰੈਜ਼ਿਸਟੈਂਸ ਲਾਈਆਂ ਹੋਈਆਂ ਸੀ ਆਪਾਂ, ਤਾਂ ਆਪਾਂ ਦੇਖਿਆ ਕਿ ਸਟੋਕਾਸਟਿਕ ਅੰਦਰ ਨੂੰ ਐਂਟਰ ਕਰ ਗਿਆ, ਸ਼ੇਅਰ ਨੇ ਸਪੋਰਟ ਲੈ ਲਈ ਹੈ, ਤੁਸੀਂ ਇਹਦੇ ਨੂੰ ਆਰਾਮ ਨਾਲ ਬਾਏ ਕਰ ਸਕਦੇ ਸੀ, ਠੀਕ ਹੈ। ਬਾਏ ਤੋਂ ਬਾਅਦ ਦੇਖੋ ਉੱਪਰ ਰੈਜ਼ਿਸਟੈਂਸ ਤੱਕ ਜਦੋਂ ਆਪਾਂ ਗਏ, ਤਾਂ ਆਪਾਂ ਕੀ ਕੀਤਾ, ਆਪਾਂ ਰੈਜ਼ਿਸਟੈਂਸ ਤੇ ਜਾ ਕੇ ਉਹਨੂੰ ਸੈਲ ਨਹੀਂ ਕੀਤਾ। ਕਿਉਂ? ਕਿਉਂਕਿ ਆਪਾਂ ਨੂੰ ਸਟੋਕਾਸਟਿਕ ਕੀ ਕਹਿ ਰਿਹਾ ਸੀਗਾ ਕਿ ਹਜੇ ਹੋਰ ਉੱਪਰ ਜਾ ਰਿਹਾ ਹੈਗਾ, ਉਹ ਥੋੜਾ ਜਿਹਾ ਨੀਚੇ ਵੀ ਆਇਆ, ਪਰ ਆਪਾਂ ਦੇਖਿਆ ਇਸ ਤੋਂ ਬਾਅਦ ਕੋਈ ਗੱਲ ਨਹੀਂ, ਆਪਾਂ ਨੂੰ ਸੈਲ ਨਹੀਂ ਕੀਤਾ। ਆਪਾਂ ਸੈਲ ਕਦੋਂ ਕਰਨਾ? ਜਦੋਂ ਪੂਰਾ ਉੱਪਰ ਜਾ ਕੇ ਅੰਦਰ ਐਂਟਰ ਕਰੂਗਾ। ਹੁਣ ਜੇ ਤੁਸੀਂ ਇੱਥੇ ਨੂੰ ਸੈਲ ਕਰ ਦਿੰਦੇ ਪੈਨਿਕ ਚ ਆ ਕੇ ਵੀ ਨਹੀਂ ਤਾਂ ਗਿਰ ਗਿਆ, ਕੀ ਤੁਸੀਂ ਇੰਨਾ ਵੱਡਾ ਟਾਰਗੇਟ ਲੈ ਸਕਦੇ ਸੀ? ਤੁਸੀਂ ਸਾਰਾ ਟਾਰਗੇਟ ਮਿਸ ਕਰ ਦੇਣਾ ਸੀ ਆਪਦਾ। ਤਾਂ ਇਹੀ ਸਰ ਸਟ੍ਰੈਟਜੀ ਹੈ ਕਿ ਜਦੋਂ ਐਂਟਰੀ ਤੇ ਆਪਾਂ ਬਾਏ ਕਰਨਾ, ਜਦੋਂ ਉੱਪਰੋਂ ਨੀਚੇ ਨੂੰ ਐਂਟਰ ਕਰੇਗਾ ਸਟੋਕਾਸਟਿਕ, ਉੱਥੇ ਆਪਾਂ ਜਾ ਕੇ ਸੈਲ ਕਰਨਾ। ਹੁਣ ਦੇਖੋ ਹਜੇ ਤੱਕ ਇਹਦਾ ਸੈਲਿੰਗ ਨਹੀਂ ਆਈ ਆਪਣੇ ਕੋਲੇ, ਹੋ ਸਕਦਾ ਸੈਲਿੰਗ 50000 ਤੇ ਆਵੇ ਜਾ ਕੇ, ਪਰ ਗੱਲ ਇਹ ਹੈ ਵੀ ਕਿ ਹੁਣ ਇੱਥੇ ਬਾਇੰਗ ਬਣਦੀ ਹੈ? ਨਹੀਂ ਸਰ। ਠੀਕ ਹੈ ਨਾ। ਹੁਣ ਕੋਈ ਇਹ ਨਾ ਸੋਚ ਲੇ ਕਿ ਚਲੋ ਹਜੇ ਤਾਂ 43 ਦੀ ਹੈ, ਕੀ ਪਤਾ ਕੱਲ ਨੂੰ ਜਾ ਕੇ 50 ਤੇ ਹੋ ਜੇ, ਅਸੀਂ ਬਾਇੰਗ ਕਰ ਲਈਏ। ਸਰ ਆਪਣਾ ਇਹ ਇੰਡੀਕੇਟਰ ਹੈਗਾ ਕਿ ਇੱਥੇ ਹੁਣ ਬਾਇੰਗ ਨਹੀਂ ਬਣਦੀ, ਓਵਰਸੋਲਡ ਜ਼ੋਨ ਹੋ ਗਿਆ, ਯਾਨੀ ਕਿ ਲੋਡ ਤੋਂ ਜ਼ਿਆਦਾ ਮਹਿੰਗਾ ਹੋ ਗਿਆ, ਠੀਕ ਹੈ। ਸੌਰੀ, ਓਵਰਬੌਟ ਜ਼ੋਨ ਹੋ ਗਿਆ, ਲੋਡ ਤੋਂ ਮਹਿੰਗਾ ਹੋ ਗਿਆ, ਹੁਣ ਇਹਨੂੰ ਖਰੀਦਣਾ ਨਹੀਂ ਬਣਦਾ। ਹਾਂ ਤੁਸੀਂ ਇਹ ਸਹੀ ਰਾਈਟ ਟਾਈਮ ਤੇ ਇਹਨੂੰ ਖਰੀਦਿਆ ਹੁੰਦਾ ਤਾਂ ਹਜੇ ਤੱਕ ਤੁਹਾਡਾ ਟਾਰਗੇਟ ਚੱਲ ਰਿਹਾ, ਤੁਸੀਂ ਹਜੇ ਤੱਕ ਬਾਹਰ ਨਹੀਂ ਆਏ ਟ੍ਰੇਡ ਚੋਂ। ਜਦੋਂ ਇਹ ਕਿਤੇ ਮੰਨ ਲਓ ਕੱਲ ਪਰਸੋਂ ਜਾਂ 4 ਦਿਨਾਂ ਬਾਅਦ 10 ਦਿਨਾਂ ਬਾਅਦ ਇੱਥੋਂ ਅੰਦਰ ਐਂਟਰ ਕਰਨ ਲੱਗੂਗਾ, ਤੁਸੀਂ ਉਦੋਂ ਸੈਲ ਕਰਨਾ, ਤੇ ਹੋ ਸਕਦਾ ਉਦੋਂ ਤੱਕ ਰੇਟ 45000 ਹੋ ਜੇ, 50000 ਹੋ ਜੇ, ਠੀਕ ਹੈ। ਹੋ ਸਕਦਾ ਹੁਣੇ ਹੀ ਹੋ ਜੇ ਐਂਟਰ, ਹੋ ਸਕਦਾ 43000 ਤੇ ਨੀਚੇ ਨੂੰ ਐਂਟਰ ਹੋ ਜੇ।
ਤਾਂ ਆਪਣਾ ਇੱਕ ਫੰਡਾਮੈਂਟਲ ਆਪਾਂ ਸਹੀ ਰੱਖਿਆ ਹੋਇਆ ਕਿ ਜਦੋਂ ਐਂਟਰ ਕਰੂਗਾ ਨੀਚੇ ਤੋਂ ਉੱਪਰ ਨੂੰ ਤਾਂ ਆਪਾਂ ਐਂਟਰੀ ਹੈ, ਜਦੋਂ ਉੱਪਰ ਤੋਂ ਨੀਚੇ ਨੂੰ ਐਂਟਰ ਕਰੂਗਾ ਤਾਂ ਆਪਾਂ ਉੱਥੇ ਸੋਲਡ ਕਰਦੇ। ਠੀਕ ਹੈ ਜੀ। ਹੁਣ ਚਾਹੇ ਆਪਾਂ ਬਿਟਕੋਇਨ ਤੇ ਲਾ ਲਈਏ, ਚਾਹੇ ਤੁਸੀਂ ਕਿਸੇ ਫੋਰੈਕਸ ਟ੍ਰੇਡ ਤੇ ਲਾ ਲਓ, ਇਹ ਲੋਕੀ ਫੋਰੈਕਸ ਵੀ ਟ੍ਰੇਡ ਕਰਦੇ ਆ, ਉਹਦੇ ਚ ਵੀ ਸੇਮ ਕੰਮ ਕਰੂਗਾ ਜੀ। ਸਰ ਆ ਜਿਹੜਾ ਸਾਈਡ ਤੇ ਨੰਬਰਿੰਗ ਆ ਇਹ ਕਿਸ ਤੇ ਬੇਸ ਤੇ ਲਿਖੀਆਂ ਹੋਈਆਂ ਨੇ? ਇਹਨਾਂ ਨੂੰ ਤੁਸੀਂ ਦੇਖਣਾ ਪਤਾ ਕੀ ਹੈ, ਤੁਸੀਂ ਜਿੰਨਾ ਇਹਨਾਂ ਚ ਉਲਝਦੇ ਜਾਓਗੇ ਨਾ ਤੁਸੀਂ ਜ਼ਿਆਦਾ ਉਲਝ ਜਾਓਗੇ। ਠੀਕ ਹੈ ਸਰ। ਇਹ ਕੁਝ ਨਹੀਂ, 0 ਤੋਂ 100 ਤੱਕ ਦੀ ਨੰਬਰਿੰਗ ਹੈ, ਇਹ ਕੈਲਕੂਲੇਸ਼ਨ ਬੇਸਿਸ ਤੇ ਨੰਬਰਿੰਗ ਹੁੰਦੀ ਹੈ ਕਿ ਕਿਹੜੀ ਚੀਜ਼ ਨੂੰ ਅਸੀਂ ਕਿੰਨਾ ਜਸਟੀਫਾਈ ਕਰਦੇ ਹਾਂ, ਹਨਾ। ਜਦੋਂ ਅਖੀਰੀ ਗੱਲ ਇਹ ਦੇਖੋ ਨਾ, ਤੁਸੀਂ ਉਲਝਣਾ ਚਾਹੁੰਦੇ ਹੋ ਕਿ ਤੁਸੀਂ ਟ੍ਰੇਡ ਲੈਣੀ ਚਾਹੁੰਦੇ ਹੋ? ਸਰ ਟ੍ਰੇਡ ਲੈ ਲਈ ਸਰ। ਟ੍ਰੇਡ ਲੈਣੀ ਹੈ ਸਰ। ਇੱਕ ਮਿੰਟ ਹੁਣ ਮੇਰੀ ਗੱਲ ਸੁਣੋ, ਠੀਕ ਹੈ। ਆਪਾਂ ਨੂੰ ਕੀ ਚਾਹੀਦਾ? ਆਪਾਂ ਕਾਰ ਚਲਾਉਣੀ ਸਿੱਖਣੀ ਹੈ ਕਿ ਆਪਾਂ ਇਹ ਸਿੱਖਣਾ ਵੀ ਇੰਜਨ ਕਿਵੇਂ ਕੰਮ ਕਰਦਾ? ਦੋਨੋਂ। ਕਾਰ ਹੀ ਸਿੱਖਣਾ ਸਰ। ਆਪਾਂ ਸਰ ਜਿੰਨਾ ਚਿਰ ਇੰਜਨ ਬਣਾਉਣੇ ਨਹੀਂ ਹੈ, ਜਿੰਨਾ ਚਿਰ ਆਪਾਂ ਇੰਜਨ ਬਣਾਉਣ ਲਈ ਕੰਪਨੀ 'ਚ ਜਾਣਾ ਨਹੀਂ, ਉਹਨਾਂ ਚਿਰ ਆਪਾਂ ਨੂੰ ਇੰਜਨ ਦੀ ਵਰਕਿੰਗ ਨਾਲ ਕੋਈ ਲੈਣਾ ਦੇਣਾ ਨਹੀਂਗਾ। ਕਿਹੜਾ ਨਟ ਬੋਲਟ ਕਿੱਥੇ ਲੱਗਿਆ ਕਿੱਥੇ ਨਹੀਂ ਲੱਗਿਆ, ਆਪਣਾ ਕੰਮ ਹੈ ਕਿ ਅਸੀਂ ਸੈਲਫ ਮਾਰੀਏ, ਇੰਜਨ ਸਟਾਰਟ ਹੋ ਗਿਆ। ਠੀਕ ਹੈ। ਆਪਾਂ ਨੂੰ ਮੰਨ ਲਓ ਕਾਰ ਨਹੀਂ ਚਲਾਉਣੀ ਹੁੰਦੀ, ਪਹਿਲਾਂ ਕੋਈ ਬੰਦਾ ਕਹੇ ਮੈਂ ਤਾਂ ਪਹਿਲਾਂ ਇੰਜਨ ਹੀ ਸਿੱਖੂੰਗਾ, ਕੀ ਫਾਇਦਾ ਉਹਦਾ? ਆਪਾਂ ਕਾਰ ਚਲਾਉਣੀ ਸਿੱਖਣੀ ਹੈ, ਆਪਣਾ ਕੰਮ ਹੀ ਕੀ ਹੈ। ਹੁਣ ਜਿਹੜੇ ਲੋਕਾਂ ਨੇ ਮੰਨ ਲਓ ਇੰਡੀਕੇਟਰ ਬਣਾਉਣੇ ਆ, ਫॉर ਐਗਜ਼ਾਮਪਲ ਜਿਹੜੇ ਟ੍ਰੇਡਿੰਗ ਨਹੀਂ ਕਰਦੇ, ਜਿਹੜੇ ਕਹਿੰਦੇ ਇਸ ਤੇ ਇੰਡੀਕੇਟਰ ਪ੍ਰੋਵਾਈਡ ਕਰਨੇ ਆ, ਉਹ ਤਾਂ ਸੋਚਣ ਕਿ ਕਿਹੜਾ ਇੰਡੀਕੇਟਰ ਦੇ ਪਿੱਛੇ ਕੀ ਕੈਲਕੂਲੇਸ਼ਨਸ ਲੱਗੀਆਂ ਹੋਈਆਂ। ਆਪਾਂ ਨੂੰ ਸੋਚਣ ਦੀ ਲੋੜ ਹੀ ਨਹੀਂ ਸਰ। ਜੀ ਸਰ। ਆਪਦਾ ਕੰਮ ਕਿੰਨਾ ਹੈਗਾ ਨਾ ਕਿ ਤੁਸੀਂ ਉਹਦੇ ਚ ਹੀ ਪਜ਼ਲ ਹੋ ਜਾਣਾ। ਜੇ ਆਪਾਂ ਇੱਕੋ ਚੀਜ਼ ਦੇ ਇਹਨੂੰ ਇਸੇ ਦੀ ਵਰਕਿੰਗ ਲੈ ਕੇ ਬਹਿ ਗਏ ਤਾਂ ਉਹ ਫਿਰ ਬਹੁਤ ਕੰਪਲਿਕੇਟਡ ਚੀਜ਼ਾਂ ਹੋ ਜਾਣੀਆਂ। ਹੁਣ ਦੇਖੋ ਮਾਰਕੀਟ ਤੋਂ 3600 ਇੰਡੀਕੇਟਰ ਫਿਰਦੇ ਆ, ਕਿਹੜਾ ਯੂਜ਼ ਕਰੋਗੇ ਤੇ ਕਿਹਦੀ ਵਰਕਿੰਗ ਸਿੱਖੋਗੇ? ਜੀ ਸਰ ਸਹੀ ਹੈ। ਪੈਸਾ ਕਮਾਉਣਾ ਹੈ, ਆਪਾਂ ਹੋਰ ਕੁਝ ਨਹੀਂ ਕਰਨਾ। ਪੈਸਾ ਕਮਾਇਆ ਜਾ ਰਿਹਾ, ਆਪਾਂ ਦੇਖ ਰਹੇ ਹਾਂ ਜਿੱਥੇ ਆਪਾਂ ਨੂੰ ਬੈਕ ਟੈਸਟ ਕੀਤਾ, ਆਪਾਂ ਦੇਖਿਆ ਕਿ ਜਦੋਂ ਐਂਟਰੀ ਬਣੀ ਅਸੀਂ ਐਂਟਰੀ ਲਈ, ਜਦੋਂ ਉਹਦਾ ਸੈਲਿੰਗ ਦੀ ਗੱਲ ਆਈ ਆਪਾਂ ਸੈਲਿੰਗ ਕੀਤੀ, ਅਸੀਂ ਪੈਸਾ ਬਣਾ ਕੇ ਬਾਹਰ ਆਏ ਹਾਂ। ਹਾਂਜੀ ਅਸੀਂ ਪੈਸਾ ਬਣਾ ਕੇ ਬਾਹਰ ਆਏ ਹਾਂ, ਪਰ ਕਿੱਥੋਂ ਬਣਿਆ? ਚਾਹੇ ਉਹ ਜਿੱਥੇ ਮਰਜ਼ੀ ਚਾਰਟ ਚੋਂ ਬਣਿਆ ਹੋਵੇ, ਚਾਹੇ ਜਿਵੇਂ ਮਰਜ਼ੀ ਬਣਿਆ ਹੋਵੇ, ਸਾਨੂੰ ਪੈਸਾ ਬਣਿਆ। ਸਾਡੇ ਲਈ ਸਭ ਤੋਂ ਵੱਡੀ ਗੱਲ ਇਹ ਹੈ। ਸਰ ਆ ਬਿਟਕੋਇਨ ਦੇ ਵਿੱਚ ਜਿੱਥੇ ਕਿ ਜੇ ਹੁਣ ਇਹਦਾ ਪ੍ਰਾਈਸ ਚੱਲਦਾ ਸਰ, ਇਹ ਵੀ ਰੈਜ਼ਿਸਟੈਂਸ ਨਹੀਂ ਇਹਦਾ ਬਿਲਕੁਲ ਇਸ ਗੇਟ ਤੇ, ਜੇ ਆਪਾਂ ਪਿਛਲਾ ਚਾਰਟ ਦੇਖੀਏ ਤੇ ਜਿਹੜਾ ਇਹਦੀ ਰੈਜ਼ਿਸਟੈਂਸ ਹੈ ਸਰ ਜਿਹੜਾ ਹੁਣ ਪ੍ਰਾਈਸ ਚੱਲਦਾ, ਆਨਸਰ ਦੇ ਲੈਂਦਾ, ਇਹ ਰੈਜ਼ਿਸਟੈਂਸ ਹੈ। ਇਹ ਚੀਜ਼ ਹੋ ਸਕਦੀ ਹੈ ਕਿ ਆਪਾਂ ਰੈਜ਼ਿਸਟੈਂਸ ਤੇ ਜਾ ਕੇ ਇਹਨੂੰ ਸੈਲ ਕਰ ਦਿੰਦੇ, ਪਰ ਆਪਾਂ ਨੀਚੇ ਦੇਖਿਆ ਸਟੋਕਾਸਟਿਕ ਹੋ ਸਕਦਾ ਹੁਣ ਮੰਨਿਆ ਕਿ ਓਵਰਬੌਟ ਜ਼ੋਨ ਦੇ ਵਿੱਚ ਹੈ, ਪਰ ਜਿਹਨੇ ਓਵਰਬੌਟ ਜ਼ੋਨ ਦੇ ਵਿੱਚ ਹੀ ਆਪਦੀ ਰੈਜ਼ਿਸਟੈਂਸ ਤੋੜਤੀ, ਫਿਰ ਆਈ ਥਿੰਕ ਦੇਖੋ ਇੱਥੇ ਰੈਜ਼ਿਸਟੈਂਸ ਸੀ, ਸਟੋਕਾਸਟਿਕ ਓਵਰਬੌਟ ਜ਼ੋਨ ਚ ਚੱਲ ਰਿਹਾ ਸੀਗਾ, ਹਨਾ। ਓਵਰਬੌਟ ਜ਼ੋਨ ਦੇ ਵਿੱਚ ਉਹਨੇ ਕੀ ਕੀਤਾ? ਰੈਜ਼ਿਸਟੈਂਸ ਤੋੜਤੀ, ਤੇ ਜਦੋਂ ਉਹਨੇ ਦੁਬਾਰਾ ਐਂਟਰੀ ਕੀਤੀ ਉਸ ਟਾਈਮ ਪ੍ਰਾਈਸ ਆ ਰੈਜ਼ਿਸਟੈਂਸ ਤੋੜ ਕੇ ਪ੍ਰਾਈਸ ਇੱਥੇ ਸੀਗਾ 43000 ਤੇ। ਜੇ ਆਪਾਂ ਇਹਨੂੰ ਇੱਥੋਂ ਸੈਲ ਕਰ ਦਿੰਦੇ ਜਾਂ ਇੱਥੇ ਸੈਲ ਕਰ ਦਿੰਦੇ, ਉਹਨੇ ਆਪਣੀ ਓਵਰਬੌਟ ਜ਼ੋਨ ਦੀ ਰੈਜ਼ਿਸਟੈਂਸ ਵੀ ਤੋੜੀ, ਪ੍ਰਾਈਸ ਉੱਪਰ ਵੀ ਗਿਆ, ਤੇ ਜਦੋਂ ਵਾਪਸ ਆਇਆ, ਠੀਕ ਹੈ, ਉਹ 43000 ਤੇ ਸੀ ਪ੍ਰਾਈਸ। ਕਿੱਥੇ ਆਪਾਂ ਉਹਨੂੰ ਕਿਤੇ 40000 ਦੇ ਵੇਚਣਾ ਸੀ, 3000 ਰੁਪਏ ਦਾ ਫਰਕ ਪੈ ਗਿਆ। ਤਾਂ ਇਹ ਚੀਜ਼ਾਂ ਕੰਮ ਦਿੰਦੀਆਂ ਨੇ ਆਪਾਂ ਨੂੰ, ਜੋ ਆਪਾਂ ਸਟ੍ਰੈਟਜੀਜ਼ ਬਣਾਈਆਂ ਨੇ, ਤੇ ਵਾਕਈ ਵਰਕਿੰਗ ਦੇ ਵਿੱਚ ਆਪਾਂ ਨੂੰ ਕੰਮ ਪ੍ਰੈਕਟੀਕਲੀ ਆਪਾਂ ਨੂੰ ਕੰਮ ਦੇ ਕੇ ਜਾਂਦੀਆਂ ਨੇ। ਸਰ ਮੈਂ ਮਤਲਬ ਉਦਾਂ ਦੇਖਦਾ ਵੀ ਇੱਥੇ 43 ਤੇ ਇੱਕ ਰੈਜ਼ਿਸਟੈਂਸ ਦੀ ਲਾਈਨ ਹੋ ਸਕਦੀ ਹੈ, ਕਿਉਂਕਿ ਜੇ ਆਪਾਂ ਪੁਰਾਣਾ ਚਾਰਟ ਦੇਖੀਏ ਸਭ ਤੋਂ ਵੱਡੀ ਕੈਂਡਲ ਜਿਹੜੀ ਆ ਉਹਦੇ ਹਿਸਾਬ ਨਾਲ ਇੱਕ ਸਭ ਤੋਂ ਲੋ ਵੱਜੀ ਸੀ। ਸਰ ਆਪਾਂ ਦੇਖੋ ਜਦੋਂ ਵੀ ਸਪੋਰਟ ਤੇ ਰੈਜ਼ਿਸਟੈਂਸ ਕਰਦੇ, ਜਿੱਥੇ ਵੀ ਜ਼ਿਆਦਾ ਵਾਰੀ ਉਹ ਚੀਜ਼ ਟੱਚ ਕਰ ਲਈ ਹੋਵੇ ਨਾ, ਆਪਾਂ ਉਹਨੂੰ ਲੈ ਕੇ ਚੱਲਦੇ ਹਾਂ, ਕਿਉਂਕਿ ਥੋੜਾ ਬਹੁਤ ਫਰਕ ਹੋ ਜਾਂਦਾ, ਠੀਕ ਹੈ। ਕਈ ਵਾਰੀ ਆਪਾਂ ਦੇਖਦੇ ਹਾਂ ਵੀ 100-200 ਪੁਆਇੰਟ ਦੇ ਫਰਕ ਨਾਲ ਅਲੱਗ-ਅਲੱਗ ਹੁੰਦਾ, ਪਰ ਜਿੱਥੋਂ ਜ਼ਿਆਦਾ ਟਾਈਮ ਦੇਖੋ, ਜਿੱਥੇ ਮੈਂ ਲਗਾ ਰਿਹਾ, ਜਿੱਥੇ ਜ਼ਿਆਦਾ ਟਾਈਮ ਉਹ ਚੀਜ਼ ਟੱਚ ਕਰਦੀ ਹੈ, ਫਿਰ ਆਪਾਂ ਉਹਨੂੰ ਹੀ ਜ਼ਿਆਦਾ ਸਪੋਰਟ ਐਂਡ ਰੈਜ਼ਿਸਟੈਂਸ ਨੂੰ ਲੈ ਕੇ ਚੱਲਦੇ ਹਾਂ। ਠੀਕ ਸਰ, ਮੈਨੂੰ ਇਹੀ ਸੀ ਵੀ ਜਿੱਦਾਂ ਜਿੱਥੇ ਉਹਨੇ ਸਭ ਤੋਂ ਜ਼ਿਆਦਾ ਪੁੱਲ ਬੈਕ ਲਿਆ ਸੀ, ਵੀ ਉਹ ਜਿੱਦਾਂ ਸਪੋਰਟ ਤੇ ਆਪਾਂ ਬੈਕ ਤੋਂ ਦੇਖਿਆ, ਜਿੱਥੇ ਮੈਕਸਿਮਮ ਟਾਈਮ ਬੈਕ ਤੋਂ ਲੈ ਕੇ ਹੁਣ ਤੱਕ ਜਿੱਥੇ ਵਾਰ-ਵਾਰ ਟੱਚ ਕਰ ਰਿਹਾ, ਉਹਨੂੰ ਆਪਾਂ ਮੰਨਦੇ ਹਾਂ ਸਪੋਰਟ ਐਂਡ ਰੈਜ਼ਿਸਟੈਂਸ। ਠੀਕ ਹੈ ਸਰ, ਥੈਂਕ ਯੂ। ਆਪਾਂ ਅੱਜ ਦੀ ਕਲਾਸ ਖਤਮ ਕਰਦੇ ਹਾਂ ਜੀ, ਹੁਣ ਆਪਾਂ ਪਰਸੋਂ ਮਿਲਾਂਗੇ, ਪਰ ਪਰਸੋਂ ਤੱਕ ਤੁਸੀਂ ਟ੍ਰੇਡ ਲੈਣਾ, ਜੇ ਕੋਈ ਬਣਦਾ ਹੋਇਆ ਟ੍ਰੇਡ ਤਾਂ ਜ਼ਰੂਰ ਲਿਓ ਜੋ। ਸਰ ਇੱਕ ਵਾਰ ਪੈਟਰਨ ਚੈੱਕ ਕਰਿਓ। ਲਵੀ ਜੀ ਇੱਕ ਮਿੰਟ ਮੈਂ ਦੇਖਦਾ ਤੁਹਾਡੇ। ਹਾਂਜੀ ਸਰ ਮੇਰਾ ਸੀਗਾ ਇੱਕ ਕੁਐਸਚਨ, ਕੱਲ ਆਪਾਂ ਫਲੈਗ ਬਣਾਇਆ ਸੀ, ਉਹਦੇ ਵਾਸਤੇ ਕਮਾਂਡਸ ਆਪਾਂ ਕਿੱਥੋਂ ਲਈਆਂ ਸੀਗੀਆਂ ਜੀ, ਜਰਾ ਦੱਸੋਗੇ ਜੀ ਟ੍ਰੇਡਿੰਗ ਵਿਊ ਤੋਂ ਜੀ, ਫਲੈਗ ਵਾਸਤੇ ਜੀ।
एक एक मिनट रवि जी रुको, एक मिनट रुको। सर चेक करो सर, एक बार सही बनाया सर हेड एंड शोल्डर। एक मिनट रुक जी, ये सही है, बिल्कुल सही है। ਇਹਦਾ ਸਟਾਕ ਦਾ ਨਾਮ ਕੀ ਹੈ? ਐਸਬੀਆਈ ਨਹੀਂ, ਐਸਬੀਆਈ ਤੇ ਕਿਹੜਾ ਸੀ ਸਟਾਕ? हाँ जी सर। एशियन पेंट। ਸਰ ਤੁਸੀਂ ਮੈਨੂੰ ਪਹਿਲੇ ਸਟਾਕ ਦੇ ਨਾਮ ਦੱਸ ਦਿਓ, ਮੈਂ ਆਪੇ ਪੈਟਰਨ ਬਣਾ ਕੇ ਤੁਹਾਨੂੰ ਦੱਸ ਦੂੰਗਾ। ਠੀਕ ਹੈ, ठीक है सर। ਇਹਨੂੰ ਬੰਦ ਕਰ ਦਿਓ। ਹਾਂਜੀ ਹੁਣ ਪੁੱਛੋ, ਕਿਸੇ ਨੂੰ ਕੁਝ ਪੁੱਛਣਾ ਤਾਂ ਆਪਾਂ ਓਵਰ ਕਰੀਏ। ਸਰ ਮੈਂ ਪੁੱਛ ਰਿਹਾ ਸੀਗਾ, ਆਪਾਂ ਕੱਲ ਨਾ ਜਿਹੜੀ ਇਨਕਲਾਈਨ ਲਾਈਨਸ ਵਗੈਰਾ ਡਰਾ ਕੀਤੀਆਂ ਸੀਗੀਆਂ, ਮਤਲਬ ਗ੍ਰਾਫ ਵਗੈਰਾ ਬਣਾਇਆ ਸੀਗਾ, ਉਹ ਕਮਾਂਡਸ ਆਪਾਂ ਕਿੱਥੋਂ ਦਿੱਤੀ ਸੀਗੀ ਜੀ? ਸਰ ਆਹ ਦੇਖੋ ਜੀ, ਬਿਲਕੁਲ ਲੈਫਟ ਹੈਂਡ ਸਾਈਡ ਤੇ ਜਿੱਥੇ ਪਲੱਸ ਬਣਿਆ ਹੋਇਆ ਨਾ, ਉਹਦੇ ਨੀਚੇ ਆ ਕੇ ਦੇਖੋ। ਠੀਕ ਹੈ, ਇੱਥੋਂ ਆਪਾਂ ਅਲੱਗ-ਅਲੱਗ ਤਰ੍ਹਾਂ ਦੀਆਂ ਲਾਈਨਸ ਚੂਜ਼ ਕਰ ਸਕਦੇ ਹਾਂ ਜੀ। ਪਹਿਲੀ ਜਿਹੜੀ ਲਾਈਨ ਉਹ ਟ੍ਰੈਂਡ ਲਾਈਨ ਹੈ, ਆਪਾਂ ਇਹਨੂੰ ਜਿੱਥੋਂ ਮਰਜ਼ੀ ਜਿੱਧਰ ਨੂੰ ਮਰਜ਼ੀ ਖਿੱਚ ਸਕਦੇ ਹਾਂ। ਇਹਨੂੰ ਮੈਂ ਤੁਹਾਨੂੰ ਕਰਕੇ ਦਿਖਾਉਂਦਾ। ਠੀਕ ਹੈ, ਇਹਨੂੰ ਆਪਾਂ ਟ੍ਰੈਂਡ ਲਾਈਨ ਕਹਿੰਦੇ ਆ। ਇਹ ਜਿਵੇਂ ਜਿਵੇਂ ਚਾਰਟ ਜਿਸ ਸ਼ੇਪ ਨੂੰ ਜਾ ਰਿਹਾ ਹੈ ਨਾ, ਆਪਾਂ ਨੂੰ ਉਸੇ ਸ਼ੇਪ ਨੂੰ ਉਧਰ ਨੂੰ ਲੈ ਕੇ ਜਾ ਸਕਦੇ ਹਾਂ। ਦੇਖੋ ਇੱਕ ਜਗ੍ਹਾ ਤੇ ਆਪਾਂ ਨੂੰ ਪਹਿਲਾਂ ਇੱਕ ਜਗ੍ਹਾ ਤੇ ਪੁਆਇੰਟ ਕੀਤਾ, ਇਸ ਤੋਂ ਬਾਅਦ ਤੁਸੀਂ ਉਹਨੂੰ ਜਿੱਧਰ ਨੂੰ ਮਰਜ਼ੀ ਘੁਮਾ ਕੇ ਉੱਪਰ ਨੂੰ ਜਾਂ ਨੀਚੇ ਨੂੰ, ਜਿਵੇਂ ਵੀ ਤੁਹਾਨੂੰ ਜਿੱਧਰ ਨੂੰ ਸ਼ੇਅਰ ਜਾ ਰਿਹਾ ਉਧਰ ਨੂੰ ਲਿਜਾ ਸਕਦੇ ਹੋ। ਠੀਕ ਹੈ ਜੀ, ਠੀਕ ਹੈ ਸਰ, ਠੀਕ ਹੈ। ਓਕੇ ਜੀ, ਓਕੇ, ਥੈਂਕ ਯੂ ਬਾਕੀ ਸਰ। ਤੁਸੀਂ ਇੱਕ ਵਾਰੀ ਟਿਊਟੋਰੀਅਲ ਦੇਖ ਲਓ YouTube ਤੇ। ਇਹੋ ਜਿਹੀ ਚੀਜ਼ਾਂ ਸਰ ਤੁਹਾਨੂੰ YouTube ਤੇ ਬਹੁਤ ਵਧੀਆ ਐਕਸਪਲੇਨ ਕੀਤੀਆਂ ਹੋਈਆਂ ਮਿਲ ਜਾਣਗੀਆਂ ਜੀ। ਆਪਾਂ ਏਸ਼ੀਅਨ ਪੇਂਟ ਦੀ ਗੱਲ ਕਰ ਲਈਏ ਇੱਕ ਵਾਰੀ ਸਰ। हाँ जी सर। ਦੇਖੋ ਸਰ, ਇਹ ਚ ਹੈਡ ਐਂਡ ਸ਼ੋਲਡਰ ਬਣ ਰਿਹਾ ਹੈ ਜੀ। ਦੇਖੋ ਆਪਾਂ ਇੱਥੇ ਇੱਕ ਨੈਕ ਲਾਈਨ ਲਗਾ ਦਿੰਦੇ ਹਾਂ। ਵਾਰ-ਵਾਰ ਸ਼ੇਅਰ ਉਸੇ ਜਗ੍ਹਾ ਤੇ ਆ ਕੇ ਸਪੋਰਟ ਲੈ ਕੇ ਫਿਰ ਉੱਪਰ ਨੂੰ ਗਿਆ। ਉਹਨੇ ਪਹਿਲਾਂ ਕੀ ਕੀਤਾ, ਇੱਕ ਸ਼ੋਲਡਰ ਬਣਾਇਆ, ਇੱਥੇ ਉਹਨੇ ਸਪੋਰਟ ਲਈ। ਠੀਕ ਹੈ, ਫਿਰ ਉੱਪਰ ਹੈਡ ਬਣਾਇਆ ਜੀ, ਫਿਰ ਨੀਚੇ ਆ ਕੇ ਸਪੋਰਟ ਲਈ, ਫਿਰ ਵਾਪਸ ਦੁਬਾਰਾ ਉੱਪਰ ਉਨੇ ਹੀ ਗਿਆ ਜਿੰਨਾ ਉਹ ਪ੍ਰੀਵੀਅਸ ਆਪਣੇ ਸ਼ੋਲਡਰ ਦੇ ਉੱਪਰ ਗਿਆ ਸੀ, ਤੇ ਰਾਈਟ ਨਾਲ ਦੁਬਾਰਾ ਉਹ ਆਪਣਾ ਸਪੋਰਟ ਲੈ ਰਿਹਾ। ਹੁਣ ਆਪਾਂ ਬਸ ਇੱਥੇ ਵੇਟ ਕੀ ਕਰਨਾ ਕਿ ਕਦੋਂ ਇਹ ਨੈਕ ਲਾਈਨ ਬ੍ਰੇਕ ਆਊਟ ਹੁੰਦੀ ਹੈ। ਆਪਾਂ ਨੂੰ ਪਤਾ ਕਿ ਹੈਡ ਐਂਡ ਸ਼ੋਲਡਰ ਬਣ ਗਿਆ ਸਰ, ਬਿਲਕੁਲ ਸਹੀ ਪੈਟਰਨ ਬਣਿਆ ਹੈਗਾ ਜੀ। ਆਪਾਂ ਉਹਦੇ ਨੀਚੇ ਨਾਲ ਸਪੋਰਟ ਐਂਡ ਰੈਜ਼ਿਸਟੈਂਸ ਵੀ ਲਗਾ ਲਈਆਂ ਹੈਗੀਆਂ ਨੇ। ਠੀਕ, ਤਾਂ ਆਪਾਂ ਬਸ ਥੋੜੀ ਜਿਹੀ ਇਸ ਸ਼ੇਪ ਨੂੰ ਵੇਟ ਕਰਾਂਗੇ ਕਿ ਜਿਵੇਂ ਹੀ ਇਹ ਇਥੋਂ ਨੈਕ ਲਾਈਨ ਨੂੰ ਆਪਦੀ ਨੂੰ ਤੋੜਦਾ, ਤਾਂ ਆਪਾਂ ਇਹਨੂੰ ਬਾਈ ਕਰਾਂਗੇ ਕਿ ਸ਼ਾਰਟ ਕਰਾਂਗੇ? सर शॉर्ट करांगे। ਹਾਂ, ਕਿਉਂਕਿ ਨੀਚੇ ਨੂੰ ਜਾ ਰਿਹਾ ਤਾਂ ਆਪਾਂ ਇਹਨੂੰ ਸ਼ਾਰਟ ਕਰਾਂਗੇ। ਠੀਕ, ਪਰ ਟਾਰਗੇਟ ਕਿੰਨਾ? ਹੁਣ ਕੀ ਆਪਾਂ ਇੱਕ ਦਿਨ ਚ ਉਹਨਾਂ ਹੈਡ ਜਿੰਨਾ ਟਾਰਗੇਟ ਲੈ ਸਕਦੇ ਹਾਂ? हाँ जी सर। सर मैं 2890 ਤੇ ਕਨਫਰਮੇਸ਼ਨ ਰੱਖੀ ਸੀ, ਸਰ ਟਾਰਗੇਟ ਰੱਖਿਆ ਵਾ ਸਰ 2506 ਤੱਕ। ਸਰ ਕੀ ਇੱਕ ਦਿਨ ਚ 2800 ਤੋਂ ਸ਼ੇਅਰ 2500 ਤੇ ਆ ਜਾਏਗਾ ਜੀ? ਸਰ ਜੇ ਸ਼ੋਰਟ ਕਰਾਂਗੇ ਸਰ, ਜਿੰਨਾ ਮਤਲਬ 3.5 ਤੱਕ ਜਿੰਨਾ ਹੋ ਸਕੇ ਉਹਨਾਂ ਖਿੱਚ ਲਾਂਗੇ। ਹਾਂ, ਆਪਾਂ ਉਹੀ ਗੱਲ ਕਰ ਰਹੇ ਹਾਂ ਕਿ ਆਪਾਂ ਨੂੰ ਸ਼ਾਰਟ ਕਰ ਰਹੇ ਹਾਂ। ਤੇ ਜਦੋਂ ਸ਼ਾਰਟ ਕਰਦੇ ਹਾਂ ਤਾਂ ਫਿਰ ਆਪਾਂ ਇੰਨਾ ਸਿੰਗਲ ਡੇ ਉਹਨਾਂ ਟਾਰਗੇਟ ਨਹੀਂ ਲੈ ਸਕਦੇ ਹੁੰਦੇ, ਆਪਾਂ ਨੂੰ ਪਤਾ ਹੁੰਦਾ। ਹਾਂ, ਹੋਣ ਨੂੰ ਕੁਝ ਵੀ ਹੋ ਸਕਦਾ। ਗੱਲ ਹੋਈ ਵੀ ਵਾਰ ਦੀ ਗੱਲ ਆਈ ਤੇ ਮਾਰਕੀਟ ਇੱਕ ਦਿਨ ਚ 10-20% ਵੀ ਗਿਰੇਗਾ ਹੋਈਆਂ ਮਾਰਕੀਟ ਨੇ, ਹਨਾ। ਪਰ ਇੰਟਰਾਡੇ ਦੀ ਗੱਲ ਚ ਆਪਾਂ ਉਹਨੂੰ ਉਦਾਂ ਟਾਰਗੇਟ ਨਹੀਂ ਲੈ ਕੇ ਚੱਲਦੇ, ਆਪਾਂ ਦੇਖਾਂਗੇ। ਠੀਕ ਹੈ, ਪਰ ਗੱਲ ਇਹ ਹੈ ਵੀ ਆਪਾਂ ਹਜੇ ਇੰਟਰਾਡੇ ਕਰ ਨਹੀਂ ਰਹੇ ਸਰ। ਆਪਾਂ ਕਿਉਂਕਿ ਇੰਟਰਾਡੇ ਦੀਆਂ ਸਟ੍ਰੈਟਜੀਜ਼ ਲਾ ਕੇ ਚੱਲਣੀ ਹੈ। ਵੈਸੇ ਸਰ ਅਡਾਨੀ ਗ੍ਰੀਨ એનર્ਜੀ ਚ ਦੇਖਿਓ ਸਰ, ਬੁਲਿਸ਼ ਫਲੈਗ ਬਣ ਰਿਹਾ ਵਾ ਸਰ, ਬਣ ਰਿਹਾ ਕਿ ਨਹੀਂ? ਕਿਹੜੀ ਐਨਰਜੀ ਸਰ? ਸਰ ਅਡਾਨੀ ਗ੍ਰੀਨ એનર્ਜੀ। ਅਡਾਨੀ ਗ੍ਰੀਨ ਐਨਰਜੀ, ਇੱਕ ਮਿੰਟ ਚ ਆਪਾਂ ਦੇਖ ਲੈਂਦੇ ਹਾਂ। ਸਰ ਐਕਚੁਅਲੀ ਥੋੜਾ ਜਿਹਾ ਕਹਿ ਸਕਦੇ ਹਾਂ, ਬਟ ਜ਼ਿਆਦਾ ਉਹ ਹਜੇ ਪੈਟਰਨ ਉਵੇਂ ਪ੍ਰੋਪਰ ਫਲਰਿਸ਼ ਨਹੀਂ ਹੋਇਆ। ਪੋਲ ਛੋਟਾ ਹੈ ਜੀ, ਤੇ ਫਲੈਗ ਨੇ ਕੀ ਕੀਤਾ, ਫਲੈਗ ਨਾ ਇੱਕ ਸਿਸਟਮ ਚ ਨਹੀਂ ਰਿਹਾ, ਫਲੈਗ ਉੱਪਰ ਨੀਚੇ ਨੂੰ ਜ਼ਿਆਦਾ ਹੋ ਗਿਆ। ਜੇ ਹਾਂਜੀ ਉੱਪਰ ਸਰ। ਨੀਚੇ ਨੂੰ ਇੰਨਾ ਜ਼ਿਆਦਾ ਨਾ ਹੁੰਦਾ, ਹੁਣ ਦੇਖੋ ਆਹ ਚੀਜ਼ ਹੈ ਨਾ ਜਿਹੜੀ ਇਹਨੇ ਫਲੈਗ ਨੂੰ ਖਰਾਬ ਕਰਤਾ ਹੈ, ਤੇ ਇਹਨੂੰ ਆਪਾਂ ਪ੍ਰੋਪਰ ਫਲੈਗ ਨਹੀਂ ਕਹਿ ਸਕਾਂਗੇ ਹੁਣ। ਪੋਲ ਵੀ ਛੋਟਾ ਸੀਗਾ ਤੇ ਉੱਪਰ ਜਾ ਕੇ ਫਲੈਗ ਹੋ ਗਿਆ ਵੀ ਪੋਲ ਦੇ ਅਕੋਰਡਿੰਗ ਆਪਾਂ ਫਲੈਗ ਦੇਖ ਰਹੇ ਹਾਂ। ਤਾਂ ਹੁਣ ਇਹ ਨਾ ਕੰਸੋਲੀਡੇਸ਼ਨ ਜ਼ਿਆਦਾ ਹੋ ਗਈ ਹੈ। ਜੇ ਫਲੈਗ ਹੁੰਦਾ, ਮੰਨ ਲਓ ਕਿ ਨਹੀਂ, ਸਾਨੂੰ ਕਿਤੇ ਨਾ ਕਿਸੇ ਇੱਕ ਪਾਸੇ ਨੂੰ ਬ੍ਰੇਕਆਊਟ ਦੇ ਦੇਣਾ ਸੀ। ਮੰਨ ਲਓ ਜਿੱਥੇ ਹੁਣ ਮੇਰਾ ਇੱਥੇ ਹੈਂਡ ਹੈ, ਇੱਥੋਂ ਕਿਤੇ ਉੱਪਰ ਨੀਚੇ ਹੋ ਜਾਂਦਾ ਇਸ ਜਗ੍ਹਾ ਤੋਂ, ਤਾਂ ਆਪਾਂ ਨੂੰ ਮੰਨ ਸਕਦੇ ਸੀ। ਅਦਰਵਾਈਜ਼ ਹੁਣ ਇਹਦੀ ਕੰਸੋਲੀਡੇਸ਼ਨ ਹੀ ਇੰਨੀ ਹੋ ਗਈ ਹੈ, ਹੁਣ ਇਹ ਕੋਈ ਨਵਾਂ ਪੈਟਰਨ ਬਣਾਏਗਾ ਇਹ। ਠੀਕ ਹੈ ਸਰ। ਹੋਰ ਦੱਸੋ ਜੀ ਕੋਈ?
ਸਰ ਫਲੈਗ ਦਾ ਪ੍ਰੋਪਰ ਰੈਕਟੈਂਗੂਲਰ ਹੋਣਾ ਚਾਹੀਦਾ ਕਿ ਥੋੜਾ ਬਹੁਤਾ ਚੱਲ ਪੈਂਦਾ ਹੈ? ਨਹੀਂ ਸਰ, ਥੋੜਾ ਬਹੁਤ ਚੱਲਦਾ ਜੀ। ਦੇਖੋ ਆਪਾਂ ਕੋਈ ਵੀ ਚੀਜ਼ ਉਹੀ ਗੱਲ ਵੀ ਆਪਾਂ ਪ੍ਰੋਪਰ ਨਹੀਂ ਨਾ ਕਹਿ ਸਕਦੇ ਵੀ ਇਦਾਂ ਹੀ ਬਣੂਗੀ। ਚਾਰਟ ਹੈ, ਥੋੜਾ ਬਹੁਤ ਉੱਪਰ ਨੀਚੇ ਹੋ ਸਕਦਾ, ਬਸ ਇੱਕ ਕਹ ਲਓ ਲੁੱਕ ਵਾਈਜ਼ ਥੋੜਾ ਜਿਹਾ ਦਿਖਣਾ ਚਾਹੀਦਾ ਹੈ। ਪਰ ਜੋ ਜਿਵੇਂ ਇਹਦੇ ਬੈਕ ਤੇ ਆਪਾਂ ਕੀ ਦੇਖਿਆ ਵੀ ਜ਼ਿਆਦਾ ਹੀ ਕੁਝ ਕੰਸੋਲੀਡੇਸ਼ਨ ਜ਼ਿਆਦਾ ਹੀ ਹੋ ਗਈ, ਸਾਈਡਵੇਜ਼ ਕੁਝ ਜ਼ਿਆਦਾ ਹੀ ਹੋ ਗਿਆ, ਇੰਨਾ ਨਹੀਂ ਹੋਣਾ ਚਾਹੀਦਾ ਉਹਨੂੰ। ਠੀਕ ਹੈ ਸਰ। ਸਰ ਅਡਾਨੀ ਟਰਾਂਸਮਿਸ਼ਨ ਚ ਸਰ ਪ੍ਰੋਪਰ ਜਿਹਾ ਦਿਖ ਰਿਹਾ ਵੈਸੇ, ਦੇਖੋ ਮਾੜਾ ਜਿਹਾ ਸਰ ਅਡਾਨੀ ਕਿਹੜਾ ਜੀ? ਸਰ ਟਰਾਂਸਮਿਸ਼ਨ, ਅਡਾਨੀ ਟਰਾਂਸਮਿਸ਼ਨ। ਟ੍ਰਾਂਸਮਿਸ਼ਨ ਓਕੇ ਜੀ। ਫਲੈਗ ਸਰ, ਫਲੈਗ ਤਾਂ ਹਾਂਜੀ ਸਰ। ਮੈਨੂੰ ਤਾਂ ਕਿਤੇ ਨਹੀਂ ਦਿਖਾ ਸਰ ਫਲੈਗ ਜੀ। ਦੇਖੋ ਤੁਹਾਨੂੰ ਕਿਤੇ ਦਿਖ ਰਿਹਾ? ਸਰ ਆ ਜਿਹੜੀ ਸਰ ਵਿਚਾਲੀ ਲਾਈਨ ਆ ਸਰ, ਸਿੱਧਾ ਪੋਲ ਬਣਿਆ ਸਰ, ਉਦੋਂ ਬਾਅਦ ਰੈਕਟੈਂਗਲ ਜਿਹਾ। ਕਿਸੇ ਹੋਰ ਨੂੰ ਦਿਖ ਰਿਹਾ ਵੀ ਫਲੈਗ? ਨਹੀਂ ਸਰ ਧੱਕੇ ਨਾਲ ਪੈਟਰਨ ਨਹੀਂ ਬਣਾਉਣੇ ਜੀ। ਠੀਕ ਹੈ ਸਰ। ਟ੍ਰੇਡ ਲਾਈਨ ਦੇ ਮਾਰੇ ਆਪਾਂ ਧੱਕੇ ਨਾਲ ਪੈਟਰਨ ਨਹੀਂ ਬਣਾਉਣੇ। ਹਾਂ, ਅਹ, ਦੇਖੋ ਇੱਥੇ ਕੀ ਚੱਲ ਰਿਹਾ ਜਿਹੜਾ ਹੈ। ਪੋਲ ਜਾ ਰਿਹਾ ਉਹ ਟੇਢਾ ਜਾ ਰਿਹਾ, ਸਿੱਧਾ ਨਹੀਂ ਹੈਗਾ। ਉਹ ਆਹੀ ਕਹਿ ਰਹੇ ਨੇ 16 ਨੰਬਰ ਹੈ, 16 ਜੂਨ ਦੀ ਗੱਲ, 16 ਤੋਂ ਜੂਨ ਦੀ ਗੱਲ ਕਰ ਰਹੇ ਨੇ ਉਹ। 16 ਜੂਨ ਆਹੀ ਭਾਜੀ, ਹਾਂ ਇੱਥੇ 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 ਆਹ ਅੱਗੇ, ਜੂਨ ਨਹੀਂ ਅਗਸਤ ਕੀ ਸਰ ਹੈਗਾ ਇਹ। ਅਗਸਤ ਵਾਲਾ। ਹਾਂਜੀ ਆਹ 6 ਅਗਸਤ ਦੇ ਕੋਲ ਜਿਹੜੀ ਹੈਗੀ ਹੈ ਪਿੱਛੇ। ਠੀਕ ਹੈ ਸਰ, ਆਪਾਂ ਇਹਨੂੰ ਫਲੈਗ ਮੰਨ ਲੈਂਦੇ ਹਾਂ ਜੀ। ਪਰ ਗੱਲ ਇਹੀ ਆ, ਅਗੇਨ ਉਹ ਪੋਲ ਤਾਂ ਨਜ਼ਰ ਆ ਗਿਆ ਆਪਾਂ ਨੂੰ, ਮੰਨ ਲਓ ਨਾ ਫਲੈਗ ਕਿੱਥੇ ਹੈਗੀ ਹੈ ਨਾ, ਬਾਕੀ ਇਹਦਾ ਟਾਰਗੇਟ ਨਹੀਂ ਹੈ ਨਾ। ਠੀਕ ਹੈ ਸਰ। ਠੀਕ ਹੈ, ਦੇਖੋ ਹੁਣ ਆਪਾਂ ਟਾਰਗੇਟ ਨੂੰ ਨਾ ਇਹਦਾ ਉੱਪਰ ਠੀਕ ਹੈ ਸਰ। ਇੱਕ ਮਿੰਟ ਰੁਕੋ, ਤੁਹਾਨੂੰ ਮੈਂ ਦਿਖਾਉਣਾ। ਇਹਦੇ ਚ ਆਲਰੇਡੀ ਮੇਰੀ ਫਲੈਗ ਦੇ ਉੱਪਰ ਟ੍ਰੇਡ ਹੋਈ ਸੀਗੀ, ਇਹਦੇ ਚ ਮੈਨੂੰ ਪ੍ਰੋਫਿਟ ਵੀ ਆਇਆ ਸੀ। ਹਾਂਜੀ ਸਰ। ਇਹ ਦੇਖੋ, नीचे सर पोल है जी, ठीक है, ऊपर अपना फ्लैग है, तो उन्हें ही अपन ऊपर उन्हें टारगेट देता है। ठीक है। ठीक है, ये तो बाद देखो ऊपर फिर वही चीज बनी, इतने देखो आ भी फ्लैग बनया, ऐसे करके देखो। हाँ जी सर। एक ये भी देख लो फ्लैग इतना भी बन जाते हैं, ट्रायंगल की शेप भी बन जाने, जरूरी नहीं कि रेक्टेंगल ही बननी या स्क्वायर ही बनना। ठीक है, झंडे ठीक है सर। हम माता वाले झंडे का ट्रायंगल वाले होंगे, ਆਪਾਂ ਉਹ ਵੀ ਝੰਡਾ ਮਾਤਾ ਵੀ ਆਪਾਂ ਨੂੰ ਪ੍ਰੋਫਿਟ ਕਰਾ ਕੇ ਦੇ ਸਕਦੀ ਹੈ। ਉਹ ਦੇਖੋ ਉੱਪਰ ਉਨਾ ਹੀ ਆਪਾਂ ਨੂੰ ਟਾਰਗੇਟ ਮਿਲਿਆ ਉਹਦੇ ਵਿੱਚ। ਠੀਕ ਹੈ ਨਾ ठीक है ਸਰ, ਹਮੇਸ਼ਾ ਲਕੀਰ ਦਾ ਫਕੀਰ ਨਹੀਂ ਬਣਨਾ ਵੀ ਹਾਂ ਵੀ ਸਰ ਨੇ ਉਹ ਪਹਿਲੀ ਵਾਰੀ ਜੋ ਸਕੁਅਰ ਵਾਲਾ ਬਣਾ ਕੇ ਦਿਖਾਇਆ ਸੀ, ਹਮੇਸ਼ਾ ਸਕੁਅਰ ਹੀ ਬਣੂਗਾ। ਉਹ ਰੈਕਟੈਂਗਲ ਵੀ ਬਣ ਸਕਦਾ ਹੈ, ਸਕੁਅਰ ਵੀ ਬਣ ਸਕਦਾ ਹੈ। ਠੀਕ ਹੈ, ਹੁਣ ਜਿਵੇਂ ਆਪਾਂ ਇੱਥੇ ਦੇਖਿਆ ਵੀ ਉਹ ਮੇਬੀ ਉਹਦੇ ਥੋੜਾ ਜਿਹਾ ਉੱਪਰ ਨੂੰ ਵੀ ਹੋ ਸਕਦਾ, ਮੇਬੀ ਉਹ ਡਾਊਨਵਰਡ ਵੀ ਚੱਲ ਸਕਦਾ, ਜਿਵੇਂ ਹੁਣ ਆਪਾਂ ਇੱਥੇ ਦੇਖ ਰਹੇ ਹਾਂ। ਆਪਾਂ ਨੂੰ ਤਾਂ ਮਤਲਬ ਹੈ सर ਜਿਹੜਾ ਜਿਹੜਾ ਰੈਕਟੈਂਗਲ ਬਣੂਗਾ ਸਰ, ਉਹ ਜਿੰਨਾ ਮਰਜ਼ੀ ਲੰਬਾ ਵੀ ਬਣ ਸਕਦਾ ਬਿਲਕੁਲ ਸਰ, ਸਰ, ਬਾਅਦ ਚ ਜਾ ਕੇ ਤੋੜੇ। ਹਾਂਜੀ ਠੀਕ ਹੈ। ਬਹੁਤਾ ਲੰਬਾ ਨਾ ਬਣ ਜਾਏ, ਪਰ ਹਾਂ ਜਿਵੇਂ ਆਪਾਂ ਇੱਥੇ ਦੇਖਿਆ ਵੀ ਚਲੋ ਮੰਨ ਲਓ 6-7 ਦਿਨ ਉਹਨੇ ਲਗਾਏ, ਠੀਕ ਆ ਕੋਈ ਗੱਲ ਨਹੀਂ, ਇਹ ਤੋਂ ਬਾਅਦ ਉਹਨੇ ਆਪਣਾ ਟਾਰਗੇਟ ਦੇਣਾ ਸ਼ੁਰੂ ਕਰਤਾ। ठीक है सर। ਕਈ ਵਾਰੀ ਨਾ ਕਈ ਸ਼ੇਅਰ ਇਦਾਂ ਦੇ ਹੁੰਦੇ ਆ
ਕਿ ਮੰਨ ਲਓ ਉਹ ਲਗਾਤਾਰ ਨਾ 4-4 5-5 ਮਹੀਨੇ ਕੰਸੋਲੀਡੇਸ਼ਨ 'ਚ ਪਏ ਰਹਿੰਦੇ ਆ। ਆਪਾਂ ਮੰਨ ਲਓ 6 ਮਹੀਨੇ ਇੱਕੋ ਸ਼ੇਅਰ ਦੀ ਵੇਟ ਕਰਦੇ ਰਹੀਏ ਵੀ ਕਦੋਂ ਨਿਕਲੂਗਾ, ਤਾਂ ਆਪਾਂ ਇੰਨੀ ਦੇਰ ਵੇਟ ਨਹੀਂ ਕਰਨੀ। ਹਾਂ, ਆਪਾਂ ਨੂੰ ਲੱਗਦਾ ਕਿ 7-8 ਦਿਨ ਦੇ ਵਿੱਚ ਉਹਨੇ ਆਪਣਾ ਸ਼ੁਰੂ ਕਰਤਾ ਬ੍ਰੇਕਆਊਟ ਦੇकर, ਤਾਂ ਆਪਾਂ ਉੱਥੇ ਟਾਰਗੇਟਸ ਲੈਣੇ ਸ਼ੁਰੂ ਕਰਾਂਗੇ। ਠੀਕ ਹੈ ਸਰ ਸਵਿੰਗ ਤੇ ਲੌਂਗ ਟਰਮ ਆਪਾਂ 1 ਡੇ ਦੇ ਅਕੋਰਡਿੰਗ ਕਰਾਂਗੇ। ਹਾਂਜੀ, ਜਿਹੜਾ ਆਪਾਂ ਲੌਂਗ ਟਰਮ ਟ੍ਰੈਂਡ ਲਵਾਂਗੇ ਜਾਂ ਸਵਿੰਗ ਲਵਾਂਗੇ, ਬਿਲਕੁਲ ਆਪਾਂ 1 ਡੇ ਦੀ ਕੈਂਡਲ ਲਗਾ ਕੇ ਹੀ ਸਵਿੰਗ ਟ੍ਰੇਡ ਤੇ ਲੌਂਗ ਟਰਮ ਲੈਣਾ। ਹੁਣ ਇਹ ਮੈਨੂੰ ਜਰਾ ਦੱਸੋ ਕਿਹੜਾ ਪੈਟਰਨ ਹੈ ਜੀ ਇਹ? ਸਿਮੈਟ੍ਰੀਕਲ ਟ੍ਰਾਇੰਗਲ ਵਾਲਾ ਕੁਝ। ਹਾਂਜੀ, ਕਦੇ ਵੀ ਨਾ ਪੈਟਰਨ ਤੁਸੀਂ ਜਿੱਦ ਕੇ ਨਹੀਂ ਲੱਭਣੇ ਵੀ ਮੈਨੂੰ ਲੱਭਿਆ ਕਿਉਂ ਨਹੀਂ, ਮੈਂ ਤਾਂ ਲੱਭ ਕੇ ਹਟੂੰਗਾ। ਜੋ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਬਸ ਉਹਨਾਂ ਨੂੰ ਟਾਰਗੇਟ ਆਪਦਾ ਉਹ ਵੀ ਕਰ ਲਓ ਨਾ, ਉਹਨੂੰ ਪੈਟਰਨ ਬਣਾ ਲਓ। ਜੇ ਤੁਸੀਂ ਉਹਨੂੰ ਜਿੱਦ ਕੇ ਧੱਕੇ ਨਾਲ ਕੈਂਡਲ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਟਾਰਗੇਟ ਖਰਾਬ ਹੋ ਜਾਣਗੇ, ਤੁਹਾਨੂੰ ਉਹਨੇ ਐਗਜ਼ੈਕਟਲੀ ਟਾਰਗੇਟ ਨਹੀਂ ਦੇਖੇ ਜਾਣੇ। ਹੁਣ ਆਹ ਦੇਖੋ ਪ੍ਰੋਪਰ ਆਪਾਂ ਕੋਈ ਜਿੱਦ ਕੇ ਤੁਹਾਨੂੰ ਲੱਗਿਆ, ਆਪਾਂ ਜੋ ਮੈਨੂੰ ਨਜ਼ਰਾਂ ਦੇ ਸਾਹਮਣੇ ਨਜ਼ਰ ਆ ਗਿਆ ਵੀ ਇਹ ਕੁਛ ਇਦਾਂ ਦਾ ਬਣ ਰਿਹਾ, ਠੀਕ ਹੈ, ਰਫਲੀ ਆਈਡੀਆ ਹੋਇਆ, ਆਪਾਂ ਦੇਖਿਆ, ਆਪਾਂ ਨੂੰ ਉਹਨੇ ਟਾਰਗੇਟ ਦਿੱਤਾ। ਜਦੋਂ ਤੁਸੀਂ ਖੁੱਬ ਕੇ ਲੱਭਣ ਦੀ ਕੋਸ਼ਿਸ਼ ਕਰੋਗੇ ਉਹ ਚੀਜ਼ ਤੁਹਾਡੀ ਉੱਤੇ ਪ੍ਰੋਪਰ ਬਣਨੀ ਨਹੀਂ ਗੀ। ਇਹਦੇ ਵਿੱਚ ਵੀ ਆਪਾਂ ਟ੍ਰੇਡ ਲਿਆ ਹੋਇਆ। ਸਰ ਇੱਥੇ ਡਿਫੈਂਡਿੰਗ ਬਣ ਰਿਹਾ ਸਟਾਰਟਿੰਗ ਕਰੰਟ ਸਿਨੈਰੀਓ 'ਚ। ਹਾਂਜੀ ਸਰ, ਆਪਾਂ ਉਹ ਵੀ ਕਹਿ ਸਕਦੇ ਹਾਂ, ਡਿਸੈਂਡਿੰਗ ਵੀ ਕਹਿ ਸਕਦੇ ਹਾਂ। ਜਿਹਨੂੰ ਪ੍ਰਾਈਸ ਐਕਸ਼ਨ ਬੇਸ ਤੇ ਲਾਈਨ ਆਪਾਂ ਇੱਥੇ ਪ੍ਰੋਪਰ ਲਾ ਦਈਏ ਤਾਂ ਵਾਰੀ ਸ਼ੇਅਰ ਇੱਕੋ ਜਗ੍ਹਾ ਤੋਂ ਸਪੋਰਟ ਲੈਣਾ ਹੈਗਾ, ਠੀਕ ਹੈ। ਉਹੀ ਨਾ, ਆਪਾਂ ਦੋਵਾਂ ਨੂੰ ਅਲੱਗ-ਅਲੱਗ ਦਿਖਿਆ, ਮੈਨੂੰ ਸਿਮੈਟ੍ਰਿਕ ਦਿਖਿਆ, ਤੁਹਾਨੂੰ ਡਿਸੈਂਡ ਦਿਖਿਆ, ਪਰ ਅਲਟੀਮੇਟਲੀ ਕੀ ਹੋਇਆ, ਆਪਾਂ ਕੋਈ ਬਹੁਤੀ ਕੋਸ਼ਿਸ਼ ਨਹੀਂ ਕੀਤੀ ਇਹਨੂੰ ਉਹ ਚੀਜ਼ ਨੂੰ ਫਾਈਂਡ ਆਊਟ ਕਰਨ ਦੀ। ਆਪਾਂ ਨੂੰ ਇੱਕ ਜਨਰਲ ਜਿਹਾ ਆਈਡੀਆ ਹੋ ਗਿਆ, ਆਪਾਂ ਉੱਥੇ ਟ੍ਰੇਡ ਲੈ ਲਿਆ। ਇੱਥੇ ਫਲੈਗ ਨਜ਼ਰ ਆ ਰਿਹਾ ਹੈ? ਹਾਂਜੀ ਸਰ। ठीक है, बस इतना ही लगने है। कोई भी चार्ट चको, ठीक है, जर्नल जी नजर नाल नु देखो प्रॉपर अपन टारगेट मिल रहे हैं उन्होंने। ऐसे देखो कोई भी पैटर्न नहीं कर, सिंपली सपोर्ट एंड रेजिस्टेंस काम कर रही है। सपोर्ट ਤੇ ਆਪਾਂ ਬਾਈ ਕੀਤਾ, ਰੈਜ਼ਿਸਟੈਂਸ ਤੇ ਜਾ ਕੇ ਵੇਚਦਾ, ਠੀਕ ਹੈ। ਤੁਸੀਂ ਮੈਂ ਆਪ ਦੀ ਗੱਲ ਦੱਸਾਂ, ਮੈਂ 3 ਵਾਰੀ ਟ੍ਰੇਡ ਲੈ ਚੁੱਕਿਆ ਹੁਣ ਤੱਕ ਇੱਥੇ। ਜਦੋਂ ਸਪੋਰਟ ਤੇ ਆਉਂਦਾ ਮੈਂ ਬਾਈ ਕਰ ਲੈਂਦਾ, ਜਦੋਂ ਉੱਪਰ ਰੈਜ਼ਿਸਟੈਂਸ ਹੁੰਦੀ ਜਾ ਕੇ ਸੈਲ ਕਰ ਦੇਈਦਾ। ਚਲ ਜਦੋਂ ਆਪਾਂ ਦੇਖਣਾ ਸ਼ੁਰੂ ਕਰ ਦਾਂਗੇ ਨਾ ਚਾਰ ਪੈਟਰਨਸ ਨੂੰ, ਠੀਕ ਹੈ। ਕਈ ਵਾਰੀ ਆਪਾਂ ਨੂੰ ਸਪੋਰਟ ਐਕਸ਼ਨ ਬੇਸਿਸ ਤੇ ਆਪਾਂ ਨੂੰ ਟ੍ਰੇਡ ਮਿਲ ਜੂਗਾ, ਕਈ ਵਾਰੀ ਆਪਾਂ ਨੂੰ ਚਾਰ ਪੈਟਰਨ ਤੇ ਟ੍ਰੇਡ ਮਿਲ ਜੂਗਾ, ਕਈ ਵਾਰੀ ਆਪਾਂ ਨੂੰ ਕੋਈ ਜਿਵੇਂ ਅੱਗੇ ਇੰਡੀਕੇਟਰ ਕਰਦੇ ਰਵਾਂਗੇ ਆਪਾਂ ਨੂੰ ਇੰਡੀਕੇਟਰ ਬੇਸਿਸ ਤੇ ਕੋਈ ਟ੍ਰੇਡ ਮਿਲ ਜੂਗਾ। ਤਾਂ ਕੋਈ ਗੱਲ ਨਹੀਂ, ਤੁਸੀਂ ਸਿੱਖੋ ਸੀ ਚੀਜ਼ਾਂ ਨੂੰ, ਪਰ ਉਹਨੂੰ ਨਾਲ ਪ੍ਰੈਕਟੀਕਲੀ ਅਪਲਾਈ ਜ਼ਰੂਰ ਕਰਿਓ। ਇਹ ਨਾ ਹੋਵੇ ਵੀ ਤੁਸੀਂ ਇੱਕ ਸ਼ੇਅਰ ਲੈ ਲਓ, ਤੁਹਾਨੂੰ ਕੋਈ ਬਹੁਤਾ ਨੁਕਸਾਨ ਵੀ ਨਹੀਂ ਹੁੰਦਾ, ਬਹੁਤਾ ਫਾਇਦਾ ਨਹੀਂ ਹੋਣਾ, ਤਾਂ ਬਹੁਤਾ ਲਾਸ ਵੀ ਨਹੀਂ ਹੋਣਾ, ਪਰ ਆਪਾਂ ਨੂੰ ਕੋਈ ਕਨਫਰਮੇਸ਼ਨ ਤਾਂ ਹੋਣਾ ਕਿ ਹਾਂ ਅਸੀਂ ਜੋ ਸਿੱਖਿਆ ਸੀ ਉਹਦੇ ਬੇਸਿਸ ਤੇ ਇੱਕ ਸ਼ੇਅਰ ਲਿਆ, ਸਾਨੂੰ ਇੱਕ ਸ਼ੇਅਰ ਦੀ 10 ਰੁਪਏ ਦੇਗਾ, 20 ਰੁਪਏ ਦੇਗਾ, ਭਾਵੇਂ 5 ਵੀ ਦੇ ਦੇ, ਜਾਂ ਮੰਨ ਲਓ 5 ਮਾਈਨਸ ਵੀ ਹੋ ਜਾਣਗੇ, ਕੋਈ ਗੱਲ ਨਹੀਂ, ਕੋਈ ਦਿਲ ਨਹੀਂ ਦੁਖਣ ਲੱਗਿਆ ਆਪਣਾ 5 ਰੁਪਏ ਮਾਈਨਸ ਹੋਣ ਨਾਲ। ਪਰ ਆਪਾਂ ਨੂੰ ਪਤਾ ਤਾਂ ਹੋਊਗਾ ਨਾ ਅਸੀਂ ਗਲਤੀ ਕਿੱਥੇ ਕੀਤੀ ਤੇ ਸਾਡਾ ਫਾਇਦਾ ਕਿੱਥੇ ਹੋਇਆ, ਠੀਕ ਹੈ। ਠੀਕ ਹੈ ਅੱਜ ਦੀ ਕਲਾਸ ਆਪਾਂ ਇੱਥੇ ਐਂਡ ਕਰਦੇ ਹਾਂ ਜੀ। ਹੁਣ ਆਪਾਂ ਪਰਸੋਂ ਮਿਲਾਂਗੇ, ਤਾਂ ਪਰਸੋਂ ਕੋਸ਼ਿਸ਼ ਕਰਨੀ ਹੈ ਕਿ ਜਿੰਨਾ ਦੇ ਵਿੱਚ ਤੁਸੀਂ ਕੋਈ ਦੇਖੋਗੇ ਟ੍ਰੇਡ ਬਣਦੇ ਹੋਣਗੇ, ਧੱਕੇ ਨਾਲ ਟ੍ਰੇਡ ਨਾ ਲੈ ਕੇ ਆਇਓ ਜੋ ਵੀ ਸਾਡੇ ਨੇ ਕਿਹਾ ਸੀ ਲੈਣਾ ਹੀ ਲੈਣਾ। ਪਰ ਹਾਂ, ਜੇ ਤੁਹਾਨੂੰ ਕੋਈ ਵੀ ਪੈਟਰਨ ਦਿਖਦਾ ਜਾਂ ਤੁਹਾਨੂੰ ਸਟੋਕਾਸਟਿਕ ਦੀ ਮਦਦ ਨਾਲ ਕੋਈ ਤੁਹਾਡਾ ਟ੍ਰੇਡ ਬਣਦਾ ਤਾਂ ਜ਼ਰੂਰ ਭਾਵੇਂ ਇੱਕ ਸ਼ੇਅਰ ਪਰਚੇਜ਼ ਕਰੋ ਜੋ, ਪਰ ਕਰਿਓ ਜੋ ਜ਼ਰੂਰ, ਠੀਕ ਹੈ। ਇੱਕੋ ਸ਼ੇਅਰ ਕਰਨਾ, ਇਦੋਂ ਵੱਧ ਨਾ ਕਰਿਓ ਜੋ, ਪਰ ਕਰਿਓ ਜੋ ਜ਼ਰੂਰ। ਠੀਕ ਹੈ ਸਰ। ਓਕੇ ਸਰ, ਫਿਰ ਮਿਲਦੇ ਹਾਂ ਜੀ ਆਪਾਂ ਨੂੰ ਪਰਸੋਂ। ਠੀਕ ਹੈ ਜੀ। ਓਕੇ।